ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਗੁਆਰੇਰੀ ਮਹਲਾ ਪੰਜਵਾਂ। ਸਤਿਗੁਰ ਦਰਸ਼ਨ ਅਗਨ ਨਿਵਾਰੇ, ਸਤਿਗੁਰ ਭੇਟਤ ਹਮ ਮਾਰੇ। ਸਤਿਗੁਰ ਸੰਗ ਨਾਹੀ ਮਨ ਡੋਲੈ, ਅੰਮ੍ਰਿਤ ਬਾਣੀ ਗੁਰਮੁਖ ਬੋਲੈ। ਸਤਿਗੁਰ ਦਰਸ਼ਨ ਅਗਨ ਨਿਵਾਰੇ, ਸਤਿਗੁਰ ਭੇਟਤ ਹਮ ਮਾਰੇ। ਸਤਿਗੁਰ ਸੰਗ ਨਾਹੀ ਮਨ ਡੋਲੈ, ਅੰਮ੍ਰਿਤ ਬਾਣੀ ਗੁਰਮੁਖ ਬੋਲੈ। ਸਭ ਜਗ ਸਾਚਾ ਜਾਂ ਸਚ ਮਹਿ ਰਾਤੇ, ਸੀਤਲ ਸ਼ਾਂਤ ਗੁਰ ਤੇ ਪ੍ਰਭ ਜਾਤੇ। ਸੰਤ ਪ੍ਰਸਾਦ ਜਪ ਹਰ ਨਾਉ, ਸੰਤ ਪ੍ਰਸਾਦ ਹਰ ਕੀਰਤਨ ਗਾਓ। ਸੰਤ ਪ੍ਰਸਾਦ ਸਗਲ ਦੁਖ ਮਿਟੇ, ਸੰਤ ਪ੍ਰਸਾਦ ਬੰਧਨ ਤੇ ਛੁਟੇ। ਸੰਤ ਕਿਰਪਾ ਤੇ ਮਿਟੇ ਮੋਹ ਭਰਮ, ਸਾਧਰੇਣ ਮਜਨ ਸਭ ਧਰਮ। ਸਾਧ ਕਿਰਪਾਲ ਦਇਆਲ ਗੋਵਿੰਦ, ਸਾਧਾ ਮੈਂ ਹੋ ਹਮਰੇ ਜਿੰਦ। ਕਿਰਪਾ ਨਿਧ ਕਿਰਪਾਲ ਧਿਆਵੋ, ਸਾਧ ਸੰਗ ਤਾਂ ਬੈਠਣ ਪਾਵੋ। ਮੋਹਿ ਨਿਰਗੁਣ ਕਉ ਪ੍ਰਭ ਕੀ ਦਇਆ, ਸਾਧ ਸੰਗ ਨਾਨਕ ਨਾਮ ਲਿਆ। ਕਿਰਪਾ ਨਿਧ ਕਿਰਪਾਲ ਧਿਆਵੋ, ਸਾਧ ਸੰਗ ਤਾਂ ਬੈਠਣ ਪਾਵੋ। ਮੋਹਿ ਨਿਰਗੁਣ ਕਉ ਪ੍ਰਭ ਕੀ ਦਇਆ, ਸਾਧ ਸੰਗ ਨਾਨਕ ਨਾਮ ਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ, ਕਰੁਣਾ ਨਿਧਾਨ ਜੋਤੀ ਸਵਰੂਪ ਅਖੰਡ ਜੋਤ। ਪਰਮ ਪਿਤਾ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਦਸਾਂ ਹੀ ਪਾਤਸ਼ਾਹੀਆਂ ਜੀ ਦੇ ਪਾਵਨ ਹਾਜ਼ਰ ਨਾਜ਼ਰ ਪ੍ਰਤੱਖ ਆਤਮਕ ਸਵਰੂਪ। ਤਖਤ ਚਵਰ ਛਤਰ ਸਿੰਘਾਸਨ ਕੇ ਮਾਲਿਕ, ਬਾਣੀ ਕੇ ਬੋਹਿਤ ਨਾਮ ਬਾਣੀ ਕੇ ਜਹਾਜ। ਹਾਲਤ ਪਲਤ ਰਖਿਅਕ ਪ੍ਰਗਟ ਗੁਰਾਂ ਕੀ ਦੇਹ, ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਅਪਾਰ ਕਿਰਪਾਲਤਾ ਦਇਆਲਤਾ ਬਖਸ਼ਿਸ਼ ਦੇ ਸਦਕਾ ਸਾਹਿਬੇ ਕਮਾਲ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਅੰਮ੍ਰਿਤ ਕੇ ਦਾਤੇ ਚੋਜੀ ਪ੍ਰੀਤਮ ਸ਼ਮਸ਼ੇਰ ਬਹਾਦਰ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਵਨ ਸਤਜੁਗੀ ਤਪ ਸਥਾਨ ਤਖਤ ਸੱਚਖੰਡ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ
ਸਤਿਗੁਰਾਂ ਦੇ ਮੁਬਾਰਕ ਚਰਨਾਂ ਵਿਖੇ ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਸਾਨੂੰ ਸਾਰਿਆਂ ਨੂੰ ਸਤ ਸੰਗਤ ਦੀਆਂ ਘੜੀਆਂ ਬਖਸ਼ਿਸ਼ ਕਰਕੇ ਸਾਡੇ ਸਮਾਸਾਂ ਨੂੰ ਅਮੋਲਕ ਬਣਾਉਣਾ ਕੀਤਾ ਹੈ, ਸਫਲਿਆ ਕਰਨਾ ਕੀਤਾ ਹੈ। ਵਡਭਾਗੀ ਜਨਾਂ ਨੇ, ਨੇਮ ਵਾਲਿਆਂ ਨੇ, ਪ੍ਰੇਮ ਵਾਲਿਆਂ ਨੇ, ਸਿਦਕਵਾਨਾਂ ਨੇ, ਸਤਿਗੁਰੂ ਜੀ ਦੇ ਚਰਨਾਂ ਦੇ ਪ੍ਰੇਮੀਆਂ ਨੇ, ਕੀਰਤਨ ਅਤੇ ਗੁਰਬਾਣੀ ਦੇ ਪ੍ਰੇਮੀਆਂ ਨੇ ਗੁਰਚਰਨਾਂ ਵਿਖੇ ਆ ਕਰਕੇ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੇ ਦਾ ਯਤਨ ਕੀਤਾ ਹੈ। ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਤਖਤ ਸਾਹਿਬ ਜੀ ਦੀ ਮਰਿਆਦਾ ਦੇ ਅਨੁਸਾਰ ਵਕਤ ਹੈ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਵਿਚਾਰ ਸ਼ਰਵਣ ਕਰਨੇ ਦਾ। ਮਨ ਬਾਣੀ ਸਰੀਰ ਕਰਕੇ ਸਾਵਧਾਨਤਾ ਦੇ ਸਹਿਤ ਗੁਰਚਰਨਾਂ ਵਿਖੇ ਚਿੱਤ ਨੂੰ ਇਕਾਗਰ ਕਰਦਿਆਂ ਹੋਇਆਂ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਵਿਚਾਰ ਸ਼ਰਵਣ ਕਰਕੇ ਵਡਭਾਗੇ ਬਣੀਏ ਜੀ। ਨਾਮ ਸ਼੍ਰੀ ਵਾਹਿਗੁਰੂ ਜੀ ਗੌੜੇ ਗਵਾਰੇ ਮਹਲਾ ਪੰਜਵਾਂ। ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸਰਗੁਣ ਪੰਜਵੇਂ ਸਵਰੂਪ ਧਰਨ ਗਗਨ ਨਵਖੰਡ ਮਹਿ ਜੋਤ ਸਰੂਪੀ ਰਹਿਓ ਭਰ ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਸ਼ਹੀਦਾਂ ਦੇ ਸਿਰ ਤਾਜ, ਸ਼ਾਂਤੀ ਦੇ ਪੁੰਜ, ਗੁਰਬਾਣੀ ਦੇ ਮੁਜੱਸਮੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਗੁਰਸਿੱਖਾਂ ਨੇ ਬੇਨਤੀ ਕਰਨਾ ਕੀਤੀ ਹੈ, ਸੱਚੇ ਪਾਤਸ਼ਾਹ ਕਿਰਪਾਲਤਾ ਕਰਕੇ ਸਤਿਗੁਰੂ ਜੀ ਦੇ ਦੀਦਾਰਿਆਂ ਦਾ, ਦਰਸ਼ਨਾਂ ਦਾ ਮਹਾਤਮ ਕਥਨ ਕਰਨਾ ਕਰੋ ਜੀ। ਕਿਉਂਕਿ ਸਾਧ ਸੰਗਤ ਜੀ ਉਹ ਸਮਾਂ ਐਸਾ ਸੀ ਸਭਨਾਂ ਨੂੰ ਵਿਦਿਆ ਪੜ੍ਹਨੀ ਪ੍ਰਾਪਤ ਨਹੀਂ ਸੀ ਹੋਇਆ ਕਰਦੀ। ਕਿਉਂਕਿ 4 ਵਰਨ 4 ਆਸ਼ਰਮਾਂ ਦੇ ਵਿੱਚ ਸਵਰਨ ਜਾਤੀ ਅਖਵਾਉਣ ਵਾਲਿਆਂ ਨੇ ਸਮਾਜ ਨੂੰ ਵੰਡ ਕਰਕੇ ਰੱਖਿਆ ਹੋਇਆ ਸੀ। ਬ੍ਰਾਹਮਣ ਨੂੰ ਹੱਕ ਸੀ ਵਿਦਿਆ ਪੜ੍ਹ ਸਕਦਾ ਤੇ ਪੜ੍ਹਾ ਸਕਦਾ ਹੈ, ਇਸੇ ਪ੍ਰਕਾਰ ਉਪਦੇਸ਼ ਦੇਣਾ ਤੇ ਸੁਣਨਾ। ਖੱਤਰੀ ਨੂੰ ਅਧਿਕਾਰ ਹੈ ਵਿਦਿਆ ਪੜ੍ਹ ਤੇ ਸਕਦਾ, ਅੱਗੇ ਕਿਸੇ ਨੂੰ ਪੜ੍ਹਾ ਨਹੀਂ ਸਕਦਾ। ਵੈਸ਼ ਨੂੰ ਕੇਵਲ ਵਿਦਿਆ ਸੁਣਨੇ ਦਾ ਅਧਿਕਾਰ ਸੀ, ਪੜ੍ਹਨੇ ਦਾ ਨਹੀਂ। ਤੇ ਜਿਹੜਾ ਸ਼ੂਦਰ ਸੀ ਉਸ ਨੂੰ ਨਾ ਵਿਦਿਆ ਪੜ੍ਹਨੇ ਦਾ ਅਧਿਕਾਰ ਸੀ, ਨਾ ਸਰਵਣ ਕਰਨੇ ਦਾ ਅਧਿਕਾਰ ਸੀ। ਇਸ ਪ੍ਰਕਾਰ ਦਾ ਤਿੰਨਾਂ ਨੇ ਨੇਮ ਬਣਾਇਆ ਹੋਇਆ ਸੀ, ਅਸੂਲ ਬਣਾਇਆ ਹੋਇਆ ਸੀ। ਵੇਦ ਸ਼ਾਸਤਰਾਂ ਦੀ ਮੱਤ ਦੇ ਅਨੁਸਾਰ ਕਹਿ ਲਈਏ ਉਹਨਾਂ ਨੇ ਆਪਣੀ ਮਰਿਆਦਾ ਨਿਰਧਾਰਿਤ ਕੀਤੀ ਹੋਈ ਸੀ ਕਿ ਜੇਕਰ ਸ਼ੂਦਰ ਦੀ ਜ਼ੁਬਾਨ ਤੋਂ ਵਾਹਿਗੁਰੂ ਦਾ ਨਾਮ, ਪ੍ਰਮਾਤਮਾ ਦਾ ਨਾਮ ਉਚਾਰਿਆ ਜਾਵੇ ਤੇ ਜ਼ੁਬਾਨ ਕੱਟ ਦੇਣੀ ਹੈ। ਕੰਨਾਂ ਦੇ ਵਿੱਚ ਜੇਕਰ ਰਾਮ ਦੇ ਨਾਮ ਦੀ ਆਵਾਜ਼, ਪ੍ਰਮਾਤਮਾ ਦੇ ਨਾਮ ਦੀ ਆਵਾਜ਼ ਪੈ ਜਾਵੇ ਤੇ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾ ਦਿਓ, ਸਦਾ ਵਾਸਤੇ ਬੋਲਾ ਹੋ ਜਾਵੇ, ਅੱਗੇ ਤੋਂ ਕਦੇ ਕੁਝ ਸੁਣ ਹੀ ਨਾ ਸਕੇ। ਇਸੇ ਪ੍ਰਕਾਰ ਚਾਰੇ ਹੀ ਵਰਨਾਂ ਦੀਆਂ ਜਿਹੜੀਆਂ ਇਸਤਰੀਆਂ, ਮਾਤਾਵਾਂ, ਬੀਬੀਆਂ, ਭੈਣਾਂ, ਕਿਸੇ ਨੂੰ ਵੀ ਵਿਦਿਆ ਪੜ੍ਹਨੇ ਦਾ ਤੇ ਵਿਦਿਆ ਸਰਵਣ ਕਰਨੇ ਦਾ ਹੱਕ ਹੀ ਨਹੀਂ ਸੀ। ਇਹ ਨਾ ਵਿਦਿਆ ਪੜ੍ਹ ਸਕਦੀਆਂ ਨੇ, ਨਾ ਸਰਵਣ ਕਰ ਸਕਦੀਆਂ ਨੇ। ਇਸ ਪ੍ਰਕਾਰ ਸਮਾਜ ਦੀ ਵੰਡ ਦੇ ਅਨੁਸਾਰ ਜੋ ਵੇਦ ਸ਼ਾਸਤਰਾਂ ਦੀ ਮਰਿਆਦਾ ਚੱਲੀ ਆਉਂਦੀ ਸੀ, ਬਹੁਤ ਸਾਰੇ ਲੋਕ ਐਸੇ ਜਿਹੜੇ ਵਿਦਿਆ ਤੋਂ ਵਿਰਵੇ ਰਹਿ ਗਏ, ਵਾਂਝੇ ਰਹਿ ਗਏ, ਵਿਦਿਆ ਨਹੀਂ ਸੀ ਪੜ੍ਹ ਸਕਦੇ। ਇਹ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਿਰਪਾਲਤਾ ਕਰਕੇ ਸਮੂਹ ਸਿੱਖਿਆ ਨੂੰ ਵਿਦਿਆ ਦਾ ਦਾਨ ਬਖਸ਼ਿਆ। ਸਾਰਗਤਾਵਲੀ ਗ੍ਰੰਥ ਦੇ ਅੰਦਰ ਪੰਡਿਤ ਹਰਦਿਆਲ ਜੀ ਲਿਖਦੇ ਨੇ, ਜਿਹੜੇ 14 ਭਵਨ ਬ੍ਰਹਮੇ ਨੇ ਰਚੇ ਨੇ ਨਾ ਵਿਦਿਆ ਸਮਤਾਹਿ ਉਦਾਰਾ। 14 ਹੀ ਲੋਕਾਂ ਦੇ ਵਿੱਚ ਵਿਦਿਆ ਤੋਂ ਵੱਡੀ ਦਾਤ ਕੋਈ ਨਹੀਂ, ਵਿਦਿਆ ਵਰਗਾ ਉਦਾਰ ਕੋਈ ਨਹੀਂ, ਸਖੀ ਸੁਭਾਵ ਕੋਈ ਨਹੀਂ, ਵਿਦਿਆ ਵਰਗਾ ਦਾਤਾ ਕੋਈ ਨਹੀਂ। 14 ਹੀ ਲੋਕਾਂ ਦੇ ਵਿੱਚ ਜੇ ਸਭ ਤੋਂ ਕੋਈ ਸਰਵਸ਼੍ਰੇਸ਼ਟ ਪਦਾਰਥ ਹੈ ਤੇ ਉਹ ਵਿਦਿਆ ਹੈ। ਤੇ ਪੰਡਿਤ ਲੋਕਾਂ ਨੇ, ਬ੍ਰਾਹਮਣ ਲੋਕਾਂ ਨੇ ਵਿਦਿਆ ਪੜ੍ਹਨੇ ਦਾ ਹੱਕ ਹੀ ਖੋਹ ਲਿਆ। ਜੇ ਤੁਸੀਂ ਪੜ੍ਹ ਨਹੀਂ ਸਕਦੇ, ਤੁਸੀਂ ਸ਼ੂਦਰ ਹੋ, ਤੁਸੀਂ ਵੈਸ਼ ਹੋ, ਤੁਸੀਂ ਇਸਤਰੀਆਂ ਹੋ, ਤੁਹਾਨੂੰ ਵਿਦਿਆ ਪੜ੍ਹਨੇ ਦਾ ਹੱਕ ਨਹੀਂ। ਤੇ ਸਾਧ ਸੰਗਤ ਜੀ, ਜਿਸ ਨੇ ਵਿਦਿਆ ਹੀ ਨਹੀਂ ਪੜ੍ਹੀ ਉਹ ਗੁਰਬਾਣੀ ਕਿਵੇਂ ਪੜ੍ਹੇਗਾ? ਜਿਸ ਨੂੰ ਵਿਦਿਆ ਪੜ੍ਹਨੇ ਦਾ, ਸੁਣਨੇ ਦਾ ਹੱਕ ਹੀ ਨਹੀਂ, ਉਸ ਨੂੰ ਗੁਰਮਤਿ ਦਾ ਤੇ ਦੁਰਮਤਿ ਦਾ ਗਿਆਨ ਕਿਵੇਂ ਹੋਵੇ? ਮਨਮੁਖਤਾਈ ਦਾ, ਗੁਰਮੁਖਤਾਈ ਦਾ ਗਿਆਨ ਕਿਵੇਂ ਹੋਵੇ? ਪਾਪ ਦੀ ਤੇ ਪੁੰਨ ਦੀ ਵਿਚਾਰ ਕਿਵੇਂ ਪਤਾ ਲੱਗੇ? ਕਹਿਣ ਤੋਂ ਭਾਵ ਸਾਰਿਆਂ ਨੂੰ ਇਹਨਾਂ ਹੱਕਾਂ ਤੋਂ ਵਿਰਵੇ ਰੱਖ ਲਿਆ। ਇਹ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕੀਤੀ ਏ, ਵਿਦਿਆ ਤੇ ਬਖਸ਼ੀ ਏ। ਦੁਨਿਆਵੀ ਵਿਦਿਆ ਹੀ ਨਹੀਂ,
ਕਿਰਪਾਲਤਾ ਕਰਕੇ ਬ੍ਰਹਮ ਵਿਦਿਆ ਹੀ ਬਖਸ਼ ਦਿੱਤੀ ਏ। ਬ੍ਰਹਮ ਜੀ ਦੇ ਵਿੱਚ ਭੇਦ ਕਰਨੇ ਵਾਲੀ, ਬ੍ਰਹਮ ਦੇ ਨਾਲ ਮਿਲਾਪ ਕਰਨੇ ਵਾਲੀ। ਪੰਡਿਤ ਲੋਕ ਕਹਿੰਦੇ ਜੀ ਇਹਨਾਂ ਨੂੰ ਸੰਸਕ੍ਰਿਤ ਪੜ੍ਹਨੇ ਦਾ ਹੱਕ ਨਹੀਂ, ਇਹ ਦੇਵ ਵਿਦਿਆ ਹੈ, ਦੇਵ ਬਾਣੀ ਹੈ। ਤੇ ਹਜ਼ੂਰ ਜੀ ਫਰਮਾਉਂਦੇ, ਪੰਡਤੋ ਫਿਰ ਤੁਹਾਡੀ ਦੇਵ ਵਿਦਿਆ ਤੁਹਾਨੂੰ ਮੁਬਾਰਕ। ਅਸੀਂ ਆਪਣੇ ਸਿੱਖਾਂ ਨੂੰ, ਆਪਣੇ ਗੁਰਸਿੱਖਾਂ ਨੂੰ, ਪਿਆਰਿਆਂ ਨੂੰ ਗੁਰਮੁਖੀ ਵਿਦਿਆ ਬਖਸ਼ਦੇ ਹਾਂ। ਗੁਰੂ ਕੇ ਮੁਖ ਤੋਂ ਉਚਾਰੀ ਹੋਈ ਗੁਰਮੁਖੀ, ਜਿਸ ਨੂੰ ਅੱਜ ਅਸੀਂ ਪੰਜਾਬੀ ਕਹਿ ਦਿੰਦੇ ਹਾਂ। ਪੰਜਾਬ ਦੇਸ਼ ਦੇ ਵਿੱਚ ਬੋਲੇ ਜਾਣ ਕਰਕੇ ਇਸ ਨੂੰ ਪੰਜਾਬੀ ਕਿਹਾ ਜਾਂਦਾ ਹੈ। ਅਸਲ ਦੇ ਵਿੱਚ ਵਿਦਿਆ ਦਾ ਨਾਮ ਗੁਰਮੁਖੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਮੁਖੀ ਭਾਸ਼ਾ ਦੇ 35 ਅੱਖਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪ ਬਣਾਏ ਨੇ। ਅੱਖਰਾਂ ਦੀ ਘਾਟ ਘੜੀ ਹੈ, ਗੁਰਮੁਖੀ ਲਿਪੀ ਬਣਾਈ ਹੈ, ਆਵਾਜ਼ਾਂ ਨਿਰਧਾਰਿਤ ਕੀਤੀਆਂ ਨੇ। ਇਸ ਪ੍ਰਕਾਰ ਗੁਰਮੁਖੀ ਭਾਸ਼ਾ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰੀ ਗੁਰਬਾਣੀ ਇੱਕ ਓੰਕਾਰ ਤੋਂ ਲੈ ਕਰਕੇ 18 ਹੈ 10 20 ਤੱਕ ਉਚਾਰਨਾ ਕੀਤੀ ਹੈ। ਭਾਵੇਂ ਸ਼ਬਦ ਅਰਬੀ ਦਾ ਆਵੇ, ਫਾਰਸੀ ਦਾ ਆਵੇ, ਸੰਸਕ੍ਰਿਤ ਦਾ ਆਵੇ, ਸੰਸਕ੍ਰਿਤ ਦਾ ਆਵੇ, ਅਲਫਾਜ਼ ਹਿੰਦੀ ਦੇ ਆਉਂਦੇ ਨੇ। ਇਸੇ ਪ੍ਰਕਾਰ ਜਿਹੜੇ ਲਫ਼ਜ਼ ਨੇ ਉਹ ਵੱਖ-ਵੱਖ ਭਾਸ਼ਾਵਾਂ ਦੇ ਆਉਂਦੇ ਨੇ, ਪਰ ਸਾਰੀਆਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਮੁਖੀ ਦੇ ਅੰਦਰ ਹੀ ਆਪਣੇ ਦਸਤੇ ਮੁਬਾਰਕ ਦੇ ਨਾਲ ਲਿਖਣਾ ਕੀਤਾ। ਤੇ ਭਾਈ ਗੁਰਦਾਸ ਜੀ ਤੇ ਬਾਅਦ ਵਿੱਚ ਭਾਈ ਮਨੀ ਸਿੰਘ ਸਾਹਿਬ ਜੀ ਤੋਂ ਲਿਖਵਾਵਣਾ ਕੀਤਾ ਹੈ ਕਿ ਇਹ ਗੁਰਮੁਖੀ ਵਿਦਿਆ ਗੁਰੂ ਕੇ ਮੁਖ ਤੋਂ ਉਚਾਰੀ ਹੋਈ ਏ। ਇਸ ਦੇ ਉੱਪਰ ਕਿਸੇ ਪੰਡਤ ਦਾ ਹੱਕ ਨਹੀਂ, ਮੋਹਰ ਨਹੀਂ ਲੱਗੀ ਹੋਈ ਕਿ ਪੰਡਤ ਹੀ ਪੜ ਸਕਦਾ ਤੇ ਦੂਜਾ ਨਹੀਂ। ਇੱਥੇ ਤਾਂ ਪਿਆਰਿਓ ਇਹ ਵੀ ਨਹੀਂ ਕਿ ਜੇ ਪੰਡਤ ਨੇ ਸੰਸਕ੍ਰਿਤ ਪੜ੍ਹਨੇ ਤੋਂ ਵਰਜ ਦਿੱਤਾ ਤੇ ਉਸ ਨੂੰ ਗੁਰਮੁਖੀ ਨਹੀਂ ਪੜ੍ਹਨੀ ਦੇਣੀ, ਇਸ ਪ੍ਰਕਾਰ ਵੀ ਨਹੀਂ। ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼ ਚੌਹ ਵਰਨਾ ਕੋ ਸਾਂਝਾ। ਚਾਰੇ ਵਰਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਂਝਾ ਉਪਦੇਸ਼ ਦੇਣਾ ਕੀਤਾ ਹੈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਅੱਖਰਾਂ ਦੀ ਘਾਟ ਘੜੀ ਹੈ, ਗੁਰਮੁਖੀ ਲਿਪੀ ਬਣਾਈ ਹੈ। ਤੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਖਡੂਰ ਸਾਹਿਬ ਵਾਲੇ ਪਾਵਨ ਅਸਥਾਨ ਤਪਿਆਣਾ ਸਾਹਿਬ ਵਿਖੇ ਸਤਿਗੁਰੂ ਜੀ ਦੀਵਾਨ ਸਜਾਇਆ ਕਰਦੇ ਤੇ ਗੁਰਮੁਖਾਂ ਨੂੰ, ਗੁਰਸਿੱਖਾਂ ਨੂੰ, ਬੱਚਿਆਂ ਨੂੰ, ਸਭਨਾਂ ਨੂੰ ਵਿਦਿਆ ਪੜਾਇਆ ਕਰਦੇ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਮੁਖੀ ਵਿਦਿਆ ਪੜ੍ਹਨੇ ਦੀ ਪ੍ਰਪਾਟੀ ਆਪ ਚਲਾਵਣਾ ਕੀਤੀ ਹੈ। ਪਰ ਜਿਹੜੇ ਦੂਰ ਦੇਸ਼ ਤੋਂ ਸਿੱਖ ਆਉਂਦੇ ਨੇ ਉਹਨਾਂ ਨੇ ਅਜੇ ਗੁਰਮੁਖੀ ਵਿਦਿਆ ਨਹੀਂ ਪੜ੍ਹੀ ਹੋਈ। ਖਡੂਰ ਸਾਹਿਬ ਦੇ ਨੇੜੇ ਨੇੜੇ ਦੇ ਇਲਾਕੇ ਦੇ ਗੁਰਮੁਖਾਂ ਨੇ ਗੁਰਮੁਖੀ ਵਿਦਿਆ ਪੜ੍ਹੀ ਹੈ। ਹੋਰ ਵੀ ਜਿਹੜੇ ਗੁਰਸਿੱਖ ਜ਼ਿਆਦਾ ਦਿਨਾਂ ਤੱਕ ਸਤਿਗੁਰਾਂ ਦੇ ਚਰਨਾਂ ਵਿਖੇ ਆ ਕਰਕੇ ਸ਼ਰਨ ਵਿੱਚ ਰਹਿੰਦੇ ਨੇ, ਗੁਰਮੁਖੀ ਵਿਦਿਆ ਨੂੰ ਪੜ੍ਹਦੇ ਨੇ, ਗੁਰਬਾਣੀ ਦੇ ਸ਼ਬਦਾਂ ਨੂੰ ਲਿਖ ਕੇ ਲੈ ਜਾਂਦੇ ਨੇ ਤੇ ਜਾ ਕਰਕੇ ਪੜ੍ਹਦੇ ਨੇ, ਜ਼ੁਬਾਨੀ ਯਾਦ ਕਰ ਲੈਣੀ, ਕੰਠ ਕਰ ਲੈਣੀ ਗੁਰਬਾਣੀ। ਪਰ ਬਹੁਤ ਸਾਰੇ ਐਸੇ ਗੁਰਸਿੱਖ ਜਿਹੜੇ ਦੂਰ ਦੇਸ਼ ਤੋਂ ਚੱਲ ਕੇ ਆਏ ਨੇ ਤੇ ਗੁਰਮੁਖੀ ਵਿਦਿਆ ਅਜੇ ਪੜ੍ਹਨੀ ਸਿੱਖੀ ਨਹੀਂ ਤੇ ਸੰਸਕ੍ਰਿਤ ਇਤਿਆਦਿਕ ਪੜ੍ਹਨੇ ਦਾ ਅਧਿਕਾਰ ਬ੍ਰਾਹਮਣਾਂ ਨੇ ਦਿੱਤਾ ਨਹੀਂ, ਦੁਨਿਆਵੀ ਵਿਦਿਆ ਨਹੀਂ ਪੜ੍ਹੀ ਹੋਈ। ਕਿਆ ਕਰਕੇ ਬੇਨਤੀ ਕਰਦੇ ਨੇ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਾਹਿਬ ਜੀ, ਇਹ ਤੇ ਆਪ ਜੀ ਨੇ ਕਿਰਪਾਲਤਾ ਹੀ ਕਰ ਦਿੱਤੀ ਹੈ ਜੋ ਸਾਨੂੰ ਬ੍ਰਹਮ ਵਿਦਿਆ ਸਰਵਣ ਕਰਨੇ ਦੀ, ਕੀਰਤਨ ਸਰਵਣ ਕਰਨੇ ਦੀ, ਆਪ ਜੀ ਦੀ ਜ਼ੁਬਾਨੇ ਪਾਕ ਚੋਂ ਉਚਾਰਨ ਕੀਤੇ ਹੋਏ, ਰਸਨਾ ਤੋਂ ਉਚਾਰੇ ਹੋਏ ਅੰਮ੍ਰਿਤ ਪ੍ਰਵਚਨ ਸਰਵਣ ਕਰਨੇ ਦੀ ਦਾਤ, ਪ੍ਰਵਚਨ ਸਰਵਣ ਕਰਨੇ ਦੀ ਦਾਤ ਆਪ ਜੀ ਬਖਸ਼ਿਸ਼ ਕਰ ਰਹੇ ਹੋ ਨਾ। ਮਹਾਰਾਜ ਵੱਡੀ ਭਾਰੀ ਮਿਹਰੀ ਕਰ ਦਿੱਤੀ ਹੈ, ਨਹੀਂ ਤਾਂ ਸਾਨੂੰ ਕਿੱਥੇ ਸੁਣਨ ਦਿੰਦੇ ਸੀ ਇਹ ਉੱਚ ਜਾਤੀਆਂ ਵਾਲੇ। ਪਰ ਮਹਾਰਾਜ ਆਪ ਜੀ ਨੇ ਕਿਰਪਾਲਤਾ ਕਰਕੇ ਇਹ ਵਿਦਿਆ ਦਾ ਦਾਨ ਤੇ ਸਾਨੂੰ ਦੇ ਦਿੱਤਾ। ਪਰ ਦੂਰ ਦੇਸ਼ ਤੋਂ ਚੱਲ ਕੇ ਆਏ ਆ, ਸਾਨੂੰ ਤੇ ਵਿਦਿਆ ਪੜ੍ਹਨੀ ਨਹੀਂ ਆਉਂਦੀ। ਮਹਾਰਾਜ ਆਪ ਜੀ ਦੀ ਸ਼ਰਨ ਵਿੱਚ ਆਏ ਆ, ਕੁਝ ਦਿਨ ਰਹਿ ਕੇ ਸਿੱਖ ਵੀ ਲਵਾਂਗੇ, ਜਾ ਕੇ ਪੜ੍ਹ ਵੀ ਲਵਾਂਗੇ, ਪਰ ਜਿਵੇਂ ਸਾਨੂੰ ਅਜੇ ਵਿਦਿਆ ਨਹੀਂ ਪੜ੍ਹਨੀ ਆਉਂਦੀ, ਕੇਵਲ ਤਾਂ ਕੇਵਲ ਆਪ ਜੀ ਦਾ ਦਰਸ਼ਨ ਹੀ ਕਰ ਸਕਦੇ ਆ। ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰਸ਼ਨਾਂ ਦਾ ਵੀ ਤੇ ਲਾਭ ਹੋਵੇਗਾ ਨਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਸਤਿਗੁਰਾਂ ਦੇ ਦਰਸ਼ਨਾਂ ਦਾ ਕੀ ਮਹੱਤਵ ਹੈ, ਕਿਰਪਾਲਤਾ ਕਰਕੇ ਸਾਨੂੰ ਸਰਵਣ ਕਰਾਓ, ਜਿਸ ਨੂੰ ਸਰਵਣ ਕਰਕੇ ਸਾਡੇ ਕਾਲਜੇ ਠੰਡ ਪੈ ਜਾਵੇ। ਮਹਾਰਾਜ ਇਤਨਾ ਤੇ ਪਤਾ ਸਤਿਗੁਰੂ ਜੀ ਦੇ ਦਰਸ਼ਨ ਕੀਤਿਆਂ ਦਾ ਫਲ ਮਿਲਦਾ, ਮਹਾਤਮ ਹੁੰਦਾ ਹੈ, ਪਰ ਕਿਤਨਾ ਕੁ ਮਹਾਤਮ ਹੁੰਦਾ ਇਹ ਅਸੀਂ ਨਹੀਂ ਜਾਣਦੇ। ਗਰੀਬ ਨਿਵਾਜ ਕਿਰਪਾ ਕਰਕੇ ਸਾਨੂੰ ਜਨਾਬਣਾ ਕਰੋ। ਬੇਨਤੀ ਕਰਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 10 ਜਾਮੇ ਧਾਰਨ ਕਰਕੇ ਆਪਣੇ ਗੁਰਸਿੱਖਾਂ ਨੂੰ ਵਿਦਵਾਨ ਬਣਾਵਣਾ ਕੀਤਾ। ਕਲਗੀਧਰ ਸੱਚੇ ਪਾਤਸ਼ਾਹ ਜੀ ਨੇ 5 ਗੁਰਸਿੱਖਾਂ ਨੂੰ ਨਿਰਮਲੇ ਸਿੱਖਾਂ ਵਾਲਾ ਲਿਬਾਸ ਧਾਰਨ ਕਰਵਾ ਕਰਕੇ ਕਾਂਸੀ ਭੇਜਿਆ। ਸਿੱਖੋ, ਜਿੱਥੇ ਗੁਰਮੁਖੀ ਪੜ੍ਹਨੀ ਹੈ, ਸੰਸਕ੍ਰਿਤ ਤੇ ਹੋਰ ਵਿਦਿਆ ਦਾ ਬੋਧ ਵੀ ਤੁਹਾਨੂੰ ਹੋਣਾ ਜ਼ਰੂਰੀ ਹੈ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੱਡੀ ਭਾਰੀ ਘਾਲਣਾ ਘਾਲੀ ਹੈ ਗੁਰਸਿੱਖੋ ਸਾਨੂੰ ਇਹ ਵਿਦਿਆ ਬਖਸ਼ਣ ਵਾਸਤੇ। ਜੋ ਅਸੀਂ ਗੁਰਬਾਣੀ ਪੜ੍ਹਦੇ ਹਾਂ, ਸਰਵਣ ਕਰਦੇ ਹਾਂ, ਗਾਇਨ ਕਰਦੇ ਹਾਂ, ਪਾਠ ਕਰਦੇ ਹਾਂ, ਕੀਰਤਨ ਕਰਦੇ ਹਾਂ, ਕਥਾ ਵਿਚਾਰਾ ਕਰਦੇ ਹਾਂ,
ਅੱਜ ਸਾਨੂੰ ਸਹਿਜ ਪ੍ਰਾਪਤ ਹੋ ਰਹੀਆਂ ਨੇ, ਪਰ ਪਿਛੋਕੜ ਵੱਲ, ਗੁਰੇ ਇਤਿਹਾਸ ਵੱਲ ਝਾਤ ਮਾਰ ਕੇ ਦੇਖੀਏ ਤੇ ਇਹ ਸਹਿਜ ਨਹੀਂ ਸੀ ਦਾਤਾਂ ਸਾਨੂੰ ਮਿਲਣੀਆਂ। ਸਤਿਗੁਰੂ ਜੀ ਨੇ ਦਾਤਾਂ ਸਾਨੂੰ ਬਖਸ਼ੀਆਂ। ਕਦੇ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਉੱਤਰ ਪੰਡਿਤ ਪੁਕਾਰੂ ਹੋਏ ਨੇ ਲਾਹੌਰ ਦਰਬਾਰ ਵਿੱਚ ਜਾ ਕੇ ਰਾਜੇ ਦੇ ਕੋਲ, ਜਹਾਂਗੀਰ ਦੇ ਕੋਲ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸ਼ਾਸਤਰ ਮਰਿਆਦਾ ਵਿਗਾੜ ਦਿੱਤੀ ਜੀ, ਸ਼ੂਦਰਾਂ ਨੂੰ ਵਿਦਿਆ ਪੜਾਉਣ ਲੱਗ ਗਏ ਨੇ। ਸਭਨਾਂ ਨੂੰ ਇੱਕ ਬੌਲੀ ਵਿੱਚ ਇਸ਼ਨਾਨ ਕਰਵਾਉਂਦੇ ਨੇ, ਸਭਨਾਂ ਨੂੰ ਇੱਕ ਪੰਗਤ ਵਿੱਚ ਬਿਠਾਉਂਦੇ ਨੇ। ਕਦੇ ਇਹ ਸ਼ਿਕਾਇਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉੱਪਰ ਹੋਈਆਂ, ਕਦੇ ਇਹ ਸ਼ਿਕਾਇਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਹੋਈਆਂ ਕਿ ਜਿਹੜਾ ਸਤਿਗੁਰੂ ਜੀ ਨੇ ਪਾਵਨ ਗ੍ਰੰਥ ਲਿਖਣਾ ਕੀਤਾ ਨਾ, ਉਸ ਦੇ ਵਿੱਚ ਹਿੰਦੂਆਂ ਦੇ ਦੇਵਤਿਆਂ ਅਤੇ ਦੇਵੀਆਂ ਦੀ ਕੋਈ ਮਾਨਤਾ ਨਹੀਂ ਤੇ ਮੁਸਲਮਾਨਾਂ ਦੇ ਪੈਗੰਬਰਾਂ ਦੀ ਕੋਈ ਮਾਨਤਾ ਨਹੀਂ, ਤੋਹੀਨ ਹੈ। ਇਸੇ ਪ੍ਰਕਾਰ ਕਦੇ ਜਿਹੜੇ ਬ੍ਰਾਹਮਣ ਨੇ ਆ ਕਰਕੇ ਕਲਗੀਧਰ ਸਾਹਿਬ ਜੀ ਦੇ ਨਾਲ ਬੜੇ ਨਾਰਾਜ਼ ਹੋਏ, ਮਹਾਰਾਜ ਇਹ ਵਿਦਿਆ ਦਾ ਹੱਕ ਤੇ ਸਾਨੂੰ ਹੈ, ਤੁਸੀਂ ਸਾਨੂੰ ਸ਼ੂਦਰਾਂ ਦੇ ਨਾਲ ਜੱਟ, ਬੂਟ, ਚੀਵਰ, ਸ਼ੀਂਬੇ, ਨਾਈ, ਚਮਾਰ ਸਾਰੇ ਇਕੱਠੇ ਕਰਕੇ ਇੱਕ ਬਾਟੇ ਵਿੱਚ ਅੰਮ੍ਰਿਤ ਛਕਾਉਂਦੇ ਹੋ। ਮਹਾਰਾਜ ਇਹਨਾਂ ਨਾਲ ਨਹੀਂ ਛਕਣਾ, ਤੁਹਾਡੇ ਸਿੱਖ ਬਣਨ ਵਾਸਤੇ ਤਿਆਰ ਹਾਂ, ਅੰਮ੍ਰਿਤ ਛਕ ਲੈਂਦੇ ਹਾਂ। ਮਹਾਰਾਜ ਅਸੀਂ ਅੰਮ੍ਰਿਤ ਛਕ ਲਿਆ, ਤੁਹਾਡੇ ਸਿੱਖ ਹੋ ਗਏ ਤੇ ਗੁਰੂ ਸਿੱਖ ਦਾ ਕਾਹਦਾ ਝਗੜਾ ਹੈ? ਸਾਡੇ ਤੁਹਾਡੇ ਝਗੜੇ ਮਿਟ ਜਾਣੇ ਨੇ, ਜੰਗਾਂ ਬੰਦ ਹੋ ਜਾਣਗੀਆਂ। ਤੇ ਮਹਾਰਾਜ ਜੀ ਕਹਿੰਦੇ ਭਾਈ ਅੰਮ੍ਰਿਤ ਤੇ ਬਣਾਇਆ ਹੀ ਵਿਛੜਿਆਂ ਨੂੰ ਮਿਲਣ ਵਾਸਤੇ ਹੈ, ਵਿਛੜਿਓ ਗੁਰੂ ਘਰ ਤੋਂ ਆ ਜਾਓ, ਮਿਲ ਜਾਓ, ਜੁੜ ਜਾਓ, ਛਕੋ ਅੰਮ੍ਰਿਤ। ਮਹਾਰਾਜ ਅੰਮ੍ਰਿਤ ਤੇ ਛਕ ਲਵਾਂਗੇ, ਪਰ ਸਾਡੀ ਇੱਕ ਬੇਨਤੀ ਹੈ। ਦੱਸੋ ਪਿਆਰਿਓ ਕੀ ਬੇਨਤੀ ਹੈ? ਤੇ ਕਹਿਣ ਲੱਗੇ ਮਹਾਰਾਜ ਇਹ ਸਾਰੇ ਨੀਵੀਆਂ ਜਾਤਾਂ ਵਾਲੇ ਇਕੱਠੇ ਕਰਕੇ ਇਹਨਾਂ ਦੇ ਨਾਲ ਇੱਕ ਬਾਟੇ 'ਚ ਛਕਾਉਂਦੇ ਹੋ, ਇਹਨਾਂ ਦਾ ਝੂਠਾ ਅੰਮ੍ਰਿਤ ਨਹੀਂ ਅਸਾਂ ਛਕਣਾ, ਸਾਨੂੰ ਤੇ ਵੱਖਰਾ ਛਕਾਓ, ਅਸੀਂ ਵੱਡੇ ਜੂ ਹੋਏ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਬਚਨ ਕਰਨਾ ਕੀਤਾ, ਜਿਨ੍ਹਾਂ ਨੂੰ ਤੁਸੀਂ ਨੀਵੇਂ ਕਹਿੰਦੇ ਹੋ, ਜਿਨ੍ਹਾਂ ਨੂੰ ਤੁਸੀਂ ਆਪਣੇ ਤੋਂ ਛੋਟੇ ਜਾਣਦੇ ਹੋ, ਘਿਰਣਾ ਕਰਦੇ ਹੋ, ਨੇੜੇ ਨਹੀਂ ਬੈਠਣ ਦਿੰਦੇ ਹੋ, ਵਿਦਿਆ ਦੇ ਅਧਿਕਾਰੀ ਨਹੀਂ ਸਮਝਦੇ ਹੋ, ਇਨ ਗਰੀਬ ਸਿੱਖਨ ਕਉ ਦਇ ਹਉ ਪਾਤਸ਼ਾਹੀ, ਯਹ ਯਾਦ ਕਰੈ ਹਮਰੀ ਗੁਰਿਆਈ। सेव करी इन्हीं की भावत और की सेव सुहातना जी को। महाराज सच्चे पातशाह जी ने इस प्रकार खालसा महिमा दे विच प्रवचन उच्चारण करके पंडितां नूं निरुत्तर करना कीता है। जेड़े पंडित सन पहाड़ी राजे सन, सतगुरु जी के विरोधी हो गए, वड्डियां भारी जंगा कीतियां, बादशाह औरंगजेब की सेना नूं भी बुला लेना कीता, बादशाह को चिट्ठियां पा करके सतगुरु सच्चे पातशाह जी ने सरबंस कुर्बान कर देना कीता, सानू नीवियां नूं उच्चे करन वास्ते, अपने गढ़ दे नाल लाउण वास्ते। ये विद्या दा दान, निर्भयता दा दान, अमृत दा दान, नाम दा दान, गुरसिੱਖੀ दा दान तां सानू सतगुरु जी ने बख्शिया है, अपना सरबंस कुर्बान करके। लोग कुर्बानियां करते ने दुनियावी पद्धर ते, पर कुछ प्राप्त करने वास्ते करते ने। जमीनां पिछे लड़ मरदे ने, सरहदां पिछे लड़ मरदे ने, मैं हक जमाउणा ये मेरा होवे। कुर्बानी ते सतगुरु जी ने भी कीती है, पर कुछ प्राप्त करने वास्ते नहीं, कुछ दान करने वास्ते। दान करने वास्ते सानू नीवियां नूं उच्चे करने वास्ते कुर्बानियां कर दित्तियां। ते साहिब जी ने फरमावना कीता, नीचा अंदर नीच जात, नीची हु अत नीच, नानक तिनकै संग साथ वड्डिया स्यो क्या रीस, जिथै नीच संभालियन तिथै नदर तेरी बख्शीस। ते कवि दान सिंह जी कोमल साहिबे कमाल श्री गुरु गोबिंद सिंह साहिब सच्चे पातशाह जी की उस्तत करदे होया लिखना करदे ने, सुनदा ना दुख कोई हिंद विच हिंदुआं दा, गुरु दशमेश देंदे पिता नूं जे वारना, पाण पत लैंदी सदा हिंदू बहु बेटियां दी, बुढ़ी माता गुजरी नूं देंदे जे विसारना। उड्डदी अणख आन हिंदियां दे हिरदियां चों, जंग च जे भेजदे अजीत ते जुझारना। धर्म दीआं नीहां अज होणीआं सी पोलियां, निक्किआं नूं नीहां विच देंदे जे खलारना। गंगा अते जमुना दा नाम कुछ होर हुंदा, मथुरा ना कांची हुंदी, हुंदा हर द्वार ना। हिंद दा नमूना अज होर दा ही होर हुंदा, वार दे जे गुरु दशमेश परिवारना। वार दे जे गुरु दशमेश परिवारना, लभना सी किधरे भी सिंह सरदार ना। लभदा जे किधरे भी सिंह सरदार ना, 3 फुटी फड़नी सी किसे तलवार ना। 3 फुटी फड़दा जे कोई तलवार ना, परजा गरीबां दा कोई बनदा ही यार ना। मुर्दा रूहां हुंदियां जिउंदियां शरीरां विच,
ਵਾਰ ਦੇ ਜੇ ਗੁਰੂ ਦਸ਼ਮੇਸ਼ ਪਰਿਵਾਰਣਾ। ਤੇ ਕਵੀ ਨੇ ਬੜੇ ਅਮੋਲਕ ਬਚਨ ਸਤਿਗੁਰੂ ਜੀ ਦੀਆਂ ਦਾਤਾਂ ਨੂੰ ਦਰਸਾਉਂਦੇ ਹੋਏ ਲਿਖਣਾ ਕੀਤੇ। ਗੁਰੂ ਗ੍ਰੰਥ ਸਾਹਿਬ ਹੁੰਦੇ ਅੱਜ ਸਾਡੇ ਪਾਤਸ਼ਾਹ ਨਾ, ਚੱਪੇ ਚੱਪੇ ਉੱਤੇ ਹੋਣਾ ਨਹੀਂ ਸੀ ਗੁਰਦੁਆਰਿਆਂ। ਬਾਣੀ ਕਥਾ ਕੀਰਤਨ ਕਵੀ ਦਰਬਾਰਣਾ, ਗੂੰਜਣਾ ਸੀ ਇੱਥੇ ਨਾ ਨਗਾਰਿਆਂ ਜ਼ਕਾਰਿਆਂ। ਅੰਮ੍ਰਿਤ ਨਾ ਲੰਗਰ ਕੜਾਹ ਪ੍ਰਸ਼ਾਦ ਨਾ, ਸੰਗਤਾਂ ਨਾ ਪੰਗਤਾਂ ਜਲੂਸਾਂ ਦੇ ਨਜ਼ਾਰਿਆਂ। ਅੱਜ ਦਾ ਦੀਵਾਨ ਇੱਥੇ ਸੱਜਦਾ ਨਾ, ਗੱਲ ਮੁਕੀ ਅੱਜ ਇੱਥੇ ਹੋਣਾ ਨਹੀਂ ਸੀ ਅਸਾਂ ਤੋਂ ਸਤ ਸਾਰਿਆਂ। ਇਹ ਸਾਰੀਆਂ ਦਾਤਾਂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਸਰਬੰਸ ਕੁਰਬਾਨ ਕਰਕੇ ਦਿੱਤੀਆਂ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਵੱਡੀਆਂ ਭਾਰੀਆਂ ਕੁਰਬਾਨੀਆਂ ਕਰਕੇ ਸਾਨੂੰ ਅੰਮ੍ਰਿਤ ਬਖਸ਼ਿਆ, ਅੰਮ੍ਰਿਤ ਬਾਣੀ ਬਖਸ਼ੀ, ਅੰਮ੍ਰਿਤ ਵੇਲਾ ਬਖਸ਼ਿਆ, ਮਰਿਆਦਾ ਬਖਸ਼ੀ, ਅੰਮ੍ਰਿਤ ਨਾਮ ਬਖਸ਼ਿਆ, ਸਾਨੂੰ ਕਥਾ ਬਖਸ਼ੀ, ਸਾਨੂੰ ਕੀਰਤਨ ਬਖਸ਼ਿਆ, ਸਾਨੂੰ ਸਤ ਸੰਗਤ ਬਖਸ਼ੀ। ਇੰਨੀਆਂ ਬਖਸ਼ਿਸ਼ਾਂ ਕਰਨ ਵਾਸਤੇ ਸਾਨੂੰ ਗਰੀਬਾਂ ਨੂੰ, ਆਪਣੇ ਦਰ ਦੇ ਭਿਖਾਰੀਆਂ ਨੂੰ ਖੈਰ ਪਾਉਣ ਵਾਸਤੇ, ਦਾਨ ਕਰਨ ਵਾਸਤੇ ਸਤਿਗੁਰੂ ਜੀ ਨੂੰ ਸਰਬੰਸ ਕੁਰਬਾਨ ਕਰਨਾ ਪਿਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੱਡੀਆਂ ਭਾਰੀਆਂ ਕੁਰਬਾਨੀਆਂ ਕੀਤੀਆਂ, ਤਾਂ ਅੱਜ ਅਸੀਂ ਗੁਰਬਾਣੀ ਪੜ੍ਹਦੇ ਹਾਂ, ਸੁਣਦੇ ਹਾਂ। ਇਹ ਸਤਿਗੁਰੂ ਜੀ ਦੀਆਂ ਦਾਤਾਂ ਨੇ। ਪਰ ਪਹਿਲਾਂ ਤੇ ਸਿੱਖਾਂ ਨੂੰ, ਆਮ ਜਨ ਸਧਾਰਨ ਨੂੰ, ਆਮ ਸਧਾਰਨ ਲੋਕਾਂ ਨੂੰ ਇਹ ਦਾਤਾਂ ਪ੍ਰਾਪਤ ਨਹੀਂ ਸਨ। ਤੇ ਵਿਚਾਰੇ ਅਨਪੜ੍ਹ ਸਿੱਖ ਨੇ, ਵਿਦਿਆ ਪੜ੍ਹਨੀ ਨਹੀਂ ਆਉਂਦੀ। ਇਸੇ ਪ੍ਰਕਾਰ ਪੜ੍ਹੀ ਹੋਈ ਵਿਦਿਆ ਜੇ ਕੋਈ ਪੜ੍ਹ ਕੇ ਸੁਣਾਉਂਦਾ ਤੇ ਸਮਝ ਨਹੀਂ ਆਉਂਦੀ, ਤੇ ਬੇਨਤੀ ਕਰਦੇ ਸੱਚੇ ਪਾਤਸ਼ਾਹ ਵਿਦਿਆ ਦਾ ਦਾਨ ਆਪ ਜੀ ਨੇ ਕਰਕੇ ਆਪਣੇ ਸਿੱਖ ਪੰਥ ਦੀ ਝੋਲੀ ਪਾਇਆ। ਪਰ ਮਹਾਰਾਜ ਅਸੀਂ ਤੇ ਦੂਰ ਦੇਸ਼ ਤੋਂ ਚੱਲ ਕੇ ਆਏ ਆ, ਅਸੀਂ ਤੇ ਵਿਦਿਆ ਪੜ੍ਹੀ ਨਹੀਂ। ਉੱਥੇ ਨਾ ਸਾਨੂੰ ਕਿਸੇ ਨੇ ਪੜ੍ਹਾਈ ਤੇ ਨਾ ਕਿਸੇ ਨੇ ਪੜ੍ਹਨ ਦਿੱਤੀ ਤੇ ਨਾ ਪੜ੍ਹਨ ਦਾ ਹੱਕ ਦਿੱਤਾ। ਮਹਾਰਾਜ ਦੂਰ ਦੇਸ਼ ਤੋਂ ਚੱਲ ਕੇ ਆਏ ਆ, ਆਪ ਜੀ ਦੇ ਦਰਸ਼ਨਾਂ ਦੀ ਤਾਂਘ ਹੈ, ਹਿਰਦੇ ਦੇ ਅੰਦਰ ਸਿੱਕ ਹੈ, ਖਿੱਚ ਹੈ, ਤਰਫ ਹੈ। ਜਾ ਕਰਕੇ ਐਸੇ ਸਤਿਗੁਰਾਂ ਦੇ ਦੀਦਾਰ ਕਰੀਏ ਜਿਸ ਨੂੰ ਮੈਂ ਕਾਲਫ ਵਰਗੇ ਲਿਖਾਰੀਆਂ ਨੇ ਲਿਖ ਦਿੱਤਾ ਜੀ ਇਹ ਤੇ ਸ਼ੂਦਰਾਂ ਦੇ ਗੁਰੂ ਹੋਏ ਨੇ। ਭਾਵ ਸ਼ੂਦਰ ਨੀਵੀਂ ਜਾਤ ਵਾਲੇ ਲੋਕ ਇੰਨੀ ਵੱਡੀ ਭਾਰੀ ਗਿਣਤੀ ਵਿੱਚ ਗੁਰਚਰਨਾਂ ਦੇ ਨਾਲ ਜੁੜੇ, ਜਿਨ੍ਹਾਂ ਨੂੰ ਅਖੌਤੀ ਬ੍ਰਾਹਮਣ ਸ਼ੂਦਰ ਕਹਿੰਦੇ ਸਨ, ਕਿ ਲਿਖਾਰੀਆਂ ਨੇ ਲਿਖ ਦਿੱਤਾ ਤੇ ਗੁਰੂ ਸ਼ੂਦਰਾਂ ਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਦਾ ਜਸ ਸੁਣ ਕੇ, ਵਡਿਆਈ ਸੁਣ ਕੇ, ਵੱਡੀ ਭਾਰੀ ਆਪ ਜੀ ਦੀ ਮਹਿਮਾ ਸਰਵਣ ਕਰਕੇ ਦਰਸ਼ਨ ਦੀਦਾਰ ਕਰਨ ਵਾਸਤੇ ਆਏ ਆ। ਚਰਨਾਂ ਦੀ ਸ਼ਰਨ ਵਿੱਚ ਰਹਿ ਕਰਕੇ ਗੁਰਬਾਣੀ ਸਿੱਖ ਵੀ ਲਵਾਂਗੇ, ਪੜ੍ਹ ਵੀ ਲਵਾਂਗੇ, ਸਰਵਣ ਵੀ ਕਰਾਂਗੇ। ਪਰ ਸੱਚੇ ਪਾਤਸ਼ਾਹ ਅਜੇ ਤੇ ਮੋਟੀ ਮੱਤ ਹੈ ਨਾ। ਇਹ ਤੇ ਕਲਗੀਧਰ ਸਾਹਿਬ ਜੀ ਨੇ ਕਿਰਪਾਲਤਾ ਕੀਤੀ ਹੈ, ਦਮਦਮਾ ਸਾਹਿਬ ਨੂੰ ਗੁਰੂ ਕੀ ਕਾਂਸੀ ਦਾ ਵਰ ਦਿੱਤਾ ਹੈ ਤੇ ਬਚਨ ਕਰਨਾ ਕੀਤਾ, ਇੱਥੇ ਬੈਲ ਬੁੱਧੀ ਵੀ ਆ ਕੇ ਪੜ੍ਹਨਗੇ ਤੇ ਵਿਦਵਾਨ ਹੋ ਜਾਣਗੇ। ਅੱਜ ਵੀ ਹੁੰਦੇ ਨੇ। ਸਤਿਗੁਰੂ ਜੀ ਦੀ ਦਸਤੇ ਮੁਬਾਰਕ ਤੋਂ ਚਲਾਈ ਹੋਈ ਦਮਦਮੀ ਟਕਸਾਲ ਜੋ ਦਮਦਮਾ ਸਾਹਿਬ ਤੋਂ ਚਲਾਈ, ਬੈਲ ਬੁੱਧੀ ਵੀ ਆ ਕਰਕੇ ਪੜ੍ਹਦੇ ਤੇ ਵਿਦਵਾਨ ਹੋ ਜਾਂਦੇ ਨੇ। ਬੇਨਤੀ ਕੀਤੀ ਸੱਚੇ ਪਾਤਸ਼ਾਹ ਵਿਦਿਆ ਨਹੀਂ ਪੜ੍ਹੇ, ਦਰਸ਼ਨਾਂ ਦੀ ਭਾਵਨਾ ਲੈ ਕਰਕੇ ਆਇਆ ਤੇ ਦੀਦਾਰ ਪ੍ਰਾਪਤ ਕੀਤੇ ਨੇ। ਸੱਚੇ ਪਾਤਸ਼ਾਹ ਆਪ ਜੀ ਦਾ ਪਾਵਨ ਦੀਦਾਰ ਕਰਕੇ, ਦਰਸ਼ਨ ਕਰਕੇ ਹਿਰਦਾ ਸ਼ੀਤਲ ਹੋਇਆ ਹੈ, ਨੇਤਰਾਂ ਨੂੰ ਠੰਡ ਮਿਲੀ ਹੈ। ਸੱਚੇ ਪਾਤਸ਼ਾਹ ਜਿਵੇਂ ਮਾਰੂ ਥਲ ਵਿੱਚ ਕਿਸੇ ਤਰਸਦੇ ਨੂੰ, ਤੜਫਦੇ ਨੂੰ, ਪਿਆਸੇ ਨੂੰ, ਵਿਰਕਦੇ ਨੂੰ ਪਾਣੀ ਮਿਲ ਜਾਵੇ ਨਾ ਤੇ ਹਿਰਦਾ ਠੰਡਾ ਹੋ ਜਾਂਦਾ ਹੈ। ਮਹਾਰਾਜ ਇਵੇਂ ਠੰਡ ਪਈਏ ਕਲੇਜੇ ਨੂੰ ਆਪ ਜੀ ਦਾ ਦਰਸ਼ਨ ਕਰਕੇ। ਕਿਰਪਾਲਤਾ ਕਰੋ ਸੱਚੇ ਪਾਤਸ਼ਾਹ, ਆਪ ਜੀ ਦੇ ਦਰਸ਼ਨਾਂ ਦਾ ਰੂਹਾਨੀਅਤ ਤੌਰ ਤੇ ਕੀ ਲਾਭ ਹੁੰਦਾ ਹੈ, ਕਿਉਂਕਿ ਅਜੇ ਦਰਸ਼ਨ ਹੀ ਕਰ ਸਕਦੇ ਹਾਂ। ਦਰਸ਼ਨਾਂ ਦਾ ਲਾਭ ਕਿਰਪਾਲਤਾ ਕਰਕੇ ਦਰਸਾਵਣਾ ਕਰੋ। ਗੁਰਸਿੱਖਾਂ ਦੀ ਬੇਨਤੀ ਨੂੰ ਸਰਵਣ ਕਰਕੇ ਗੁਰੂ ਗਰੀਬ ਨਿਵਾਜ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਗੌੜੀ ਰਾਗ ਹੈ, ਗੁਆਰੇਰੀ ਇਸ ਦੀ ਜਾਤੀ ਹੈ। ਮਹੱਲਾ ਦਾ ਅਰਥ ਹੈ ਪਾਤਸ਼ਾਹ। ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਪੂਰੇ ਸਤਿਗੁਰਾਂ ਦੇ ਦਰਸ਼ਨਾਂ ਦਾ ਮਹਾਤਮ ਕਥਨ ਕਰਦੇ ਹਨ ਜੀ। ਸਤਿਗੁਰ ਦਰਸ਼ਨ ਅਗਨ ਨਿਵਾਰੇ। ਗੁਰਸਿੱਖੋ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ, ਪ੍ਰੇਮ ਦੇ ਨਾਲ ਪੂਰੇ ਸਤਿਗੁਰੂ ਜੀ ਦਾ ਦਰਸ਼ਨ ਦੀਦਾਰ ਹੀ ਕਰ ਲਈਏ ਨਾ, ਤੇ ਜਿਹੜੀ ਤ੍ਰਿਸ਼ਨਾ ਦੀ ਅੱਗ ਦੇ ਲਟਾਲਟ ਭਾਂਬੜ ਪਏ ਮੱਚਦੇ ਹਿਰਦੇ ਦੇ ਵਿੱਚ, ਸਤਿਗੁਰੂ ਜੀ ਕਿਰਪਾਲਤਾ ਕਰਕੇ ਤ੍ਰਿਸ਼ਨਾ ਦੀ ਅੱਗ ਦੀ ਨਿਵਰਤੀ ਕਰ ਦਿੰਦੇ ਨੇ, ਇਸ ਅੱਗ ਨੂੰ ਬੁਝਾ ਦਿੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਮ ਦੇ ਦਾਤੇ ਜੀ ਹੋਏ, ਕਿਰਪਾਲਤਾ ਕਰਕੇ ਨਾਮ ਬਖਸ਼ਦੇ ਨੇ। ਤ੍ਰਿਸ਼ਨਾ ਬੁਝੈ ਹਰਿ ਕੈ ਨਾਮ, ਮਹਾ ਸੰਤੋਖ ਹੋਵੈ ਗੁਰ ਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਗੁਰਸਿੱਖੋ ਇਹ ਪੂਰੇ ਸਤਿਗੁਰੂ ਜੀ ਦੇ ਦਰਸ਼ਨਾਂ ਦਾ ਮਹਾਤਮ ਹੈ। ਸੋ ਕਹੋ ਟਲ ਗੁਰ ਸੇਵੀਐ,
ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ, ਸ਼ਿੱਦਤ ਦੇ ਨਾਲ ਆ ਕਰਕੇ ਸਤਿਗੁਰੂ ਜੀ ਦਾ ਅੰਮ੍ਰਿਤ ਦੀਦਾਰ ਹੀ ਪ੍ਰਾਪਤ ਕਰ ਲਈਏ ਨਾ, ਤੇ ਜੰਮਣ ਮਰਨ ਦੇ ਗੇੜੇ ਟੁੱਟ ਜਾਂਦੇ ਨੇ, ਲੇਖੇ ਛੁੱਟ ਜਾਂਦੇ ਨੇ। ਜੰਮਾਂ ਦੀ ਫਾਹੀ ਵਿੱਚ ਨਹੀਂ ਪਈਦਾ, ਜੰਮਣ ਮਰਨ ਮੁੱਕ ਜਾਂਦਾ ਹੈ। ਇੱਕ ਦੁਖ ਰਾਮ ਰਾਏ ਕੱਟ ਹਮੇਰਾ, ਅਗਨ ਦਹੈ ਅਰ ਖਰਬ ਬਸੇਰਾ। ਮਾਤਾ ਦੇ ਗਰਭ ਵਿੱਚ ਮੁੜ ਮੁੜ ਵਾਸਾ ਨਹੀਂ ਹੁੰਦਾ ਤੇ ਚਿਖਾ ਤੇ ਪੈ ਕੇ ਬਾਰ-ਬਾਰ ਸੜਨਾ ਨਹੀਂ ਪੈਂਦਾ। ਸਤਿਗੁਰੂ ਜੀ ਕਿਰਪਾਲਤਾ ਕਰਕੇ ਅਗਨੀ ਨਿਵਾਰੀ, ਬਾਰ-ਬਾਰ ਚਿਖਾ ਤੇ ਸੜਨਾ ਵੀ ਨਿਵਾਰ ਦਿੰਦੇ ਨੇ ਤੇ ਮਾਤਾ ਦੇ ਗਰਭ ਦੀ ਅਗਨੀ ਦਾ ਦੁੱਖ ਵੀ ਨਿਵਾਰ ਦਿੰਦੇ ਨੇ। ਮਾਤ ਗਰਭ ਦੁੱਖ ਸਾਗਰੋ ਪਿਆਰੇ, ਤਹਿ ਆਪਣਾ ਨਾਮ ਜਪਾਇਆ। ਜੋ ਮਾਤਾ ਦੇ ਗਰਭ ਦੀ ਅਗਨੀ ਹੈ, ਜਠਰ ਅਗਨੀ ਮਾਤਾ ਦੇ ਪੇਟ ਦੀ, ਉੱਥੇ ਰਹਿਣਾ ਅਤਿਅੰਤ ਦੁਸ਼ਤਰ ਹੈ, ਬੜਾ ਕਠਨ ਹੈ, ਬੜਾ ਔਖਾ ਹੈ। ਬੱਚੇ ਦੇ ਜਨਮ ਵੇਲੇ ਵੀ ਉਸਦਾ ਸਰੀਰ ਦੇਖੋ, ਪਰਮਾਤਮਾ ਜੀ ਨੇ ਰਚਨਾ ਐਸੀ ਲੌਕਿਕ ਬਣਾ ਦਿੱਤੀ। ਮਾਤਾ ਦੇ ਪੇਟ ਵਿੱਚ ਛੋਟੇ ਜਿਹੇ ਸਥਾਨ ਤੇ ਨਾ ਬਾਹਾਂ ਸਿੱਧੀਆਂ ਹੋ ਸਕਦੀਆਂ, ਨਾ ਲੱਤਾਂ ਸਿੱਧੀਆਂ ਹੋ ਸਕਦੀਆਂ, ਨਾ ਕਰਵਟ ਲਈ ਜਾ ਸਕਦੀ ਹੈ। ਤੇ ਮਾਤਾ ਦਾ ਮਲ ਮੂਤਰ ਬੱਚੇ ਦੇ ਮੁਖ ਦੇ ਕੋਲੋਂ ਦੀ ਲੰਘ ਕੇ ਸਰੀਰ ਚੋਂ ਬਾਹਰ ਆਉਂਦਾ ਹੈ। ਐਸੇ ਦੁਸਤਰ ਥਾਂ ਤੇ ਵੀ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾਲਤਾ ਕਰਕੇ ਆਪਣਾ ਨਾਮ ਦੇ ਕਰਕੇ ਬਚਾਉਂਦੇ ਨੇ। ਤੇ ਪਿਆਰਿਓ, ਜਿਹੜਾ ਦੁੱਖ ਭੋਗ ਕਰਕੇ ਕੱਟ ਕਰਕੇ ਮਾਤਾ ਦੀ ਗਰਭ ਅਗਨੀ ਵਿੱਚ ਸੰਸਾਰ ਵਿੱਚ ਆਏ ਹੋ ਨਾ, ਭਾਵਨਾ ਦੇ ਨਾਲ ਜੇਕਰ ਦਰਸ਼ਨ ਹੀ ਸਤਿਗੁਰੂ ਜੀ ਦੇ ਕਰ ਲਵੋ ਤੇ ਅਗਨ ਨਿਵਾਰੀ ਸਤਿਗੁਰੂ ਜੀ ਕਿਰਪਾਲਤਾ ਕਰਕੇ ਮਾਤਾ ਦੀ ਗਰਭ ਅਗਨੀ ਦਾ ਦੁੱਖ ਨਿਵਾਰ ਦਿੰਦੇ ਨੇ। ਭਾਵ ਮੁੜ ਮੁੜ ਕੇ ਗਰਭ ਅਗਨੀ ਵਿੱਚ ਨਹੀਂ ਆਉਣਾ ਪੈਂਦਾ, ਜੂਨਾਂ ਦੇ ਵਿੱਚ ਨਹੀਂ ਆਉਣਾ ਪੈਂਦਾ ਹੈ। ਇਹ ਸਤਿਗੁਰੂ ਜੀ ਦੇ ਦਰਸ਼ਨਾਂ ਦਾ ਤੇਜ ਪ੍ਰਤਾਪ ਹੈ। ਅੱਜ ਆਪਣੇ ਆਪ ਨੂੰ ਬਹੁਤੇ ਜਾਗਰੂਕ ਅਖਵਾਉਣ ਵਾਲੇ, ਵਿਤੰਡਾਵਾਦ ਕਰਨ ਵਾਲੇ, ਸਦਾ ਪਾਣੀ ਚ ਮਧਾਣੀ ਪਾ ਕੇ ਰੱਖਣ ਵਾਲੇ, ਪਾਣੀ ਰਿੜਕਣਾ, ਸਦਾ ਟੁਚਰਾ ਹੀ ਕਰਨੀ ਹੈ, ਗੁਰੂ ਕੀ ਗੋਦ ਵਿੱਚ ਬਹਿ ਕਰਕੇ ਵੀ ਨਿੰਦਿਆ ਕਰੀ ਜਾਂਦੇ ਨੇ। ਇੱਕ ਪੰਕਤੀ ਦਾ ਸਹਾਰਾ ਲੈਂਦੇ ਨੇ, ਡਿਠੈ ਮੁਕਤ ਨਾ ਹੋ ਗਈ ਜਿਚਰ ਸ਼ਬਦ ਨਾ ਕਰੇ ਵਿਚਾਰ। ਕਿ ਸਤਿਗੁਰੂ ਜੀ ਦਾ ਦੀਦਾਰ ਕਰਨੇ ਦੇ ਨਾਲ ਮੁਕਤ ਨਹੀਂ ਹੋਈਦਾ ਜਦੋਂ ਤੱਕ ਗੁਰ ਸ਼ਬਦ ਦੀ ਵਿਚਾਰ ਨਾ ਕਰੀਏ। ਤੇ ਵਾਕਈ ਫਿਰ ਉਹ ਜਿਹੜੇ ਤਰਕਵਾਦੀ ਨਾ, ਉਹਨਾਂ ਨੂੰ ਸਤਿਗੁਰੂ ਜੀ ਦੇ ਦਰਸ਼ਨਾਂ ਦਾ ਮਹਾਤਮ ਪ੍ਰਾਪਤ ਹੁੰਦਾ ਨਹੀਂ, ਕਿਉਂਕਿ ਮਨ ਵਿੱਚ ਭਾਵਨਾ ਆਈ ਨਹੀਂ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਜੇ ਤੇ ਭਾਵਨਾ ਦੇ ਨਾਲ ਦੀਦਾਰ ਕੀਤੇ, ਦਰਸ਼ਨ ਕੀਤੇ ਤੇ ਜੰਮਣ ਮਰਨ ਕੱਟਿਆ ਜਾਵੇਗਾ। ਜੇ ਬੈਠ ਕੇ ਗੁਰੂ ਕੀ ਗੋਦ ਚ ਤਰਕਾਂ ਹੀ ਕਰਨੀਆਂ, ਕੇਵਲ ਤਾਂ ਕੇਵਲ ਖੁਸ਼ਕ ਗਿਆਨ, ਪ੍ਰੇਮ ਵਿਹੂਣਾ ਗਿਆਨ, ਸਤਿਗੁਰੂ ਜੀ ਦੇ ਗੁਰਮਤਿ ਗਿਆਨ ਤੋਂ ਅਣਭਿੱਜ ਗਿਆਨ, ਐਸਾ ਗਿਆਨ ਜਿਸ ਨੂੰ ਕੇਵਲ ਤਾਂ ਕੇਵਲ ਚੁੰਚ ਗਿਆਨ ਹੀ ਕਿਹਾ ਜਾ ਸਕਦਾ ਹੈ। ਟੁਚਰਾ ਕਰੀ ਜਾਣੀਆਂ ਤੇ ਮੂੰਹੋਂ ਵਾਹਿਗੁਰੂ ਦਾ ਨਾਮ ਪੜ੍ਹ ਕੇ ਸੁਣਾਈ ਜਾਣਾ ਤੇ ਰੋਕੀ ਵੀ ਜਾਣਾ, ਜਪਿਓ ਨਾ ਜੀ ਤੋਤਾ ਰਟਨ। ਤੇ ਫਿਰ ਬੈਠੇ ਕਾਹਦੇ ਲਈ, ਕੀ ਦੱਸਣ ਬੈਠੇ ਹੋ ਇੱਥੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਕਰਦੇ ਨੇ, ਨਾਮ ਕਦੇ ਸਿੱਖਾ ਤੈਨੂੰ ਵਿਸਰੀ ਨਾ, ਕਦੇ ਤੇਰਾ ਇੱਕ ਸਾਹ ਵੀ ਨਾਮ ਤੋਂ ਬਿਨਾਂ ਬਿਰਥਾ ਨਾ ਜਾਵੇ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਤੇ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਤੇ ਫਿਰ ਐਸੇ ਢੁੱਚਰਬਾਜ਼ ਹੀ ਮੁਕਤ ਨਹੀਂ ਹੋਣੇ, ਕਿਉਂਕਿ ਗੁਰੂ ਕੇ ਸ਼ਬਦ ਦੀ ਵਿਚਾਰ ਨਹੀਂ ਨਾ ਕੀਤੀ। ਉਠਤ ਬੈਠਤ ਸੋਹਬਤ ਜਾਗਤ ਹਰ ਧਿਆਈਐ, ਸਗਲ ਅਵਰਦਾ ਜੀਓ। ਅਵਰਦਾ ਤੋਂ ਭਾਵ ਹੈ ਉਮਰ। ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਸਾਰੀ ਉਮਰ ਸਤਿਗੁਰੂ ਜੀ ਦਾ ਨਾਮ ਧਿਆਉਂਦੇ ਹੀ ਰਹੀਏ। ਤੇ ਗੋਦ 'ਚ ਬਹਿ ਕੇ ਧਿਆਉਣ ਤੋਂ ਰੋਕ ਦਿੰਦੇ ਨੇ। ਭਾਵ ਕੀ ਹੋਇਆ, ਸ਼ਬਦ ਦੀ ਵਿਚਾਰ ਪ੍ਰਾਪਤ ਨਹੀਂ, ਟੁਚਰਾ ਹੀ ਪ੍ਰਾਪਤ ਨਹੀਂ। ਫਿਰ ਸਭ ਤੋਂ ਪਹਿਲਾਂ ਤੇ ਉਹਨਾਂ ਹੀ ਮੁਕਤ ਨਹੀਂ ਹੋਣਾ। ਦਰਸ਼ਨ ਭਾਵੇਂ ਆ ਕੇ ਕਰ ਲੈ, ਪਰ ਕਿੰਤੂ ਦੇ ਨਾਲ, ਕਿਉਂ ਦੇ ਨਾਲ। ਮਨ ਦੇ ਵਿੱਚੋਂ ਹਉਮੈ ਤਿਆਗੀ ਨਹੀਂ, ਮੈਂ ਹੀ ਵੱਡਾ, ਜੋ ਮੈਂ ਉਪਦੇਸ਼ ਕਰਦਾ ਉਹ ਸੱਚ ਹੈ। ਸਤਿਗੁਰੂ ਜੀ ਦੇ ਅੰਮ੍ਰਿਤ ਪ੍ਰਵਚਨਾਂ ਦੀ ਵੀ ਵਿਚਾਰ ਨਾ ਕੀਤੀ, ਉਹ ਤੇ ਲਾਂਭੇ ਰੱਖ ਦਿੱਤੇ ਤੇ ਆ ਕੇ ਆਪਣੀਆਂ ਵਿਚਾਰਾਂ, ਆਪਣੀਆਂ ਢੁੱਚਰਾਂ ਦੱਸਣੀਆਂ ਸ਼ੁਰੂ ਕਰ ਦਿੱਤੀਆਂ। ਫਿਰ ਐਸੇ ਮੁਕਤ ਨਹੀਂ ਹੁੰਦੇ। ਇਸੇ ਪ੍ਰਕਾਰ ਸਾਧ ਸੰਗਤ ਜੀ, ਸਤਿਗੁਰੂ ਜੀ ਦੇ ਦਰਸ਼ਨ ਤੇ ਵਜੀਦ ਖਾਨ ਨੇ ਵੀ ਕੀਤੇ, ਭੀਮ ਚੰਦ ਵਰਗਿਆਂ ਨੇ ਵੀ ਕੀਤੇ, ਪਰ ਉਹਨਾਂ ਨੇ ਭਾਵਨਾ ਦੇ ਨਾਲ ਨਹੀਂ ਕੀਤੇ, ਵੈਰ ਭਾਵਨਾ, ਦ્વੈਤ ਭਾਵਨਾ ਦੇ ਨਾਲ ਕੀਤੇ। ਐਸੇ ਮੁਕਤ ਨਹੀਂ ਹੁੰਦੇ। ਅੱਜ ਵੀ ਜਿਹੜੇ ਆ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਤਰਕਾਂ ਕਰਦੇ ਨੇ ਜੀ, ਇਹ ਤੇ ਕੇਵਲ ਤਾਂ ਕੇਵਲ ਇੱਕ ਜ਼ਰੀਆ ਹੈ ਗਿਆਨ ਪ੍ਰਾਪਤ ਕਰਨੇ ਦਾ, ਫਿਰ ਐਸੇ ਮੁਕਤ ਨਹੀਂ ਹੁੰਦੇ। ਜਿਹੜੇ ਭਾਵਨਾ ਵਾਲੇ ਨੇ, ਪ੍ਰੇਮ ਵਾਲੇ ਨੇ, ਸ਼ਰਧਾ ਵਾਲੇ ਨੇ, ਵੈਰਾਗ ਵਾਲੇ ਨੇ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਤਾਂਘ ਹੈ ਸਤਿਗੁਰਾਂ ਦੇ ਦੀਦਾਰਿਆਂ ਦੀ, ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਦੀਦਾਰ ਹੀ ਤਿੰਨਾਂ ਦੇ ਹਿਰਦੇ ਨੂੰ ਸੀਤਲ ਕਰਦਾ ਹੈ। ਉਹ ਕਿਸੇ ਹੋਰ ਦੁਆਰੇ ਤੇ ਚਲੇ ਜਾਣ, ਹਿਰਦੇ ਨੂੰ ਠੰਡ ਨਹੀਂ ਪੈਂਦੀ। 33 ਕਰੋੜ ਦੇਵਤੇ, 9 ਕਰੋੜ ਦੇਵਤੀਆਂ ਦੇਵੀਆਂ, 1.25 ਲੱਖ ਪੈਗੰਬਰ, ਬੜੇ ਦੁਆਰੇ ਨੇ ਦੁਨੀਆ ਤੇ, ਪਰ ਆ ਕੇ ਬੇਨਤੀ ਕਰਦੇ ਨੇ ਨਿੱਤਾ ਪ੍ਰਤੀ ਨਿਤਨੇਮ ਦੇ ਵਿੱਚ ਵੀ ਅਰਦਾਸ, ਸੱਚੇ ਪਾਤਸ਼ਾਹ ਉਹਨਾਂ ਦੁਆਰਿਆਂ ਤੇ ਜਾ ਕੇ ਠੰਡ ਨਹੀਂ ਪੈਂਦੀ, ਸਾਰੇ ਦੁਆਰੇ ਛੱਡ ਦਿੱਤੇ ਨੇ, ਕਿਉਂਕਿ ਸ਼ਾਂਤੀ ਤੁਹਾਡੇ ਦਰ ਤੇ ਹੈ। ਸਗਲ ਦੁਆਰ ਕਉ ਛੱਡ ਕੇ
ਗਹਿਓ ਤੁਹਾਰੋ ਦੁਆਰ, ਬਾਹੀ ਗਹੇ ਕੀ ਲਾਜ ਆਸ, ਗੋਬਿੰਦ ਦਾਸ ਤੁਹਾਰ। ਮਹਾਰਾਜ ਦਾਸ ਬਣ ਕਰਕੇ ਆਪ ਜੀ ਦੇ ਦਰ ਤੇ ਟਹਿ ਪਏ ਆ, ਕਿਰਪਾਲਤਾ ਕਰਕੇ ਬਾਹ ਫੜੇ ਦੀ ਲਾਜ ਰੱਖ ਲਓ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਹਜ਼ੂਰ ਫਰਮਾਉਂਦੇ ਨੇ, ਪਿਆਰਿਓ ਜਿਹੜੇ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ, ਪ੍ਰੇਮ ਦੇ ਨਾਲ, ਸਿਦਕ ਦਿਲੀ ਦੇ ਨਾਲ ਆ ਕੇ ਸਤਿਗੁਰੂ ਜੀ ਦਾ ਦੀਦਾਰ ਕਰਦੇ ਨੇ ਨਾ, ਸਤਿਗੁਰੂ ਜੀ ਕਿਰਪਾਲਤਾ ਕਰਕੇ ਸਤਿਗੁਰ ਦਰਸ਼ਨ ਅਗਨ ਨਿਵਾਰੀ, ਗਰਭ ਅਗਨੀ ਦੀ ਨਿਵਰਤੀ ਕਰ ਦਿੰਦੇ ਨੇ, ਚਿਖਾ ਦੀ ਅਗਨੀ ਦੀ ਨਿਵਰਤੀ ਕਰ ਦਿੰਦੇ ਨੇ। ਹਿਰਦੇ ਦੇ ਵਿੱਚੋਂ ਤ੍ਰਿਸ਼ਨਾ ਦੇ ਲਟਾਲਟ ਮਚਦੇ ਪਏ ਅੱਗ ਦੇ ਭਾਂਪੜ ਦੇ ਉਸ ਨੂੰ ਬੁਝਾ ਹੀ ਦਿੰਦੇ ਨੇ। ਗੁਰ ਸੀਤਲ ਨਾਮ ਦਿਓ, ਠੰਡਾ ਨਾਮ ਜੂ ਦੇ ਦਿੱਤਾ। ਇਸੇ ਪ੍ਰਕਾਰ ਹਜ਼ੂਰ ਪਾਤਸ਼ਾਹ ਫਰਮਾਉਂਦੇ ਨੇ, ਹਿਰਦੇ ਦੇ ਅੰਦਰ ਕਾਮ ਦੀ ਅੱਗ ਬੜੀ ਪ੍ਰਬਲ ਹੈ। ਜਦੋਂ ਜੀਵ ਕਾਮ ਦੇ ਅਧੀਨ ਹੁੰਦਾ ਨਾ ਤਾਂ ਸਰੀਰ ਦਾ ਟੈਂਪਰੇਚਰ ਵੱਧ ਜਾਂਦਾ, ਕਿਉਂਕਿ ਕਾਮ ਗਰਮ ਬੜਾ ਹੈ। ਤਾਂ ਹੀ ਕਹਿ ਜਾਂਦੇ ਤੈਨੂੰ ਬੜੀ ਅੱਗ ਲੱਗੀ ਹੈ, ਬੜੀ ਗਰਮੀ ਹੈ, ਕਿਉਂਕਿ ਕਾਮ ਗਰਮ ਹੁੰਦਾ ਹੈ, ਸਰੀਰ ਦਾ ਤਾਪਮਾਨ ਹੀ ਵਧਾ ਦਿੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾਲਤਾ ਕਰਦੇ ਨੇ, ਹਿਰਦਾ ਆਓ ਸੱਜਣ ਤੂੰ ਮੁਖ ਲੱਗ, ਮੇਰਾ ਤਨ ਮਨ ਠੰਡਾ ਹੋਏ। ਪਾਵਨ ਦੀਦਾਰ ਬਖਸ਼ ਕਰਕੇ ਤਨ ਵੀ ਠੰਡਾ ਸੀਤਲ ਕਰ ਦਿੰਦੇ ਨੇ ਤੇ ਮਨ ਵੀ ਠੰਡਾ ਸ਼ਾਂਤੀ ਪੂਰਵਕ ਕਰ ਦਿੰਦੇ ਨੇ, ਹਿਰਦੇ ਨੂੰ ਸ਼ਾਂਤੀ ਬਖਸ਼ ਦਿੰਦੇ ਨੇ। ਸਤਿਗੁਰ ਦਰਸ਼ਨ ਅਗਨ ਨਿਵਾਰੀ, ਕਿਰਪਾਲਤਾ ਕਰਕੇ ਕਾਮ ਦੀ ਅੱਗ ਦੀ ਵੀ ਨਿਵਰਤੀ ਕਰ ਦਿੰਦੇ ਨੇ ਸਰੀਰ ਦੇ ਵਿੱਚੋਂ। ਜਿਹੜਾ ਕਾਮ ਸੰਸਾਰ ਦੇ ਲੋਕਾਂ ਨੂੰ ਆਪਣੀ ਕਾਮ ਅਗਨੀ, ਵਿਕਾਰ ਅਗਨੀ ਦੇ ਨਾਲ ਜਲਾਉਂਦਾ ਹੈ, ਗੁਰਮੁਖਾਂ ਦਾ ਫਿਰ ਸੇਵਾਦਾਰ ਬਣ ਜਾਂਦਾ, ਤਾਬਿਆਦਾਰ ਬਣ ਜਾਂਦਾ ਹੈ। ਐਸੀ ਸਤਿਗੁਰੂ ਜੀ ਕਿਰਪਾਲਤਾ ਕਰ ਦਿੰਦੇ ਨੇ। ਸਤਿਗੁਰ ਦਰਸ਼ਨ ਅਗਨ ਨਿਵਾਰੀ, ਸਤਿਗੁਰੂ ਜੀ ਕਿਰਪਾਲਤਾ ਕਰਦੇ ਨੇ ਤੇ ਗੁਰਸਿੱਖ ਦੇ ਉੱਪਰ ਮੁਸੀਬਤ ਪੈ ਜਾਵੇ, ਭੀੜਾ ਪਈ ਹੋਵੇ, ਵਿਪਤਾ ਪਈ ਹੋਵੇ ਤੇ ਅੱਗ ਦੇ ਭਾਂਬੜ ਚੋਂ ਵੀ ਬਲਦੀ ਹੋਈ ਅੱਗ ਚੋਂ ਰੱਖ ਲੈਂਦੇ ਨੇ। ਪੰਜਾਬੀ ਦੀ ਕਹਾਵਤ ਹੈ, ਜਿਸ ਨੂੰ ਪ੍ਰਮਾਤਮਾ ਨੇ ਰੱਖਣਾ ਹੁੰਦਾ ਨਾ, ਬਲਦੀ ਅੱਗ ਚੋਂ ਵੀ ਰੱਖ ਲੈਂਦੇ ਨੇ। ਇਹ ਗੱਲ ਕੇਵਲ ਤਾਂ ਕੇਵਲ ਕਹਿਣ ਮਾਤਰ ਨਹੀਂ। ਮੇਲਾ ਸੁਣ ਸ਼ਿਵ ਰਾਤ ਦਾ, ਬਾਬਾ ਅਚਲ ਵਟਾਲੇ ਆਈ, ਦਰਸ਼ਨ ਵੇਖਣ ਕਾਰਣੇ ਸਗਲੀ ਉਲਟ ਪਈ ਲੋਕਾਈ। ਸਾਰੇ ਸਿੱਧ ਪਰਬਤਾਂ ਤੋਂ ਉਤਰ ਆਏ ਨੇ, ਸੁਮੇਰ ਪਰਬਤ ਤੋਂ ਉਤਰ ਆਏ ਨੇ। ਇਸੇ ਪ੍ਰਕਾਰ ਉੱਤਰਾਖੰਡ ਦੇ, ਯੂਪੀ ਦੇ, ਜਿੱਥੇ ਜਿੱਥੇ ਉਹਨਾਂ ਦੇ ਮੁਕਾਮ ਸੀ, ਸਾਰੇ ਸਿੱਧ ਇਕੱਠੇ ਹੋ ਕਰਕੇ ਤੇ ਅਚਲ ਸਾਹਿਬ ਪੰਜਾਬ ਦੀ ਧਰਤੀ ਤੇ ਬਟਾਲੇ ਸ਼ਹਿਰ ਦੇ ਕੋਲ ਜਾ ਪੁੱਜੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਾਣਿਆ ਸ਼ਿਵਰਾਤਰੀ ਦਾ ਮੇਲਾ ਹੈ, ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਆਈਆਂ ਹੋਣਗੀਆਂ, ਬਹੁਤ ਸਿੱਧ ਵੀ ਆਏ ਹੋਣਗੇ। ਉੱਥੇ ਚੱਲਣਾ ਕਰੀਏ, ਸਾਰਿਆਂ ਨੂੰ ਇੱਕੇ ਵਾਰੀ ਉਪਦੇਸ਼ ਦੇ ਦੇਵਾਂਗੇ। ਉਹਦਾ ਕੱਲੇ ਕੱਲੇ ਨੂੰ ਲੱਭਣਾ ਪੈਂਦਾ ਤਾਰਨ ਵਾਸਤੇ, ਉਹ ਤੇ ਸਾਰੇ ਹੀ ਆਏ, ਇਕੱਠੇ ਹੀ ਵੇੜੇ ਭਰ ਭਰ ਕੇ ਤਾਰ ਦਈਏ। ਮਹਾਰਾਜ ਸਾਹਿਬ ਜੀ ਆ ਪੁੱਜੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਆਏ ਨੇ ਤੇ ਦਰਸ਼ਨ ਵੇਖਣ ਕਾਰਣੇ ਸਗਲੀ ਉਲਟ ਪਈ ਲੋਕਾਈ। ਸਾਰੀ ਲੋਕਾਈ ਨੇ ਜਦੋਂ ਸੁਣਿਆ ਮਾਤਾ ਤ੍ਰਿਪਤਾ ਜੀ ਦਾ ਨੂਰੇ ਨਜ਼ਰ, ਅੱਖੀਆਂ ਦਾ ਤਾਰਾ, ਬਾਬਾ ਕਲਿਆਣ ਚੰਦ ਜੀ ਦੇ ਹਿਰਦੇ ਦਾ ਟੁਕੜਾ, ਜਗਤ ਗੁਰੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਨਿਰੰਕਾਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਏ ਨੇ ਤੇ ਹੜ ਦੇ ਪਾਣੀ ਵਾਂਗੂ ਸਾਰੀ ਜਿਹੜੀ ਦੁਨੀਆ ਦਾ ਝੁਕਾਅ ਸੀ ਸਤਿਗੁਰੂ ਜੀ ਦੇ ਚਰਨਾਂ ਵੱਲ ਨੂੰ ਹੋ ਗਿਆ। ਸਿੱਧ ਜਿਹੜੇ ਸਨ ਈਰਖਾ ਦੇ ਨਾਲ ਬੜ ਉੱਠੇ ਨੇ, ਹਿਰਦੇ ਮੱਚ ਉੱਠੇ ਨੇ। ਸਾਰਾ ਮੇਲਾ ਤੇ ਇਹਨਾਂ ਵੱਲ ਚਲਿਆ ਗਿਆ, ਸਾਨੂੰ ਮੱਥੇ ਕਿੰਨੇ ਟੇਕਣੇ ਨੇ, ਅਸੀਂ ਮਾਇਆ ਕਿੱਥੋਂ ਲੈਣੀ ਏ। ਸ਼ਕਤੀਆਂ ਵਿਖਾ ਕਰਕੇ ਤੇ ਇਸ ਵੇਲੇ ਲੋਕਾਂ ਨੂੰ ਭਰਮਾਉਣ ਦਾ ਯਤਨ ਕੀਤਾ। ਵੱਡਾ ਪ੍ਰਸੰਗ ਸੂਖਸ਼ਮ ਸ਼ਬਦਾਂ 'ਚ ਬੇਨਤੀ ਕਰਾਂ। ਸ਼ਕਤੀਆਂ ਵਿਖਾਈਆਂ, ਹਨੇਰੀ ਲਿਆਂਦੀ, ਮੀਂਹ ਪਾਇਆ, ਅੱਗ ਦਾ ਮੀਂਹ ਵਰਾਇਆ, ਝੱਖੜ ਲਿਆਂਦੇ, ਦਰਖਤ ਪੁੱਟ-ਪੁੱਟ ਕੇ ਸੁੱਟ ਦਿੱਤੇ, ਗੜੇ ਵਰਾਏ। ਕਿਸੇ ਨੇ ਸ਼ੇਰ ਦਾ ਰੂਪ ਧਾਰਿਆ, ਕਿਸੇ ਨੇ ਅਜਗਰ ਦਾ ਰੂਪ ਧਾਰਿਆ, ਕਿਸੇ ਨੇ ਬਾਘ ਦਾ ਰੂਪ ਧਾਰਿਆ। ਸੰਗਤਾਂ ਨੂੰ ਡਰਾਉਣ ਲੱਗੇ ਤੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਭਾਈ ਅਜਿੱਤਾ ਜੀ ਨੂੰ ਸੋਟੀ ਫੜਾਈ। ਅਜਿੱਤਿਆ ਸਾਰੀਆਂ ਸੰਗਤਾਂ ਦੇ ਚਾਰ ਚਫੇਰੇ ਲੀਕ ਮਾਰਦੇ। ਸੋਟੀ ਪਕੜੀ ਹੈ, ਕਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨੇ ਤੇ ਭਾਈ ਅਜਿੱਤਾ ਜੀ ਨੇ ਸੋਟੀ ਲੈ ਕਰਕੇ ਗੋਲ ਘਟਾਰਾ ਵਾਹ ਦਿੱਤਾ ਸਾਰਿਆਂ ਦੇ ਚਾਰ ਚਫੇਰੇ। ਹੁਣ ਸਿੱਧ ਜਿਹੜੇ ਸ਼ੇਰ ਬਣੇ ਨੇ, ਬਾਘ ਬਣੇ ਨੇ, ਨਾਗ ਬਣੇ ਨੇ, ਅਜਗਰ ਬਣੇ ਨੇ, ਬੜਾ ਜ਼ੋਰ ਲਾਉਂਦੇ ਅੰਦਰ ਆਉਣ ਦਾ, ਪਰ ਲਕੀਰ ਪਾਰ ਨਹੀਂ ਹੁੰਦੀ। ਚੌਗਿਰਦ ਹਮਾਰਾ ਰਾਮਕਾਰ, ਦੁੱਖ ਲੱਗਿਆ ਨਾ ਭਾਈ, ਇਹ ਸਤਿਗੁਰੂ ਜੀ ਦੀ ਕਾਰ ਲੰਘੀ ਨਹੀਂ ਜਾਂਦੀ। ਜ਼ੋਰ ਲਾ ਕੇ ਥੱਕ ਗਏ, ਹਾਰ ਗਏ। ਦਰਖਤਾਂ ਤੇ ਬੈਠੇ ਪੰਛੀ ਮਰ ਗਏ, ਆਲਣਿਆਂ ਵਾਲੇ ਪੰਛੀ ਮਰ ਗਏ, ਪੁੱਟ-ਪੁੱਟ ਕੇ ਦਰਖਤ ਸੁੱਟ ਦਿੱਤੇ, ਬੜੀ ਤਬਾਹੀ ਮਚਾਈ। ਭੰਗਰਨਾਥ ਵਰਗੇ ਆਕਾਸ਼ ਉੱਡ ਕੇ ਚਲੇ ਗਏ, ਤਾਰਿਆਂ ਦੇ ਟੁਕੜੇ ਟੁਕੜੇ ਕਰਨੇ ਸ਼ੁਰੂ ਕਰ ਦਿੱਤੇ। ਤਾਰੇ ਤੋੜੇ ਭੰਗਰਨਾਥ, ਸ਼ਕਤੀਆਂ ਬੜੀਆਂ ਸਨ ਨਾ। ਮ੍ਰਿਗਸ਼ਾਲਾ ਤੇ ਕੋਈ ਬੈਠਾ ਆਕਾਸ਼ ਵਿੱਚ ਉੱਡੀ ਜਾਂਦਾ ਹੈ, ਬੜੇ ਕਰਤੱਵ ਵਿਖਾਏ। ਸਤਿਗੁਰੂ ਸਾਹਿਬ ਜੀ ਨੇ ਦੇਖਿਆ ਹੰਕਾਰੀ ਹਟਦੇ ਨਹੀਂ, ਬਸ ਨਜ਼ਰ ਮਾਰੀ ਤੇ ਸਾਰਿਆਂ ਦੀ ਸ਼ਕਤੀ ਖੋਹ ਲਈ, ਖਾਲੀ ਕਰਕੇ ਰੱਖਦੇ। ਜਿਵੇਂ ਗੰਨੇ ਦੇ ਵਿੱਚੋਂ ਰਸ ਕੱਢ ਲਈਦਾ ਤੇ ਚੂਰਾ ਬਾਕੀ ਬਚਦਾ ਨਾ, ਸਿੱਧ ਨਾਮ ਦੇ ਬੱਚੇ ਸ਼ਕਤੀਆਂ ਖਿੱਚਦੀਆਂ ਸਾਰੀਆਂ।
ਸਤਿਗੁਰੂ ਜੀ ਦੇ ਸਿੱਖ ਭਾਈ ਅਚਿੱਤਾ ਜੀ ਰੇਤ ਦੇ ਸਿੱਧ ਨਾਵੈ ਕੀ ਦਾਸੀ ਨਾਮ ਰਸੀਏ ਨੇ, ਰਿੱਧੀਆਂ ਸਿੱਧੀਆਂ ਚਰਨਾਂ ਦੀਆਂ ਦਾਸੀਆਂ ਨੇ। ਜਿਹੜਾ ਅਚਲ ਸਾਹਿਬ ਸਰੋਵਰ ਹੈ ਨਾ, ਹਨੇਰੀ ਦੇ ਨਾਲ ਜਿਹੜੇ ਪੰਛੀ ਮਰੇ ਪਏ ਸਰੋਵਰ ਵਿੱਚ ਤਰਦੇ ਸੀ, ਇਹਨਾਂ ਪਾਣੀ ਤੇ ਚਾਦਰ ਵਿਛਾਈ ਤੇ ਚਾਦਰ ਇਵੇਂ ਤੈਰਦੀ ਜਿਵੇਂ ਬੇੜੀ ਹੁੰਦੀ ਹੈ। ਭਾਈ ਅਚਿੱਤਾ ਜੀ ਉੱਪਰ ਚੌਂਕੜਾ ਮਾਰ ਕੇ ਬੈਠੇ ਨੇ, ਖੱਬਿਓ ਤੇ ਸੱਜਿਓ ਦੋਵਾਂ ਹੱਥਾਂ ਦੇ ਨਾਲ ਮਰੇ ਹੋਏ ਪੰਛੀ ਫੜ ਕਰਕੇ ਤਾਂ ਨੂੰ ਆਕਾਸ਼ ਵੱਲ ਨੂੰ ਸੁੱਟਦੇ ਨੇ ਤੇ ਜਿਉਂਦੇ ਹੋ ਕੇ ਉੱਡ ਜਾਂਦੇ ਨੇ। ਮਹਾਰਾਜ ਸਾਹਿਬ ਜੀ ਨੇ ਪੁੱਛਿਆ, ਇਹ ਕੌਣ ਸ਼ਕਤੀਆਂ ਵਿਖਾ ਰਿਹਾ ਹੈ? ਸਿੱਧ ਕਹਿੰਦੇ, ਮਹਾਰਾਜ ਅਸੀਂ ਤਾਂ ਖਾਲੀ ਹੋ ਗਏ, ਸਾਡੇ ਵਿੱਚ ਤਾਂ ਸ਼ਕਤੀ ਹੈ ਕੋਈ ਨਹੀਂ, ਤੁਹਾਡਾ ਹੀ ਸਿੱਖ ਹੈ। ਮਹਾਰਾਜ ਜੀ ਨੇ ਬੁਲਾਇਆ ਉਸ ਨੂੰ, ਉਸ ਦੀ ਵੀ ਸ਼ਕਤੀ ਖਿੱਚ ਲਈ। ਜਿੱਤਿਆ ਭਾਣੇ ਵਿੱਚ ਰਹੀਦਾ, ਸ਼ਕਤੀਆਂ ਨਹੀਂ ਵਿਖਾਈ ਦੀਆਂ, ਬਿਨਾਂ ਕਾਰਨ ਸ਼ਕਤੀਆਂ ਨਹੀਂ ਦਿਖਾਈ ਦੀਆਂ। ਜਿਸ ਵਿੱਚ ਕਿਸੇ ਦਾ ਭਲਾ ਨਾ ਹੋਵੇ ਉਹ ਸ਼ਕਤੀ ਦਿਖਾਉਣੀ ਯੋਗ ਨਹੀਂ। ਤੇ ਇਸ ਵੇਲੇ ਸਾਰਿਆਂ ਦੀਆਂ ਸ਼ਕਤੀਆਂ ਖੋਹ ਲਈਆਂ, ਨਿੰਮੂ ਝੂਣੇ ਹੋ ਕੇ ਬੈਠੇ ਨੇ। ਇੱਕ ਮਿਸਤਰੀ ਸਿੱਖ ਆਇਆ ਜਿਸ ਦੇ ਨਾਲ 12 ਕੁ ਸਾਲਾਂ ਦਾ ਉਸਦਾ ਸੁਪੁੱਤਰ ਹੈ, ਬਾਲਕਾ ਹੈ, ਬੱਚਾ ਹੈ, ਲਾਲ ਹੈ। ਲਿਆ ਕਰਕੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਆਪ ਟੇਕਿਆ, ਬੱਚੇ ਨੂੰ ਟਿਕਵਾਇਆ, ਅਰਦਾਸ ਕੀਤੀ, ਸੱਚੇ ਪਾਤਸ਼ਾਹ ਇਹ ਬਾਲਕ ਆਪ ਜੀ ਦੀ ਨਜ਼ਰ ਭੇਟ ਕਰਨ ਵਾਸਤੇ ਲੈ ਆਇਆ ਹਾਂ, ਕਿਰਪਾਲਤਾ ਕਰਕੇ ਇਹ ਭੇਟਾ ਪ੍ਰਵਾਨ ਕਰੋ ਜੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਤ ਸੰਗਤ ਦੀ ਮਹਿਮਾ ਪ੍ਰਗਟ ਕਰਨ ਵਾਸਤੇ ਪੁੱਛਿਆ, ਸਿੱਖਾ ਗੁਰੂ ਘਰ ਦੇ ਵਿੱਚ ਤਾਂ ਲੋਕ ਪੁੱਤ ਲੈਣ ਆਉਂਦੇ ਨੇ, ਤੂੰ ਦੇਣਾ ਆ, ਲੋਕਾਂ ਦੇ ਨਾਲੋਂ ਉਲਟੀ ਰੀਤੀ ਕਿਉਂ? ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰੇ ਘਰ ਵਿੱਚ ਔਲਾਦ ਨਹੀਂ ਸੀ ਹੁੰਦੀ, ਪੀਰ ਮਨਾਏ, ਫਕੀਰ ਮਨਾਏ, ਸਾਧੂ ਔਲੀਏ ਸ਼ੀਰਨੀਆਂ ਵੰਡੀਆਂ, ਬੜੇ ਯਤਨ ਕੀਤੇ, ਖੂਹੀ ਜਾਲ ਪਾਏ, ਚੁਰਾਹਿਆਂ ਚ ਨਾਤੇ, ਬੜੇ ਯਤਨ ਕੀਤੇ, ਘਰ ਵਿੱਚ ਪੁੱਤ ਨਹੀਂ ਸੀ ਹੁੰਦਾ, ਜੇ ਹੁੰਦਾ ਸੀ ਤੇ ਮਰ ਜਾਂਦਾ ਸੀ। ਆਪ ਜੀ ਦੀ ਸੰਗਤ ਦਾ ਮਹਾਤਮ ਸੁਣਿਆ, ਆਪ ਜੀ ਦੀ ਸੰਗਤ ਦੇ ਪਾਸੋਂ ਅਰਦਾਸ ਕਰਾਈ, ਗਰੀਬ ਨਿਵਾਜ ਸਤਿਗੁਰੂ ਜੀ ਕਿਰਪਾ ਕਰਕੇ ਸੁਪੁੱਤਰ ਬਖਸ਼ੋ, ਆਪ ਜੀ ਦੀ ਹੀ ਭੇਟਾ ਕਰ ਦਿਆਂਗੇ। ਸਾਡੀਆਂ ਅੱਖਾਂ ਦੇ ਸਾਹਮਣੇ ਜਿਉਂਦਾ ਤੇ ਰਹੂ ਨਾ, ਵਿਹੜੇ 'ਚ ਨਾ ਰਵੇ, ਘਰ 'ਚ ਨਾ ਰਵੇ, ਦੁਨੀਆ ਵਿੱਚ ਤੇ ਰਹੂ, ਤੁਹਾਡੇ ਚਰਨਾਂ 'ਚ ਤੇ ਰਹਿ ਆਵੇਗਾ ਨਾ। ਮਹਾਰਾਜ ਸੰਗਤ ਨੇ ਅਰਦਾਸ ਕੀਤੀ, ਸਮੇਂ ਦੇ ਨਾਲ ਘਰ ਦੇ ਵਿੱਚ ਸੁਪੁੱਤਰ ਨੇ ਜਨਮ ਲਿਆ, ਸੰਗਤ ਦੀ ਅਰਦਾਸ ਨਾਲ ਪੁੱਤਰ ਜਨਮ ਲਿਆ, ਜਿਉਂਦਾ ਰਹਿਆ, ਇਸ ਕਰਕੇ ਨਾਮ ਸੰਗਤੀਆ ਰੱਖਿਆ। ਤੇ ਮਹਾਰਾਜ ਕੀਤੀ ਹੋਈ ਅਰਦਾਸ ਦੇ ਮੁਤਾਬਕ ਤੁਹਾਡੇ ਚਰਨਾਂ 'ਚ ਨਜ਼ਰ ਭੇਟ ਕਰਨ ਆ ਗਏ ਆ। ਮਹਾਰਾਜ ਅੱਜ ਤੋਂ ਇਹ ਤੁਹਾਡਾ ਹੋਇਆ ਤਾਂ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਜੇ ਸਾਡਾ ਹੋਇਆ ਤੇ ਫਿਰ ਅਧਿਕਾਰ ਨਾ ਜਮਾਈ। ਮਹਾਰਾਜ ਜਦੋਂ ਹੈ ਹੀ ਤੁਹਾਡਾ ਤੇ ਮੇਰਾ ਹੱਕ ਦਾਵਾ ਕਾਹਦਾ? ਇਹ ਤੇ ਆਪ ਜਿੱਦਾਂ ਹੀ ਸੀ, ਬਸ ਭੇਟ ਹੀ ਅੱਜ ਕੀਤਾ। ਤੇ ਸਤਿਗੁਰੂ ਜੀ ਨੇ ਬਚਨ ਕੀਤਾ, ਸੰਗਤੀਆ ਦੇਖ ਸਿੱਧਾਂ ਦੇ ਦਰਖਤ ਤੋੜ ਤੋੜ ਕੇ ਸੁੱਟੇ, ਹਨੇਰੀ ਦੇ ਨਾਲ ਕਿੰਨੀਆਂ ਲੱਕੜਾਂ ਨੇ ਇਕੱਠੀਆਂ ਕਰ ਢੇਰ ਲਾ ਦੇ, ਚਿਖਾ ਬਣਾ ਦੇ ਇੱਕ। ਭਾਈ ਸੰਗਤੀਏ ਨੇ ਲੱਕੜਾਂ ਇਕੱਠੀਆਂ ਕੀਤੀਆਂ, ਵੱਡਾ ਸਾਰਾ ਢੇਰ ਚਿਖਾ ਵਰਗਾ ਬਣਾ ਦਿੱਤਾ। ਕਹਿੰਦੇ ਅੱਗ ਬਾਲ ਦੇ ਲਾ ਦੇ, ਅੱਗ ਇਸ ਨੂੰ ਅੱਗ ਲਾ ਦਿੱਤੀ। ਕਹਿੰਦੇ ਸੰਗਤੀਆ ਛਾਲ ਮਾਰ ਤੇ ਅੱਗ 'ਚ ਬੈਠ ਜਾ। ਸਾਰੀਆਂ ਸੰਗਤਾਂ ਦੇ ਦੇਖਦਿਆਂ ਇਹ ਬਚਨ ਉਚਾਰਿਆ। ਉਸ ਗੁਰਸਿੱਖ ਸੰਗਤੀਏ ਨੇ 12 ਸਾਲ ਦੇ ਬੱਚੇ ਨੇ ਸਤਿਗੁਰੂ ਜੀ ਦੇ ਹੁਕਮ ਦੇ ਅੱਗੇ ਸੀਸ ਝੁਕਾ ਦਿੱਤਾ, ਕਿਉਂਕਿ ਜਾਣਦਾ ਸਤਿਗੁਰੂ ਜੀ ਮਾਰਦੇ ਨਹੀਂ, ਤਾਰਦੇ ਨੇ। ਸਤਿਗੁਰੂ ਜੀ ਥੋੜਾ ਕਿਸੇ ਨੂੰ ਮਾਰਦੇ ਨੇ। ਸਤਿਗੁਰੂ ਜੀ ਤੇ ਰੂਹਾਨੀਅਤ ਦਾ ਜੀਵਨ, ਸਦਾ ਰਹਿਣ ਵਾਲਾ ਸਥਿਰ ਜੀਵਨ ਦਿੰਦੇ ਨੇ, ਮਾਰਦੇ ਨਹੀਂ। ਸਤਿਗੁਰਾਂ ਦੇ ਪ੍ਰਵਚਨ ਤੇ ਭਰੋਸਾ ਕੀਤਾ ਹੈ, ਅੰਮ੍ਰਿਤ ਬਚਨ ਨੂੰ ਕਮਾਉਣ ਵਾਸਤੇ ਬਲਦੀ ਹੋਈ ਚਿਖਾ ਵਿੱਚ ਛਾਲ ਮਾਰੀ ਹੈ। ਬੀਬੀਆਂ ਦੀਆਂ ਤਾਹਾਂ ਨਿਕਲ ਗਈਆਂ, ਮਾਤਾਵਾਂ ਰੋਣ ਲੱਗ ਗਈਆਂ ਤੇ ਸਿੱਧਾਂ ਨੂੰ ਮੌਕਾ ਮਿਲ ਗਿਆ। ਸਿੱਖੋ, ਇਸ ਗੁਰੂ ਨਾਨਕ ਨੂੰ ਆਪਣਾ ਗੁਰੂ ਕਹਿੰਦੇ ਹੋ। ਜਿਸ ਮਾਂ ਦਾ ਬੱਚਾ ਅੱਗ ਦੇ ਵਿੱਚ ਜਿਉਂਦਾ ਸੜ ਕੇ ਮਰ ਗਿਆ, ਉਸ ਨੂੰ ਖਬਰ ਮਿਲੇਗੀ ਗੁਰੂ ਨੇ ਉਸਦਾ ਪੁੱਤ ਮਾਰਤਾ ਤੇ ਮਾਂ ਜਿਉਂਦੀ ਰਹਿ ਜੂ। ਜਿਸ ਪਿਓ ਦੀਆਂ ਅੱਖਾਂ ਦੇ ਸਾਹਮਣੇ ਇਕਲੌਤਾ ਪੁੱਤ ਚਿਖਾ 'ਚ ਪੈ ਕੇ ਸੜ ਗਿਆ, ਕਿ ਇਹ ਪਿਓ ਜਿਉਂਦਾ ਰਹਿ ਜੂ? ਮੌਕਾ ਮਿਲ ਗਿਆ। ਨਿੰਦਕ ਨੂੰ ਸਮਾਂ ਚਾਹੀਦਾ ਨਿੰਦਿਆ ਕਰਨ ਦਾ। ਗੁਰ ਨਿੰਦਕਾਂ ਨੂੰ ਸਮਾਂ ਮਿਲ ਗਿਆ, ਕਹਿਣ ਲੱਗੇ ਦੇਖੋ ਸਾਡੇ ਕੋਲ ਕੋਈ ਚੱਲ ਕੇ ਆਵੇ, ਤਾਵੀਜ਼ ਕਰਕੇ ਦਿੰਦੇ ਆ, ਮੰਤਰ ਪੜ੍ਹ ਕੇ ਜਲ ਕਰਕੇ ਦਿੰਦੇ ਆ, ਨਪੁੱਤਿਆਂ ਨੂੰ ਪੁੱਤ ਦੇ ਦਿੰਦੇ, ਤੇ ਤੁਹਾਡਾ ਗੁਰੂ ਤੇ ਪੁੱਤਾਂ ਵਾਲਿਆਂ ਨੂੰ ਔਂਤਰੇ ਕਰੀ ਜਾਂਦਾ। ਇਹ ਤੇ ਸਾੜ ਅੱਖਾਂ ਦੇ ਸਾਹਮਣੇ ਮਾਰੀ ਜਾਂਦਾ। ਐਸਾ ਨਿਰਦਈ ਗੁਰੂ ਤੁਹਾਡਾ। ਸਤਿਗੁਰੂ ਜੀ ਸ਼ਾਂਤ ਚਿੱਤ ਬੈਠੇ ਨੇ, ਮੁਖ ਚੋਂ ਕੋਈ ਪ੍ਰਵਚਨ ਨਹੀਂ ਫਰਮਾਇਆ। ਕਿੰਨਾ ਚਿਰ ਨਿੰਦਿਆ ਕਰਨੀ ਸੀ, ਕਰਦੇ ਰਹੇ। ਇੱਕ ਘੜੀ, 2 ਘੜੀ, ਅੱਧਾ ਪੈਰ, 1 ਪੈਰ, ਸਵਾ ਪੈਰ ਤੱਕ ਨਿੰਦਿਆ ਕਰਦੇ ਰਹੇ। ਸਤਿਗੁਰੂ ਜੀ ਸੁਣਦੇ ਰਹੇ। ਜਿੰਨੀ ਨਿੰਦਿਆ ਕਰਨੀ ਸੀ ਕਰ ਲਈ, ਹੁਣ ਸਵਾ ਪੈਰ ਬਾਅਦ ਚੁੱਪ ਤੇ ਹੋਣਾ ਹੀ ਸੀ ਨਾ। ਸਾਰੇ ਜਦੋਂ ਚੁੱਪ ਹੋ ਗਏ, ਹੁਣ ਨਹੀਂ ਕੋਈ ਬੋਲਦਾ, ਤੇ ਸਤਿਗੁਰੂ ਜੀ ਨੇ ਫਿਰ ਬਚਨ ਕੀਤਾ ਚਿਖਾ ਵੱਲ ਵੇਖ ਕੇ, ਸੰਗਤੀਆ ਭਾਈ ਬਾਹਰ ਆ ਜਾ। ਬਸ ਪ੍ਰਵਚਨ ਕਹਿਣ ਦੀ ਦੇਰ ਸੀ। ਭਾਈ ਸੰਗਤੀਆ
ਇਵੇਂ ਅੱਗ ਦੀ ਚਿਖਾ ਦੇ ਵਿੱਚੋਂ ਉੱਠ ਕੇ ਬਾਹਰ ਆ ਗਏ। ਅੱਗ ਦਾ ਸੇਕ ਲੱਗਾ ਹੀ ਨਹੀਂ, ਇੱਕ ਰੋਮ ਤੱਕ ਵੀ ਸੜਿਆ ਹੀ ਨਹੀਂ, ਕੱਪੜਿਆਂ ਦਾ ਬਸਤਰਾਂ ਦਾ ਇੱਕ ਧਾਗਾ ਤੱਕ ਨਹੀਂ ਸੜਿਆ। ਸਵਾ ਪਹਿਰ ਅੱਗ 'ਚ ਬੈਠੇ ਰਹੇ। 3 ਘੰਟਿਆਂ ਦਾ ਇੱਕ ਪਹਿਰ ਤੇ ਸਵਾ ਪਹਿਰ, ਮਤਲਬ ਪੌਣੇ 4 ਘੰਟੇ ਅੱਗ ਵਿੱਚ ਬੈਠੇ ਰਹੇ ਤੇ ਅੱਗ ਨੇ ਰੋਮ ਤੱਕ ਨਹੀਂ ਸਾੜਿਆ। ਐਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਨਜ਼ਰ ਹੈ। ਸਤਿਗੁਰ ਦਰਸ਼ਨ ਅਗਨ ਨਿਵਾਰੀ। ਸਤਿਗੁਰੂ ਜੀ ਦੇ ਕੀਤੇ ਦੀਦਾਰ, ਕਮਾਇਆ ਹੈ ਬਚਨ। ਤੇ ਹਜ਼ੂਰ ਫਰਮਾਵਣਾ ਕਰਦੇ ਨੇ ਨਾ, ਜਲ ਨਹੀਂ ਡੋਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਭਾਹੇ ਨਾਮ ਅੱਗ ਦਾ, ਅੱਗ ਸਾੜ ਵੀ ਨਹੀਂ ਸਕਦੀ। ਗੁਰ ਕਾ ਬਚਨ ਵਸੈ ਜੀਏ ਨਾਲੇ। ਬਚਨ ਹਿਰਦੇ ਵਿੱਚ ਤਾਂ ਵਸ ਜਾਵੇ। ਸਤਿਗੁਰੂ ਜੀ ਬਚਨ ਰੂਪ ਹੋ ਕੇ ਵੀ ਰਖਵਾਲੀ ਕਰਦੇ ਨੇ। ਅਗਨ ਦੀ ਨਿਵਰਤੀ ਕਰ ਦਿੱਤੀ, ਇੱਕ ਰੋਮ ਤੱਕ ਨਹੀਂ ਸੜਿਆ। ਭਾਈ ਸੰਗਤੀਆ ਜੀ ਬਾਹਰ ਆ ਗਏ। ਸਤਿਗੁਰੂ ਜੀ ਹੱਸ ਪਏ, ਸਿੱਧ ਹੈਰਾਨ ਹੋ ਗਏ। ਨਿੰਦਕਾਂ ਦੇ ਮੂੰਹ ਮੰਨ ਲਓ ਤਾਲੇ ਲੱਗ ਗਏ, ਮੂੰਹ ਵਿੱਚ ਉਂਗਲਾਂ ਪੈ ਗਈਆਂ, ਸਿਰ ਝੁਕ ਗਏ, ਸ਼ਰਮ ਦੇ ਨਾਲ ਅੱਖਾਂ ਨੀਵੀਆਂ ਕਰ ਲਈਆਂ। ਹੁਣ ਕਿਹੜਾ ਮੂੰਹ ਲੈ ਕੇ ਬੋਲਣ? ਪਹਿਲਾਂ ਸਾਰੇ ਸਿੱਧ ਨਿੰਦਿਆ ਕਰਦੇ, ਸਤਿਗੁਰੂ ਜੀ ਚੁੱਪ ਸਨ। ਹੁਣ ਸਤਿਗੁਰੂ ਜੀ ਅੰਮ੍ਰਿਤ ਬਚਨ ਕਰਨ ਲੱਗੇ ਨੇ ਤੇ ਸਿੱਧ ਸਾਰੇ ਚੁੱਪ ਨੇ। ਹੁਣ ਸੁਝਦਾ ਨਹੀਂ ਬੋਲੀਏ ਕੀ। ਮਹਾਰਾਜ ਜੀ ਪ੍ਰਵਚਨ ਫਰਮਾਉਂਦੇ ਨੇ, ਸੰਗਤੀਆ ਤੂੰ ਗੁਰੂ ਕਾ ਬਚਨ ਕਮਾਇਆ, ਤੇਰੀ ਸੇਵਾ ਪ੍ਰਵਾਨ। ਮੰਗ ਸੰਗਤੀਆ, ਕੀ ਮੰਗਣਾ ਚਾਹੁੰਦਾ ਹੈ? ਹੱਥ ਜੋੜ ਦਿੱਤੇ ਸੱਚੇ ਪਾਤਸ਼ਾਹ। ਆਪ ਜੀ ਦਾ ਪਾਵਨ ਦੀਦਾਰ ਮਿਲ ਗਿਆ, ਆਪ ਜੀ ਦਾ ਪਿਆਰ ਮਿਲ ਗਿਆ। ਦੁਨੀਆ ਦੀ ਕਿਹੜੀ ਵਸਤੂ ਹੈ ਜਿਹਦੀ ਭੁੱਖ ਬਾਕੀ ਰਹਿ ਗਈ ਹੋਵੇ? ਹੁਣ ਨਹੀਂ ਕੁਛ ਚਾਹੀਦਾ। ਮਹਾਰਾਜ ਆਪਣਾ ਪਿਆਰ ਹੀ ਬਖਸ਼ੋ। ਦੂਸਰੀ ਵਾਰ ਬਚਨ ਕੀਤਾ, ਸੰਗਤੀਆ ਤੂੰ ਪ੍ਰੇਮ ਵਾਲਾ ਹੈ, ਸਿਦਕ ਵਾਲਾ ਹੈ, ਕੁਝ ਤੇ ਮੰਗ, ਅਸੀਂ ਚਾਹੁੰਦੇ ਤੈਨੂੰ ਕੁਛ ਦੇ ਦਈਏ। ਸੱਚੇ ਪਾਤਸ਼ਾਹ ਜਿਸ ਨੂੰ ਆਪ ਜੀ ਦੇ ਚਰਨਾਂ ਦਾ ਮੁਬਾਰਕ ਪਿਆਰ ਮਿਲ ਜਾਵੇ, ਗਰੀਬ ਨਿਵਾਜ ਸੱਚੇ ਪਾਤਸ਼ਾਹ ਤਾਂਗ ਰਹਿ ਹੀ ਨਹੀਂ ਜਾਂਦੀ। ਸਾਰੀਆਂ ਭੁੱਖਾਂ ਹੀ ਮਿਟ ਗਈਆਂ, ਤ੍ਰਿਸ਼ਨਾ ਰਹੀ ਕੋਈ ਨਹੀਂ। ਹੁਣ ਭੁੱਖ ਹੀ ਕੋਈ ਨਹੀਂ, ਚਾਹਤ ਹੀ ਕੋਈ ਨਹੀਂ ਰਹੀ। ਸੱਚੇ ਪਾਤਸ਼ਾਹ ਮੰਗਾ ਕੀ, ਤ੍ਰਿਪਤੀ ਹੋ ਗਈ ਹੈ। ਦਰਸ਼ਨ ਕਰਕੇ ਮਨ ਰੱਜ ਗਿਆ। ਮਹਾਰਾਜ ਹੁਣ ਨਹੀਂ ਕੋਈ ਭੁੱਖ ਰਹੀ। ਤੀਸਰੀ ਵਾਰ ਫਿਰ ਬਚਨ ਕੀਤਾ, ਸੰਗਤੀਆ ਸਾਡਾ ਚਿੱਤ ਕਰਦਾ ਕੁਛ ਦੇ ਦਈਏ। ਬਚਨ ਦਾ ਮਾਣ ਰੱਖਣ ਵਾਸਤੇ ਕੁਛ ਮੰਗ ਲੈ, ਕੁਛ ਤੇ ਮੰਗ ਲੈ, ਅਸੀਂ ਚਾਹੁੰਦੇ ਤੈਨੂੰ ਦੇ ਦਈਏ। ਤੇ ਹੱਥ ਜੋੜ ਕਰਕੇ ਸਿਮਰ ਬੇਨਤੀ ਕੀਤੀ, ਸਹਿਤ ਪ੍ਰੇਮ ਦੇ ਸੱਚੇ ਪਾਤਸ਼ਾਹ ਜੇ ਤੁੱਠੇ ਹੀ ਹੋ ਨਾ, ਆ ਸਿੱਧ ਵਿਚਾਰੇ ਨਿਮੋ ਚੁਣੇ ਹੋਏ ਬੈਠੇ ਨੇ। ਭਾਈ ਅਜਿੱਤਾ ਵੀ ਬੜਾ ਚੁੱਪ ਕਰਕੇ ਮਸੋਸਿਆ ਜਾ ਹੋਇਆ ਬੈਠਾ। ਮਹਾਰਾਜ ਅੱਜ ਜੀਏ ਹੋਇਆ ਬੈਠਾ, ਕਿਰਪਾਲਤਾ ਕਰਕੇ ਸਾਰੀਆਂ ਦੀਆਂ ਸ਼ਕਤੀਆਂ ਵਾਪਸ ਦੇ ਦਿਓ। ਮਹਾਰਾਜ ਆਪ ਕਰਾਮਾਤਾਂ ਦਾ ਸਮੁੰਦਰ ਹੋ, ਕਲਾ ਦਾ ਸਾਗਰ ਹੋ। ਸਾਰੇ ਸਿੱਧਾਂ ਦੀਆਂ ਸ਼ਕਤੀਆਂ ਇੱਕ ਬੂੰਦ ਮਾਤਰ ਨੇ। ਸਾਗਰ ਵਿੱਚ ਬੂੰਦ ਪੈ ਜਾਵੇ ਤੇ ਸਾਗਰ ਨੇ ਵੱਧ ਨਹੀਂ ਜਾਣਾ, ਤੇ ਬੂੰਦ ਕੱਢ ਲਈਏ ਤੇ ਘਟ ਨਹੀਂ ਜਾਣਾ। ਸਾਰਿਆਂ ਦੀਆਂ ਸ਼ਕਤੀਆਂ ਤੁਹਾਡੇ ਚਰਨਾਂ 'ਚ ਸਮਾ ਗਈਆਂ ਤੇ ਮਹਾਰਾਜ ਇਹਨਾਂ ਦੀਆਂ ਸ਼ਕਤੀਆਂ ਨਾਲ ਤੁਸੀਂ ਵੱਡੇ ਨਹੀਂ ਹੋਣ ਲੱਗੇ। ਤੇ ਜੇ ਵਾਪਸ ਦੇ ਦੇਵੋਗੇ ਤੇ ਤੁਹਾਡਾ ਕੁਝ ਘਟਣ ਵੀ ਨਹੀਂ ਲੱਗਾ। ਪਰ ਸੱਚੇ ਪਾਤਸ਼ਾਹ ਇਹਨਾਂ ਦਾ ਗੁਜ਼ਾਰਾ, ਇਹਨਾਂ ਦਾ ਫੁਲਕਾ ਤੋਰੀ ਚੱਲਿਆ ਰਹੂਗਾ। ਕਿਰਪਾਲਤਾ ਕਰੋ, ਸ਼ਕਤੀਆਂ ਵਾਪਸ ਕਰ ਦਿਓ। ਤੇ ਮਹਾਰਾਜ ਜੀ ਨੇ ਪ੍ਰਵਚਨ ਫਰਮਾਇਆ, ਸੰਗਤੀਆ ਹੰਕਾਰੀ ਸਨ, ਈਰਖਾ ਦੇ ਮਾਰੇ ਸਨ, ਹਉਮੈ ਦੇ ਨਾਲ ਹਿਰਦੇ ਭੰਡਾਰੇ ਇਹਨਾਂ ਦੇ ਭਰੇ ਪਏ ਸਨ। ਸ਼ਕਤੀਆਂ ਦੇਣੀਆਂ ਯੋਗ ਤੇ ਨਹੀਂ ਸਨ, ਪਰ ਤੇਰੇ ਨਾਲ ਵਚਨ ਸੀ, ਜੋ ਮੰਗੇਗਾ ਸੋ ਦੇਵਾਂਗੇ। ਇਸ ਕਰਕੇ ਤੇਰੇ ਕਹੇ ਤੇ ਸਾਰਿਆਂ ਦੀਆਂ ਸ਼ਕਤੀਆਂ ਵਾਪਸ ਕਰਦੇ ਹਾਂ। ਫਿਰ ਸਿੱਧਾਂ ਦੀਆਂ ਵੀ ਤੇ ਭਾਈ ਜਿੱਤੇ ਦੀਆਂ ਸਭਨਾਂ ਦੀਆਂ ਸ਼ਕਤੀਆਂ ਵਾਪਸ ਕਰ ਦਿੱਤੀਆਂ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਪ੍ਰਤੱਖ ਬਲਦੀ ਅੱਗ ਦੇ ਵਿੱਚੋਂ ਬਾਲਕ ਨੂੰ ਰੱਖਣਾ ਕੀਤਾ। ਸਤਿਗੁਰ ਦਰਸ਼ਨ ਅਗਨ ਨਿਵਾਰੀ, ਅਗਨ ਨਿਵਰਤ ਕਰ ਦਿੱਤੀ। ਭਾਈ ਮਰਦਾਨਾ ਜੀ ਕੌਡਾ ਰਾਖਸ਼ ਫੜ ਕੇ ਤੇਲ ਦੇ ਕੜਾਹੇ ਵਿੱਚ ਤਲ ਕੇ ਖਾਣ ਲੱਗਾ ਸੀ ਨਾ, ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦਿਓ। ਤਪ ਦਾ ਠੰਡਾ ਠਾਰ ਕਰ ਦਿੱਤਾ, ਤਪ ਦਾ ਤੇਲ ਦਾ ਕੜਾਹਾ। ਭਾਈ ਮਰਦਾਨਾ ਜੀ ਨੂੰ ਜਾ ਕੇ ਦਰਸ਼ਨ ਬਖਸ਼ੇ ਤੇ ਅੱਗ ਵਿੱਚ ਸੜ ਨਹੀਂ ਦਿੱਤਾ, ਤੇਲ ਵਿੱਚ ਉਬਲਣ ਨਹੀਂ ਦਿੱਤਾ, ਬਚਾ ਲੈਣਾ ਕੀਤਾ ਹੈ। ਬਾਬਾ ਬਿਧੀ ਚੰਦ ਸਾਹਿਬ ਜੀ ਭੱਠ ਦੇ ਵਿੱਚ ਬੈਠ ਗਏ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰਿਆ। ਮੁਖ ਦੇ ਵਿੱਚੋਂ ਗੁਰਬਾਣੀ ਪਏ ਉਚਾਰਦੇ ਨੇ, ਬਿਲਾਵਲ ਮਹੱਲਾ ਪੰਜਵਾਂ। ਤਾਤੀ ਵਾਵ ਨਾ ਲੱਗਈ, ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰਾ ਰਾਮਕਾਰ, ਦੁੱਖ ਲੱਗਿਆ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਨ ਬਣਤ ਬਣਾਈ, ਰਾਮ ਨਾਮ ਔਖਦ ਦੀਆ ਏਕਾ ਲਿਵ ਲਾਈ ਰਹਾਉ। ਰਾਖ ਲਿਏ ਤਿਨ ਰਖਨ ਹਾਰ, ਸਭ ਵਿਆਦ ਮਿਟਾਈ, ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਤੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸਹਾਇਤਾ ਕੀਤੀ, ਅਗਨੀ ਦਾ ਸੇਕ ਲੱਗਣ ਨਹੀਂ ਦਿੱਤਾ। ਇਸੇ ਪ੍ਰਕਾਰ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਦੀ ਪ੍ਰਤੱਖ ਅਗਨੀ ਦੀ ਵੀ ਨਿਵਰਤੀ ਕਰ ਦਿੰਦੇ ਨੇ। ਪ੍ਰਤਪਾਲ ਮਾਤਾ ਉਦਰ ਰਾਖੈ, ਲਗਨ ਦੇਤ ਨਾ ਸੇਕ।
ਮਾਤਾ ਦੇ ਪੇਟ ਦੇ ਅੰਦਰ ਜਠਰ ਅਗਨੀ ਦੇ ਵਿੱਚ, ਗਰਭ ਅਗਨੀ ਦੇ ਵਿੱਚ ਬੱਚੇ ਦੀ ਪਾਲਣਾ ਕਰਦੇ ਨੇ ਤੇ ਸੇਕ ਨਹੀਂ ਲੱਗਣ ਦਿੰਦੇ। ਇਸ ਪ੍ਰਕਾਰ ਸਤਿਗੁਰੂ ਜੀ ਦੇ ਦਰਸ਼ਨਾਂ ਦਾ ਮਹਾਤਮ ਹੈ। ਸੇਕ ਲੱਗਣ ਨਹੀਂ ਦਿੰਦੇ ਕਹਿਣ ਤੋਂ ਭਾਵ ਮੁੜ ਗਰਭ ਜੁਨੀਆਂ ਦੇ ਵਿੱਚ ਆਉਣ ਹੀ ਨਹੀਂ ਦਿੰਦੇ, ਜੰਮਣ ਮਰਨ ਕੱਟ ਦਿੰਦੇ ਨੇ। ਭਾਈ ਸੰਗਤੀਆਂ ਤੇ ਬਖਸ਼ਿਸ਼ਾਂ ਕਰ ਦਿੱਤੀਆਂ। ਭਾਈ ਸੰਗਤੀਆ ਤੂੰ ਨਿਹਾਲ 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 ਹੋਇਆ। ਭਾਈ ਸੰਗਤੀਆ ਤੈਨੂੰ ਨਾਮ ਬਖਸ਼ਿਆ। ਭਾਈ ਸੰਗਤੀਆ ਤੈਨੂੰ ਰਿੱਧੀਆਂ ਸਿੱਧੀਆਂ ਬਖਸ਼ੀਆਂ। ਭਾਈ ਸੰਗਤੀਆ ਤੇਰਾ ਲੋਕ ਸਵਾਰਿਆ। ਸੰਗਤੀਆ ਤੇਰਾ ਪਰਲੋਕ ਵੀ ਸਵਾਰਿਆ। ਤੇਰਾ ਜੰਮਣ ਮਰਨ ਕਟਿਆ। ਸੰਗਤੀਆ ਤੈਨੂੰ ਬ੍ਰਹਮ ਗਿਆਨ ਬਖਸ਼ਿਆ। ਹੁਣ ਤੂੰ ਵਾਪਸ ਆਪਣੇ ਪਿਤਾ ਦੇ ਨਾਲ ਆਪਣੇ ਘਰੇ ਚਲਿਆ ਜਾ। ਘਰ ਵਿੱਚ ਰਹਿ ਕਰਕੇ ਮਾਤਾ ਪਿਤਾ ਦੀ ਸੇਵਾ ਕਰਦਿਆਂ ਗੁਰਸਿੱਖੀ ਦਾ ਪ੍ਰਚਾਰ ਕਰ। ਜਿਹੜਾ ਗੁਰੂ ਕੀ ਨਜ਼ਰ ਦੇ ਨਾਲ ਨਾਮ ਤੇਰੇ ਹਿਰਦੇ ਵਿੱਚ ਵਸਾਇਆ ਨਾ, ਤੇਰੇ ਹਿਰਦੇ 'ਚ ਆ ਵਸਿਆ ਹੈ ਗੁਰ ਨਜ਼ਰ ਦੇ ਨਾਲ। ਹੁਣ ਇਸ ਨਾਮ ਨੂੰ ਜਾ ਕਰਕੇ ਸੰਗਤਾਂ ਨੂੰ ਜਪਾ ਤੇ ਦ੍ਰਿੜ ਕਰਾ। ਇਹ ਸੇਵਾ ਤੇਰੀ ਗੁਰੂ ਘਰ ਵੱਲੋਂ ਨਿਯਤ ਕੀਤੀ ਜਾਂਦੀ ਹੈ। ਸਤਿਗੁਰੂ ਜੀ ਜਦੋਂ ਗੁਰਸਿੱਖ ਤੇ ਅਤਿਅੰਤ ਪ੍ਰਸੰਨ ਹੋਇਆ ਕਰਦੇ ਨਾ ਤੇ ਸਾਧ ਸੰਗਤ ਜੀ ਫਿਰ ਲੰਗਰ ਦੀ ਸੇਵਾ ਤੇ ਪ੍ਰਚਾਰ ਦੀ ਸੇਵਾ ਬਖਸ਼ਿਆ ਕਰਦੇ ਸਨ। ਭਾਈ ਮੰਝ ਸਾਹਿਬ ਜੀ ਤੇ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਪ੍ਰਸੰਨ ਹੋਏ। ਗੁਰੂ ਘਰ ਦੇ ਵਿੱਚੋਂ ਲੋਹ ਦਿੱਤੀ, ਨਗਾਰਾ ਦਿੱਤਾ, ਨਿਸ਼ਾਨ ਸਾਹਿਬ ਦਿੱਤਾ ਤੇ ਕਹਿਣਾ ਕੀਤਾ, ਜਾ ਭਾਈ ਮੰਝ ਆਪਣੇ ਇਲਾਕੇ 'ਚ ਜਾ ਕੇ ਗੁਰੂ ਕੇ ਨਾਮ ਕੇ ਲੰਗਰ ਚਲਾ ਤੇ ਗੁਰਸਿੱਖੀ ਦਾ ਪ੍ਰਚਾਰ ਕਰ। ਬਾਬਾ ਬਿਧੀ ਚੰਦ ਸਾਹਿਬ ਜੀ ਮੁਆਫ ਕਰਨਾ, ਪਹਿਲੀ ਉਮਰਾਂ ਦੇ ਵਿੱਚ ਛੋਟੀਆਂ ਮੋਟੀਆਂ ਚੋਰੀਆਂ ਕਰਦੇ ਨੇ। ਗੁਰ ਸ਼ਰਨ ਵਿੱਚ ਆਏ, ਨਾਮ ਦੇ ਰਸੀਏ ਬਣੇ, ਬ੍ਰਹਮ ਗਿਆਨੀ ਬਣੇ, ਜਿੱਥੇ ਸੰਤ ਬਣੇ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਰਨ ਵਿੱਚ ਰਹਿ ਕਰਕੇ ਸਿਪਾਹੀ ਬਣੇ ਤੇ ਪੂਰੇ ਸੰਤ ਸਿਪਾਹੀ ਬ੍ਰਹਮ ਗਿਆਨੀ ਮਹਾਂਪੁਰਖ। ਤੇ ਸਤਿਗੁਰੂ ਜੀ ਦੀ ਪ੍ਰਸੰਨਤਾ ਹੋਈ। ਦਿਓ ਨਗਰ ਦੀ ਸੰਗਤ ਲਖਨਊ ਦੇ ਵਿੱਚ ਪੈਂਦਾ ਜਾਂ ਕੋਲ ਪੈਂਦਾ। ਮਹਾਰਾਜ ਕਿਰਪਾਲਤਾ ਕਰਕੇ ਆਪਣੇ ਦਰਸ਼ਨ ਦੀਦਾਰ ਬਖਸ਼ੋ ਤੇ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਭੇਜਿਆ। ਸਾਡਾ ਸਰੂਪ ਜਾਣ ਕਰਕੇ ਸਤਿਕਾਰ ਕਰਨਾ। ਬਿਧੀ ਚੰਦ ਜੀ ਗੁਰਸਿੱਖੀ ਦਾ ਪ੍ਰਚਾਰ ਕਰੋ। ਅਤਿਅੰਤ ਪ੍ਰਸੰਨ ਹੋਣਾ ਤੇ ਫਿਰ ਲੰਗਰ ਦੀ ਸੇਵਾ ਤੇ ਪ੍ਰਚਾਰ ਦੀ ਸੇਵਾ ਸਤਿਗੁਰੂ ਜੀ ਬਖਸ਼ਿਆ ਕਰਦੇ ਸਨ। ਭਾਈ ਸੰਗਤੀਆ ਜੀ ਤੇ ਇਤਨੀ ਖੁਸ਼ੀ ਹੋਈ। ਸੰਗਤੀਆ ਆਪਣੇ ਪਿਤਾ ਦੇ ਨਾਲ ਚਲੇ ਜਾ ਤੇ ਮਾਤਾ ਦੀ ਪਿਤਾ ਦੀ ਸੇਵਾ ਕਰਦਿਆਂ ਘਰ ਵਿੱਚ ਰਹਿੰਦਿਆਂ ਹੋਇਆਂ ਇਲਾਕੇ ਵਿੱਚ ਗੁਰਸਿੱਖੀ ਦਾ ਪ੍ਰਚਾਰ ਕਰ। ਜਿਹੜਾ ਨਾਮ ਤੈਨੂੰ ਬਖਸ਼ਿਆ ਹੁਣ ਸੰਗਤਾਂ ਨੂੰ ਜਪਾ। ਸਤਿਗੁਰ ਦਰਸ਼ਨ ਅਗਨੇ ਨਿਵਾਰੀ, ਬਲਦੀ ਚਿਖਾ ਵਿੱਚੋਂ ਬਲਦੀ ਅੱਗ ਦੇ ਵਿੱਚੋਂ ਰੱਖ ਲੈਣਾ ਕੀਤਾ ਹੈ। ਹਜ਼ੂਰ ਪਾਤਸ਼ਾਹ ਫਰਮਾਉਂਦੇ ਨੇ, ਸਿੱਖੋ ਇਹ ਸਤਿਗੁਰੂ ਜੀ ਦੇ ਦਰਸ਼ਨਾਂ ਦਾ ਮਹੱਤਮ ਹੈ। ਐਸਾ ਪਿਆਰਾ, ਐਸਾ ਫਲਦਾਇਕ, ਐਸਾ ਸੁਖਦਾਇਕ, ਐਸੇ ਵੱਡੇ ਮਹੱਤਮ ਵਾਲਾ, ਵੱਡੇ ਭਾਰੀ ਫਲ ਵਾਲਾ ਸਤਿਗੁਰੂ ਜੀ ਦਾ ਦਰਸ਼ਨਾਂ ਦਾ ਮਹੱਤਮ ਹੈ। ਦਰਸ਼ਨਾਂ ਦਾ ਫਲ ਜੋ ਕਥਨ ਵਿੱਚ ਨਹੀਂ ਆਉਂਦਾ, ਥੋੜਾ ਮਾਤਰ ਕਹਿੰਦੇ ਹਾਂ, ਪਰ ਤੱਕ ਅੱਗ ਸਾੜ ਨਹੀਂ ਸਕਦੀ। ਸਤਿਗੁਰੂ ਜੀ ਦੇ ਦਰਸ਼ਨਾਂ ਦਾ ਮਹੱਤਮ। ਬਾਰ-ਬਾਰ ਚਿਖਾ ਦੀ ਅੱਗ ਤੇ ਸੜਨਾ ਨਹੀਂ ਪੈਂਦਾ। ਵਿਕਾਰਾਂ ਦੀ ਅੱਗ ਹਿਰਦੇ ਨੂੰ ਨਹੀਂ ਸਾੜਦੀ। ਕਾਮ ਕ੍ਰੋਧ ਦੀ ਅੱਗ ਮਨ ਨੂੰ ਨਹੀਂ ਸਾੜਦੀ। ਇਸੇ ਪ੍ਰਕਾਰ ਨਰਕਾਂ ਦੀ ਅੱਗ ਵੀ ਉਸ ਜੀਵ ਨੂੰ ਨਹੀਂ ਸਾੜਦੀ ਜਿਸ ਨੂੰ ਗੁਰੂ ਕਾ ਦੀਦਾਰ ਪ੍ਰਾਪਤ ਹੋ ਜਾਂਦਾ। ਸਤਿਗੁਰ ਦਰਸ਼ਨ ਅਗਨ ਨਿਵਾਰੀ। ਉਹ ਨਹੀਂ ਫਿਰ ਜਮਪੁਰੀ ਵਿੱਚ ਜਾ ਕਰਕੇ ਨਰਕਾਂ ਦੀ ਅੱਗ ਵਿੱਚ ਸੜਦਾ ਜਿਸ ਨੂੰ ਗੁਰੂ ਕਾ ਦੀਦਾਰ ਪ੍ਰਾਪਤ ਹੋ ਗਿਆ। ਐਸਾ ਵੱਡਾ ਭਾਰੀ ਮਹਾਤਮ ਵਾਲਾ ਸੁੱਖਾਂ ਦਾ ਦਾਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦੀਦਾਰ ਹੈ। ਸਤਿਗੁਰ ਭੇਟਤ ਹਮੈ ਮਾਰੇ। ਭੇਟਤ ਦਾ ਅਰਥ ਹੈ ਮਿਲਣਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਮਿਲਾਪ ਹੋ ਜਾਵੇ ਨਾ ਤੇ ਹਿਰਦੇ ਦੇ ਵਿੱਚੋਂ ਹਉਮੈ ਦੀ ਨਿਵਰਤੀ ਹੋ ਜਾਂਦੀ ਹੈ। ਸਤਿਗੁਰੂ ਜੀ ਮਾਰ ਦਿੰਦੇ ਨੇ ਹਉਮੈ ਨੂੰ ਗੁਰਸਿੱਖ ਦੇ ਹਿਰਦੇ ਦੇ ਵਿੱਚੋਂ। ਇਹ ਗੁਰੂ ਕੇ ਮਿਲਾਪ ਦਾ ਹੀ ਮਹੱਤਮ ਆ। ਜਿਸ ਹਉਮੈ ਨੂੰ ਸਿੱਧਾਂ ਨੇ ਯੋਗ ਵਿਦਿਆ ਦੇ ਬਲ ਦੇ ਨਾਲ ਗੁਫਾਵਾਂ ਵਿੱਚ ਬੈਠ ਜਾਣਾ, ਦਸਮ ਦੁਆਰ ਵਿੱਚ ਸਵਾਸ ਟਿਕਾ ਲੈਣੇ, ਸਵਾਸ ਲੈਣਾ ਹੀ ਨਾ। ਹੁਣ ਜਦ ਤੱਕ ਸਵਾਸ ਲੈਣਾ ਨਹੀਂ, ਸਵਾਸ ਪੂਰੇ ਹੋਣੇ ਨਹੀਂ। ਜਦ ਤੱਕ ਪੂਰੇ ਹੋਣੇ ਨਹੀਂ, ਉਦੋਂ ਤੱਕ ਮੌਤ ਆਉਣੀ ਨਹੀਂ। ਕਈ ਸਾਲ ਦਸਮ ਦੁਆਰ ਵਿੱਚ ਸਵਾਸ ਟਿਕਾ ਲੈਣੇ ਤੇ ਸਾਹ ਹੀ ਨਾ ਲੈਣਾ। ਇਸ ਪ੍ਰਕਾਰ ਸਮਾਧੀਆਂ ਲਾ ਕਰਕੇ 500 ਸਾਲਾਂ ਦੀਆਂ ਲੰਬੇਰੀਆਂ ਉਮਰਾਂ ਕਰ ਲਈਆਂ, ਸ਼ਕਤੀਆਂ ਪ੍ਰਾਪਤ ਕਰ ਲਈਆਂ। ਪਰ ਜਿਵੇਂ ਸ਼ਕਤੀ ਪ੍ਰਾਪਤ ਕਰਦੇ ਨੇ ਤਿਵੇਂ ਹਉਮੈ ਵੱਧਦੀ ਹੈ, ਹਉਮੈ ਨਹੀਂ ਜਾਂਦੀ। ਸ਼ਕਤੀਆਂ ਆਉਂਦੀਆਂ ਨੇ, ਇੱਕ ਤੋਂ ਬਾਅਦ ਦੂਸਰੀ ਰਿੱਧੀ ਆ ਗਈ, ਸਿੱਧੀ ਆ ਗਈ, ਨਿੱਧੀ ਵੀ ਆ ਗਈ। ਲੋਕਾਂ ਨੂੰ ਕਰਾਮਾਤਾਂ ਦਿਖਾ ਦਿੱਤੀਆਂ, ਮੱਥੇ ਟਿਕਾ ਲਏ। ਜਿਵੇਂ ਮੱਥੇ ਟਿਕਾਉਂਦੇ ਨੇ ਈਰਖਾ ਵੱਧਦੀ ਏ। ਦੂਜੇ ਨੂੰ ਕਹਿੰਦੇ ਤੇਰੇ ਨਾਲੋਂ ਮੇਰੀ ਪੂਜਾ ਵੱਧ ਹੈ, ਤੇਰੇ ਨਾਲੋਂ ਮੇਰੀਆਂ ਸ਼ਕਤੀਆਂ ਵੱਧ ਨੇ। ਸਾਧ ਸੰਗਤ ਜੀ ਬਾਤ ਲੋਕ ਵਿੱਚ ਹੀ ਨਹੀਂ, ਇਹ ਈਰਖਾ ਸਵਰਗ ਦੇ ਦੇਵਤਿਆਂ 'ਚ ਵੀ ਬੜੀ ਹੈ। ਇੱਕ ਕਹਿੰਦਾ ਜੀ ਮੈਂ 20,000 ਵਰੇ ਤਪ ਕੀਤਾ ਹੈ ਤੇ ਦੂਜਾ ਕਹਿੰਦਾ ਤੂੰ 20 ਦਾ ਮਾਣ ਕਰਦਾ, ਮੈਂ 50,000 ਵਰੇ ਤਪ ਕੀਤਾ ਹੈ।
ਤਪ ਤੇ ਕੀਤਾ ਧੂੜੀਆਂ ਤੇ ਤੁਹਾਈਆਂ, ਪੁੱਠੇ ਤੇ ਲਮਕੇ, ਪਰ ਹਉਮੈ ਵਧੀ ਹੈ, ਨਿਮਰਤਾ ਨਹੀਂ ਆਈ। ਹਜ਼ੂਰ ਫਰਮਾਨ ਕਰਦੇ ਨੇ ਤਪੀਆਂ ਦੇ ਤਪ ਕਰਨੇ ਦੇ ਨਾਲ, ਦੇਵਤਿਆਂ ਦੀ ਤਪੱਸਿਆ ਕਰਨੇ ਦੇ ਨਾਲ ਵੀ ਜਿਹੜੇ ਹਉਮੈ ਨਹੀਂ ਨਾ ਮਰੀ। ਸਤਿਗੁਰੂ ਜੀ ਦੇ ਦੀਦਾਰਿਆਂ ਦਾ ਐਸਾ ਵੱਡਾ ਭਾਰੀ ਮਹਾਤਮ ਹੈ, ਐਸਾ ਫਲਾਦੇਸ਼ ਹੈ। ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕੀਤਿਆਂ ਹੀ ਹਉਮੈ ਦੀ ਨਿਵਰਤੀ ਹੋ ਜਾਂਦੀ ਏ। ਸਤਿਗੁਰੂ ਜੀ ਉਪਦੇਸ਼ ਰੂਪੀ ਡੰਡੇ ਦੇ ਨਾਲ ਹਉਮੈ ਰੂਪੀ ਵਿਕਾਰ ਨੂੰ ਗੁਰਸਿੱਖ ਦੇ ਹਿਰਦੇ ਰੂਪੀ ਘਰ ਦੇ ਵਿੱਚੋਂ ਮਾਰ ਕੇ ਕੱਢ ਦਿੰਦੇ ਨੇ। ਕਰ ਕਿਰਪਾ ਮਸਤਕ ਹੱਥ ਧਰ। ਸਤਿਗੁਰੂ ਜੀ ਪਿਆਰ ਦੇ ਨਾਲ ਸੀਸ ਹੀ ਪਲੋਸ ਦੇਣ ਨਾ, ਸੀਸ ਤੇ ਹੱਥ ਹੀ ਰੱਖ ਦੇਣ, ਵਿੱਚੋਂ ਮਾਰ ਕੱਢੀਆਂ ਬੁਰਾਈਆਂ, ਸਾਰੀਆਂ ਬੁਰਾਈਆਂ ਨੂੰ ਹਉਮੈ ਦੇ ਸਹਿਤ ਉਪਦੇਸ਼ ਰੂਪੀ ਡੰਡੇ ਦੇ ਨਾਲ ਮਾਰ ਕੇ ਬਾਹਰ ਕੱਢ ਦਿੰਦੇ ਨੇ। ਜਿੱਥੇ ਹਉਮੈ ਵਸਦੀ ਹੋਵੇ ਉੱਥੇ ਨਾਮ ਨਹੀਂ ਵਸਦਾ, ਤੇ ਸਤਿਗੁਰੂ ਜੀ ਹਉਮੈ ਨੂੰ ਕੱਢ ਕੇ ਨਾਮ ਹਿਰਦੇ ਦੇ ਅੰਦਰ ਵਸਾ ਦਿੰਦੇ ਨੇ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸਾਏ ਇਕਠਾਏ। ਜਿੱਥੇ ਹਉਮੈ ਵਸਦੀ ਉੱਥੇ ਨਾਮ ਨਹੀਂ ਵਸਦਾ, ਤੇ ਸਤਿਗੁਰੂ ਜੀ ਹਉਮੈ ਨੂੰ ਬਾਹਰ ਕੱਢ ਕੇ ਫਿਰ ਨਾਮ ਵਸਾ ਦਿੰਦੇ ਨੇ। ਜਦੋਂ ਨਾਮ ਵਸ ਗਿਆ ਫਿਰ ਹਉਮੈ ਨੂੰ ਉੱਥੇ ਟਿਕਾਣਾ ਨਹੀਂ ਮਿਲਦਾ, ਠੌਰ ਨਹੀਂ ਮਿਲਦੀ, ਥਾਂ ਨਹੀਂ ਮਿਲਦਾ। ਪਿਆਰਿਓ, ਇਹ ਸਤਿਗੁਰੂ ਜੀ ਦੇ ਦਰਸ਼ਨਾਂ ਦਾ ਮਹਾਤਮ, ਸਤਿਗੁਰੂ ਜੀ ਨੂੰ ਮਿਲਣ ਦਾ ਮਹਾਤਮ, ਸਤਿਗੁਰੂ ਜੀ ਦੇ ਮਿਲਾਪ ਦਾ ਮਹਾਤਮ ਹੈ। ਸਤਿਗੁਰ ਭੇਟਤ ਹਉਮੈ ਮਾਰੀ। ਗਰੀਬ ਨਿਵਾਜ ਸਤਿਗੁਰੂ ਕਿਰਪਾਲੂ ਪਿਤਾ ਜੀ ਕਿਰਪਾਲਤਾ ਕਰਕੇ ਗੁਰਸਿੱਖ ਦੇ ਹਿਰਦੇ ਦੇ ਅੰਦਰੋਂ ਹਉਮੈ ਨੂੰ ਮਾਰ ਕੇ ਕੱਢ ਦਿੰਦੇ ਹਨ। ਸਤਿਗੁਰ ਸੰਗ ਨਾਹੇ ਮਨ ਡੋਲੇ। ਸੱਚੇ ਪਾਤਸ਼ਾਹ ਸੀ ਤੇ ਕਲਯੁਗੀ ਜੀਵ ਸਰੀਰ ਵੀ ਵਿਕਾਰਾਂ ਦੇ ਨਾਲ, ਔਗਣਾਂ ਦੇ ਨਾਲ ਭਰਿਆ, ਤੇ ਜਿਹੜਾ ਮਨ ਹੈ ਇਹ ਵੀ ਵਿਕਾਰਾਂ ਦੇ ਨਾਲ ਭਰਿਆ। ਖਿੰਨ ਖਿੰਨ, ਪਲ ਪਲ, ਨਿਮਖ ਨਿਮਖ, ਸਵਾਸ ਸਵਾਸ ਸਾਡਾ ਮਨ ਤੇ ਡੋਲਦਾ ਹੀ ਰਹਿੰਦਾ। ਮਹਾਰਾਜ ਗੁਰੂ ਚਰਨਾਂ 'ਚ ਸਥਿਤ ਨਹੀਂ ਹੁੰਦਾ। ਅਸੀਂ ਅਲਪਗ ਜੂ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਫਰਮਾਨ ਨੇ ਨਾ, ਬਿਨ ਗੁਰ ਮਨੁਆ ਅਤ ਡੋਲਾਏ। ਸਤਿਗੁਰੂ ਜੀ ਦੀ ਕਿਰਪਾਲਤਾ ਪ੍ਰਾਪਤ ਕੀਤੇ ਤੋਂ ਬਿਨਾਂ ਜਿਹੜਾ ਮਨ ਹੈ ਕੱਚੇ ਪਾਰੇ ਵਾਂਗੂ ਡੋਲਦਾ ਹੀ ਰਹਿੰਦਾ ਹੈ, ਹਾਥੀ ਦੇ ਕੰਨਾਂ ਵਾਂਗੂ ਹਿਲਦਾ ਹੀ ਰਹਿੰਦਾ ਹੈ, ਪਿੱਪਲ ਦੇ ਸਿਰੇ ਦੀ ਕੁਰਬਲੀ ਵਾਂਗੂ ਹਿਲਦਾ ਹੀ ਰਹਿੰਦਾ ਹੈ, ਝੰਡੇ ਦੇ ਕੱਪੜੇ ਵਾਂਗੂ, ਕਸ਼ੂ ਕਮੇ ਦੀ ਸਰੀ ਵਾਂਗੂ, ਬਲਦੀ ਅੱਗ ਦੀ ਲਾਟ ਵਾਂਗੂ, ਮੋਮਬੱਤੀ ਦੀ ਲਾਟ ਵਾਂਗੂ, ਜੋੜੀ ਵਜਾਉਣ ਵਾਲੇ ਦੀ ਉਂਗਲਾਂ ਵਾਂਗੂ ਬੜਾ ਮਨ ਚੰਚਲ ਹੈ, ਇਹ ਨਹੀਂ ਟਿਕਦਾ, ਹਿਲਦਾ ਹੀ ਰਹਿੰਦਾ ਹੈ, ਡੋਲਦਾ ਹੀ ਰਹਿੰਦਾ ਹੈ। ਮਹਾਰਾਜ ਸਾਡਾ ਤੇ ਮਨ ਡੋਲਦਾ ਬੜਾ, ਤੇ ਹਜ਼ੂਰ ਫਰਮਾਨ ਕਰਦੇ ਨੇ, ਪਿਆਰਿਓ ਮਨ ਉਹਨਾਂ ਦਾ ਡੋਲਦਾ ਜਿਹੜੇ ਗੁਰੂ ਕੇ ਚਰਨਾਂ ਦੀ ਸ਼ਰਨ ਵਿੱਚ ਨਹੀਂ ਆਉਂਦੇ। ਮਨ ਉਹਨਾਂ ਦਾ ਡੋਲਦਾ ਜਿਹੜੇ ਕਰਮ ਕਾਂਡਾਂ ਵਿੱਚ ਲੱਗੇ ਨੇ। ਮਨ ਉਹਨਾਂ ਦਾ ਡੋਲਦਾ ਜਿਹੜੇ ਵਿਕਾਰੀ ਨੇ, ਜਿਹੜੇ ਆ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਆਪਾ ਭਾਵ ਸਮਰਪਿਤ ਕਰ ਦਿੰਦੇ ਨੇ ਨਾ, ਫਿਰ ਉਹਨਾਂ ਦਾ ਮਨ ਨਹੀਂ ਡੋਲਦਾ। ਸਾਧ ਸੰਗਤ ਜੀ ਇਤਿਹਾਸ ਗਵਾਹ ਹੈ, ਚਾਹੇ ਚਰਖੜੀਆਂ ਤੇ ਚਾੜੇ ਗਏ, ਗੱਡੀਆਂ ਹੇਠ ਲਤਾੜੇ ਗਏ, ਪੱਠੀਆਂ ਹੇਠਾਂ ਝੋਕੇ ਗਏ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਆਰਿਆਂ ਨਾਲ ਚੀਰੇ ਗਏ, ਡੋਲਿਆ ਕਿਸੇ ਦਾ ਮਨ? ਨਾ ਮਨ ਡੋਲਿਆ, ਨਾ ਮਨ ਦੀ ਅਵਸਥਾ ਡੋਲੀ। ਸਤਿਗੁਰ ਸੰਗੇ ਨਾਹੀ ਮਨ ਡੋਲੇ। ਜਿਹੜਾ ਮਨ ਹੈ ਤਾਂ ਸਤਿਗੁਰੂ ਜੀ ਦਾ ਸੰਗੀ ਹੋ ਗਿਆ ਹੈ। ਸਤਿਗੁਰੂ ਜੀ ਕਦੇ ਡੋਲਦੇ ਨਹੀਂ। ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੈਂਦੀ ਹਰ ਮੇਰੀ। ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਸੁਮੇਰ ਪਰਬਤ ਵਾਂਗੂ ਅਚਲ ਨੇ। ਸੁਮੇਰ ਪਰਬਤ ਦਾ ਸਮੇਂ ਅਨੁਸਾਰ ਇੱਕ ਦਿਨ ਚਲਾਇਮਾਨ ਹੋ ਜਾਵੇਗਾ, ਪਰ ਲੌਕਿਕ ਪ੍ਰਮਾਣ ਹੋਰ ਕੋਈ ਨਹੀਂ ਨਾ ਜਿਸ ਨੂੰ ਦੁਨੀਆਦਾਰੀ ਵਿੱਚ ਸਮਝਾਇਆ ਜਾਵੇ। ਇੱਥੇ ਸੁਮੇਰ ਪਰਬਤ ਤੋਂ ਭਾਵ ਹੈ ਹਵਾ ਆ ਜਾਵੇ, ਹਨੇਰੀ ਆ ਜਾਵੇ, ਝੱਖੜ ਆ ਜਾਵੇ, ਦਰਖਤ ਜਿਹੜੇ ਪੁੱਟੇ ਜਾਂਦੇ ਨੇ, ਮਕਾਨ ਢਹਿ ਜਾਂਦੇ ਨੇ, ਬਿਲਡਿੰਗਾਂ ਢਹਿ ਜਾਂਦੀਆਂ, ਪਰ ਸੁਮੇਰ ਪਰਬਤ ਨਹੀਂ ਕਿਸੇ ਹਨੇਰੀ ਨਾਲ ਡੋਲਦਾ। ਇਸੇ ਪ੍ਰਕਾਰ ਸਤਿਗੁਰੂ ਜੀ ਅੱਗੇ ਅਡਿੱਗ ਨੇ, ਅਹਿਲ ਨੇ। ਕਿਸੇ ਪ੍ਰਕਾਰ ਨਾ ਕਾਲ ਦੀ ਹਨੇਰੀ, ਨਾ ਮੌਤ ਦੀ ਹਨੇਰੀ, ਨਾ ਸਮੇਂ ਦੀ ਹਨੇਰੀ, ਨਾ ਵਿਪਤਾ ਦੀ ਹਨੇਰੀ, ਨਾ ਮੁਸੀਬਤਾਂ ਦੀ ਹਨੇਰੀ ਸਤਿਗੁਰੂ ਜੀ ਨੂੰ ਡੋਲਾ ਨਹੀਂ ਸਕਦੀ। ਘੇਰਾ 10 ਲੱਖ ਦਾ ਪੈ ਜਾਵੇ, ਘੇਰਾ 19 ਲੱਖ ਦਾ ਪੈ ਜਾਵੇ, ਸਿੱਖ ਗਿਣਤੀ 'ਚ 40 ਹੋਣ, ਉਹ ਵੀ ਸ਼ਹੀਦ ਹੋ ਜਾਣ, 3 ਗੁਰਸਿੱਖ ਨਾਲ ਨੇ, ਦੁਸ਼ਮਣ ਉਹ ਲਲਕਾ ਕੇ ਲੰਘਣਾ ਹੋਵੇ, ਡੋਲਿਆ ਕਿਤੇ ਸਤਿਗੁਰੂ ਜੀ ਦਾ ਮਨ ਵੀ ਲੱਖਾਂ ਦਾ ਘੇਰਾ ਕਿਵੇਂ ਤੋੜਾਂਗੇ? ਬਲਕਿ ਤਾੜੀ ਮਾਰ ਕੇ ਕਹਿੰਦੇ ਨੇ, ਪੀਰੇ ਹਿੰਦ ਮੇਰ ਵੱਧ, ਪੀਰੇ ਹਿੰਦ ਮੇਰ ਵੱਧ, ਪੀਰੇ ਹਿੰਦ ਮੇਰ ਵੱਧ। ਹਿੰਦ ਦਾ ਪੀਰ ਜਾ ਰਿਹਾ, ਜੇ ਕਿਸੇ ਵਿੱਚ ਬਾਲਾ ਤੇ ਆ ਕੇ ਰੋਕ ਲਓ। ਡੋਲਿਆ ਕਿਤੇ ਹਿਰਦਾ? ਕੀ ਭਾਈ ਦਇਆ ਸਿੰਘ ਜੀ ਦਾ ਹਿਰਦਾ ਡੋਲਿਆ? ਭਾਈ ਧਰਮ ਸਿੰਘ ਜੀ, ਮਾਨ ਸਿੰਘ ਜੀ ਦਾ ਹਿਰਦਾ ਡੋਲਿਆ ਕਿਤੇ? ਮਹਾਰਾਜ ਲੱਖਾਂ ਚੋਂ ਲੰਘਾਂਗੇ ਕਿਵੇਂ? ਸਤਿਗੁਰੂ ਜੀ ਇਕੱਲੇ ਇੱਕ ਪਾਸੇ ਨੂੰ ਤੇ ਗੁਰਸਿੱਖ ਇੱਕ ਪਾਸੇ ਨੂੰ ਵਿਖੜ ਗਏ ਨੇ, ਵਿਛੜ ਗਏ ਨੇ। ਲੱਖਾਂ ਦਾ ਘੇਰਾ ਪਰ ਮਨ ਨਹੀਂ ਡੋਲਿਆ, ਕਿਉਂਕਿ ਜਿਹੜਾ ਮਨ ਇਹ ਤੇ ਸਤਿਗੁਰੂ ਜੀ ਦਾ ਸੰਗੀ ਹੋ ਗਿਆ ਨਾ। ਸਤਿਗੁਰ ਸੰਗੇ ਗੱਗੇ ਦੀ ਸਿਹਾਰੀ, ਅਰਥ ਸੰਗੀ। ਜਿਹੜਾ ਮਨ ਇਹ ਸਤਿਗੁਰੂ ਜੀ ਦਾ ਸੰਗੀ ਹੋ ਗਿਆ ਗੁਰਸਿੱਖਾਂ ਦਾ, ਫਿਰ ਨਹੀਂ ਡੋਲਦਾ। ਸਾਡੇ ਪਤਾ ਕਿਉਂ ਡੋਲਦੇ ਆ? ਸਾਡੇ ਮਨ ਨੂੰ ਮਾਇਆ ਦੀ ਸੰਗਤ ਹੈ, ਵਿਕਾਰਾਂ ਦੀ ਸੰਗਤ ਹੈ।
ਜਿਸ ਦਿਨ ਸਤਿਗੁਰੂ ਜੀ ਨੂੰ ਸਮਰਪਿਤ ਹੋ ਗਏ, ਮਨ ਸਤਿਗੁਰੂ ਜੀ ਦਾ ਸੰਗੀ ਬਣ ਗਿਆ ਪਿਆਰਿਓ, ਫਿਰ ਨਹੀਂ ਡੋਲੇਗਾ। ਇਹ ਸਤਿਗੁਰੂ ਜੀ ਨੇ ਜੁਗਤ ਸਮਝਾਈ ਹੈ। ਸਤਿਗੁਰ ਸੰਗ ਨਾਹੀ ਮਨ ਡੋਲੇ, ਪਿਆਰਿਆਂ ਦਾ ਜਿਹੜਾ ਹਿਰਦਾ ਹੈ ਸਤਿਗੁਰੂ ਜੀ ਦਾ ਸੰਗੀ ਹੋ ਗਿਆ, ਫਿਰ ਨਹੀਂ ਡੋਲਦਾ ਵਿਕਾਰਾਂ ਦੀ ਹਨੇਰੀ ਨਾਲ, ਨਹੀਂ ਡੋਲਦਾ ਦੁੱਖਾਂ ਦੇ ਝੱਖੜਾਂ ਦੇ ਨਾਲ। ਝੜ ਝੱਖੜ ਉਹਾੜ ਲਹਿਰੀ ਰਹਿਣ ਲੱਖੇ ਸਰੀ, ਸਤਿਗੁਰ ਸਿਓ ਆਲਾਏ ਬੇੜੇ ਡੁੱਬਣ ਨਾਹੇ ਪਾਓ। ਨਾ ਮਨ ਡੋਲਦਾ ਨਾ ਬੇੜਾ ਡੁੱਬਦਾ, ਬੇੜੇ ਤੇ ਉਹਨਾਂ ਦੇ ਡੁੱਬਦੇ ਜਿਹੜੇ ਸਿਦਕ ਤੋਂ ਡੋਲ ਜਾਂਦੇ ਨੇ। ਲੱਖਾਂ ਝੱਖੜ ਮੁਸੀਬਤਾਂ ਦੇ ਦੁੱਖਾਂ ਦੇ ਪਹਾੜ ਡਿੱਗਦੇ ਹੋਣ, ਸਤਿਗੁਰੂ ਜੀ ਦੇ ਦੀਦਾਰਿਆਂ ਦੇ ਵਿੱਚ ਜਿਨ੍ਹਾਂ ਦਾ ਪਿਆਰ ਹੈ, ਜਿਨ੍ਹਾਂ ਦਾ ਹਿਰਦਾ ਸਤਿਗੁਰੂ ਜੀ ਦਾ ਸੰਗੀ ਹੋ ਗਿਆ ਪਿਆਰਿਓ, ਉਹ ਹਿਰਦਾ ਕਦੇ ਡੋਲਦਾ ਨਹੀਂ ਹੈ। ਅੰਮ੍ਰਿਤ ਬਾਣੇ ਗੁਰਮੁਖ ਬੋਲੇ, ਜਿਹੜੇ ਗੁਰਮੁਖ ਨੇ, ਮੁਖੀ ਸਤਿਗੁਰੂ ਜੀ ਦੀ, ਪੂਰੇ ਪ੍ਰਧਾਨ ਸਤਿਗੁਰੂ ਜੀ ਦੀ, ਵੱਡੇ ਸਤਿਗੁਰੂ ਜੀ ਦੀ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸਾਰਿਆਂ ਤੋਂ ਵੱਡੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੰਗਤ ਕਰਦੇ ਨੇ। ਅੰਮ੍ਰਿਤ ਬਾਣੀ ਗੁਰਮੁਖ ਬੋਲੇ, ਪੂਰੇ ਮੁਖੀ ਪ੍ਰਧਾਨ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਅੰਮ੍ਰਿਤ ਬਾਣੀ ਨੂੰ ਹੀ ਸਦਾ ਮੁਖ ਦੇ ਵਿੱਚੋਂ ਬੋਲਦੇ ਨੇ। ਉਹਨਾਂ ਨੇ ਐਸੇ ਗੁਰੂ ਦੀ ਸੰਗਤ ਕਰ ਲਈ, ਅੰਮ੍ਰਿਤ ਬਾਣੀ ਗੁਰਮੁਖ ਬੋਲੇ, ਜੋ ਪੂਰੇ ਸਤਿਗੁਰੂ ਜੀ ਆਪ ਮੁਖ ਦੇ ਵਿੱਚੋਂ ਅੰਮ੍ਰਿਤ ਬਾਣੀ ਬੋਲੇ ਉਚਾਰਦੇ ਨੇ। ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ, ਸਤਿਗੁਰੂ ਜੀ ਰਸਨਾ ਦੇ ਨਾਲ ਹਰ ਵੇਲੇ ਨਾਮ ਬੋਲਦੇ ਨੇ, ਨਾਮ ਉਚਾਰਦੇ ਨੇ, ਨਾਮ ਸਿਮਰਦੇ ਨੇ ਸਾਨੂੰ ਦ੍ਰਿੜ ਕਰਾਉਣ ਵਾਸਤੇ। ਤੇ ਜਿਨ੍ਹਾਂ ਦਾ ਮਨ ਸਤਿਗੁਰੂ ਜੀ ਦਾ ਸੰਗੀ ਹੋ ਗਿਆ, ਪੂਰੇ ਸਤਿਗੁਰਾਂ ਜੀ ਦੀ ਸੰਗਤ ਵਿੱਚ ਰਹਿ ਕਰਕੇ ਸਦਾ ਮੁਖ ਚੋਂ ਅੰਮ੍ਰਿਤ ਨਾਮ ਨੂੰ ਬੋਲਦੇ ਨੇ। ਜ਼ੁਬਾਨ ਦੇ ਨਾਲ ਨਾਮ ਬੋਲਦਿਆਂ 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 ਹਿਰਦੇ ਦੇ ਅੰਦਰ ਗਹਿਰਾਈ ਤੱਕ ਨਾਮ ਜਿਹੜਾ ਉਤਰ ਜਾਂਦਾ ਹੈ। ਵਿਕਾਰ ਕੋਈ ਰਹਿੰਦਾ ਨਹੀਂ, ਭਟਕਣਾ ਕੋਈ ਰਹਿੰਦਾ ਹੀ ਨਹੀਂ, ਮਨ ਇਸਤਰ ਹੋ ਜਾਂਦਾ ਹੈ। ਫਿਰ ਸਦਾ ਹੀ ਅੰਮ੍ਰਿਤ ਬਾਣੀ ਨੂੰ ਮੁਖ ਦੇ ਵਿੱਚੋਂ ਬੋਲਣਾ ਕਰਦੇ ਨੇ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਨਾਮ। ਅੰਮ੍ਰਿਤ, ਮ੍ਰਿਤ ਤੋਂ ਭਾਵ ਹੈ ਮੌਤ, ਅਮ ਦਾ ਅਰਥ ਹੈ ਰਹਿਤ। ਜਿਹੜੀ ਬਾਣੀ ਮੌਤ ਤੋਂ ਰਹਿਤ ਹੈ, ਜੰਮਣ ਮਰਨ ਤੋਂ ਰਹਿਤ ਹੈ। ਜਿਹੜੀ ਬਾਣੀ ਜਲ ਨੂੰ ਵੀ ਅੰਮ੍ਰਿਤ ਬਣਾ ਦੇਣ ਵਾਲੀ ਹੈ। ਪੰਜ ਪਿਆਰੇ ਜਲ ਲੈਂਦੇ ਨੇ ਨਾ, ਅੰਮ੍ਰਿਤ ਬਾਣੀ ਪੜ੍ਹਦੇ ਨੇ ਤੇ ਅੰਮ੍ਰਿਤ ਬਣਾ ਦਿੰਦੇ ਨੇ। ਜਿਹੜੀ ਬਾਣੀ ਸਮੇਂ ਨੂੰ ਵੀ ਅੰਮ੍ਰਿਤ ਬਣਾ ਦਿੰਦੀ ਹੈ, ਉੱਠ ਕਰਕੇ ਨਾਮ ਜਪਿਆ ਅੰਮ੍ਰਿਤ ਵੇਲਾ ਹੋ ਗਿਆ। ਜਿਹੜੀ ਬਾਣੀ ਜੀਵ ਨੂੰ ਅੰਮ੍ਰਿਤ ਮੌਤ ਤੋਂ ਰਹਿਤ ਕਰ ਦੇਣ ਵਾਲੀ ਹੈ। ਜਿਹੜਾ ਬਾਣੀ ਦੇ ਨਾਲ ਜੁੜ ਜਾਂਦਾ ਉਹ ਜੰਮਣ ਮਰਨ ਵਿੱਚ ਨਹੀਂ ਆਉਂਦਾ। ਜਿਹੜੀ ਬਾਣੀ ਅੰਮ੍ਰਿਤਵਤ ਮਿੱਠੀ ਹੈ, ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦਵਾਰ। ਜਿਸਨੇ ਪੀਤੀ ਹੈ, ਜਪੀ ਹੈ, ਪੜ੍ਹੀ ਹੈ, ਕਮਾਇਆ ਹੈ ਇਸ ਦੇ ਉਪਦੇਸ਼ਾਂ ਨੂੰ, ਉਹਨਾਂ ਨੂੰ ਮੋਖ ਦਵਾਰ, ਮੁਕਤੀ ਦਾ ਦਰਵਾਜ਼ਾ, ਬ੍ਰਹਮ ਗਿਆਨ ਪੈਦਾ ਹੋ ਜਾਂਦਾ ਹੈ। ਐਸੀ ਅੰਮ੍ਰਿਤ ਬਾਣੀ ਨੂੰ ਗੁਰਮੁਖ ਜਨ ਆਪਣੀ ਰਸਨਾ ਤੋਂ ਸਦਾ ਹੀ ਗੁਰੂ ਕੀ ਸੰਗਤ ਵਿੱਚ ਰਹਿ ਕਰਕੇ ਗੁਰੂ ਉਪਦੇਸ਼ ਦੁਆਰਾ ਮੁਖ ਚੋਂ ਬੋਲਦੇ ਜਪਦੇ ਹਨ ਜੀ। ਸਭ ਜਗ ਸਾਚਾ ਜਾਂ ਸਚ ਮਹਿ ਰਾਤੇ। ਜਿਸ ਵੇਲੇ ਗੁਰੂ ਉਪਦੇਸ਼ ਦੇ ਨਾਲ ਹਿਰਦਾ ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਵਿੱਚ ਰੰਗਿਆ ਗਿਆ ਨਾ, ਫਿਰ ਸਾਰਾ ਜਿਹੜਾ ਜਗ ਹੈ ਇਹ ਸੱਚਾ ਪ੍ਰਤੀਤ ਹੋਣ ਲੱਗ ਗਿਆ। ਜਿਸ ਜਗਤ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਵੀ ਗੁਰਬਾਣੀ ਦੇ ਅੰਦਰ ਫਰਮਾਨ ਕਰਦੇ ਨੇ, ਇਹ ਨਾਸ਼ਵਾਨ ਹੈ, ਸਦਾ ਰਹਿਣ ਵਾਲਾ ਨਹੀਂ। ਜੇ ਸਭ ਕੁਝ ਤੇ ਨਜ਼ਰ ਆਉਂਦਾ ਹੈ, ਫਿਰ ਝੂਠਾ ਕਿਉਂ ਕਿਹਾ ਹੈ? ਤੇ ਹਜ਼ੂਰ ਫਰਮਾਉਂਦੇ ਨੇ, ਸੱਚਾ ਉਦੋਂ ਤੱਕ ਹੈ ਜਦੋਂ ਤੱਕ ਵਾਹਿਗੁਰੂ ਜੀ ਦੀ ਜੋਤ ਵਿੱਚ ਹੈ। ਸੰਸਾਰ ਦੇ ਅੰਦਰ ਜੀ ਨੇ, ਇਸਤਰੀਆਂ ਨੇ, ਪੁਰਸ਼ ਨੇ, ਪਸ਼ੂ ਨੇ, ਜੀਵ ਨੇ, ਜੰਤੂ ਨੇ, 84 ਲੱਖ ਜੁਨੀਆਂ ਨੇ, 4 ਖਾਣੀਆਂ ਨੇ, ਕਰੋੜਾ ਬ੍ਰਹਮੰਡ ਨੇ, ਅਸੰਖਾਂ ਜੀਵ ਨੇ, ਅਨੇਕ ਤਰ੍ਹਾਂ ਦੀ ਬਣਤਰ ਹੈ, ਪਹਾੜ ਹੈ, ਬਨਸਪਤੀ ਹੈ, ਬ੍ਰਿਸ਼ ਹੈ, ਬਿਲਡਿੰਗਾਂ ਨੇ, ਮਹੱਲ ਨੇ, ਘਰ ਨੇ, ਝੁੱਗੀਆਂ ਨੇ। ਜੇ ਤੇ ਅਕਾਲ ਪੁਰਖ ਵਾਹਿਗੁਰੂ ਜੀ ਵਿੱਚ ਮੌਜੂਦ ਹੈ ਤੇ ਫਿਰ ਸਭ ਕੁਝ ਸੱਚ ਹੈ। ਨਾਨਕ ਵਖਾਣਾ ਬੇਨਤੀ ਤੁਧ ਬਾਝ, ਕੂੜੋ ਕੂੜ। ਸੱਚੇ ਪਾਤਸ਼ਾਹ ਇੱਕ ਆਪ ਜੀ ਦੀ ਜੋਤ ਨਿਰਾਲੀ ਕਰ ਲਈਏ ਤੇ ਕੇਵਲ ਤਾਂ ਕੇਵਲ ਕੂੜ ਹੀ ਕੂੜ ਹੈ, ਝੂਠ ਹੀ ਝੂਠ ਹੈ, ਫਿਰ ਸੱਚ ਕੁਝ ਵੀ ਨਹੀਂ। ਜਦੋਂ ਤੱਕ ਤੇ ਸਭਨਾਂ ਦੇ ਵਿੱਚ ਜੋਤ ਨਜ਼ਰ ਨਹੀਂ ਆਉਂਦੀ, ਕੂੜ ਹੀ ਕੂੜ, ਝੂਠ ਹੀ ਝੂਠ ਹੈ। ਜਾਂ ਸੱਚ ਮਹਿਰਾਤੇ ਜਦੋਂ ਸੱਚੇ ਨਾਮ ਵਿੱਚ ਹਿਰਦਾ ਰੰਗਿਆ ਗਿਆ, ਫਿਰ ਸਾਰਿਆਂ ਦੇ ਵਿੱਚ ਸੱਚਾ ਅਕਾਲ ਪੁਰਖ ਵਾਹਿਗੁਰੂ ਪ੍ਰਤੀਤ ਹੋਣ ਲੱਗ ਗਿਆ। ਜਿਵੇਂ ਸਾਧ ਸੰਗਤ ਜੀ 8 ਧਾਤਾਂ ਪਾਰਸ ਨੂੰ ਸੁਹਾ ਦਈਏ ਤੇ ਸੋਨਾ ਬਣ ਜਾਂਦਾ ਨਾ। ਪਹਿਲਾਂ ਕੋਈ ਲੋਹਾ ਦਿਸਦਾ ਹੈ, ਕੋਈ ਚਾਂਦੀ ਦਿਸਦੀ ਹੈ, ਕੋਈ ਪਿੱਤਲ ਦਿਸਦਾ, ਕੋਈ ਤਾਂਬਾ ਦਿਸਦਾ ਹੈ, ਪਰ ਜਦੋਂ ਪਾਰਸ ਦੇ ਨਾਲ ਛੋ ਜਾਣ ਤੇ ਫਿਰ ਸਾਰੇ ਸੋਨਾ ਬਣ ਜਾਂਦੇ, ਫਿਰ ਸਾਰੇ ਇੱਕੋ ਜਿਹੇ। ਜਦੋਂ ਤੱਕ ਪਾਰਸ ਅਕਾਲ ਪੁਰਖ ਸਤਿਗੁਰੂ ਸੱਚੇ ਪਾਤਸ਼ਾਹ 10 ਗੁਰੂ ਸਾਹਿਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੋਅ ਪ੍ਰਾਪਤ ਨਹੀਂ, ਗੁਰਾਂ ਦੇ ਚਰਨਾਂ ਰੂਪੀ ਪਾਰਸ ਦੀ ਸ਼ੋਅ ਪ੍ਰਾਪਤ ਨਹੀਂ, ਕੋਈ ਚੋਰ ਦਿਸਦਾ ਹੈ, ਕੋਈ ਠੱਗ ਦਿਸਦਾ ਹੈ, ਕੋਈ ਪਾਪੀ ਦਿਸਦਾ ਹੈ, ਕੋਈ ਕੁਰਾਤੀਆ ਦਿਸਦਾ ਹੈ, ਕੋਈ ਬੁਰਾ ਦਿਸਦਾ ਹੈ, ਕੋਈ ਦੁਸ਼ਮਣ ਦਿਸਦਾ ਹੈ, ਕੋਈ ਆਪਣਾ ਦਿਸਦਾ ਹੈ।
ਪਰ ਜਦੋਂ ਸਤਿਗੁਰਾਂ ਦੇ ਚਰਨ ਛੋਹ ਪ੍ਰਾਪਤ ਹੋ ਗਈ, ਗੁਰ ਪਾਰਸ ਹਮ ਲੋਹ, ਸਤਿਗੁਰਾਂ ਦੇ ਚਰਨਾਂ ਦੀ ਪਾਸ ਛੋਹ ਪ੍ਰਾਪਤ ਹੋ ਗਈ, ਫਿਰ ਕੋਈ ਪਾਪੀ ਨਹੀਂ ਦਿਸਦਾ, ਕੋਈ ਅਧਰਮੀ ਨਹੀਂ ਦਿਸਦਾ। ਫਿਰ ਤੇ ਭਾਈ ਕਨ੍ਹਈਆ ਜੀ ਵਾਂਗੂ ਸਾਰਿਆਂ ਦੇ ਵਿੱਚ ਇੱਕ ਹੀ ਜੋਤ ਦਿਸਦੀ ਹੈ। ਤੇ ਹਜ਼ੂਰ ਫਰਮਾਉਂਦੇ ਨੇ, ਜਿਸ ਵੇਲੇ ਗੁਰਮੁਖਾਂ ਦਾ ਹਿਰਦਾ ਗੁਰੂ ਕਾ ਦੀਦਾਰ ਕਰਕੇ, ਗੁਰੂ ਕੇ ਚਰਨਾਂ ਦਾ ਪ੍ਰੇਮੀ ਬਣ ਕੇ, ਗੁਰੂ ਕੀ ਰਸਨਾ ਦੁਆਰਾ ਬਖਸ਼ਿਸ਼ ਕੀਤਾ ਹੋਇਆ ਨਾਮ ਸਿਮਰਨ ਕਰਦਾ ਨਾ ਕੋਈ ਗੁਰਮੁਖ, ਫਿਰ ਹਿਰਦਾ ਨਾਮ ਰੰਗਣ ਵਿੱਚ ਰੰਗਿਆ ਜਾਂਦਾ ਹੈ। ਜਦੋਂ ਹਿਰਦਾ ਰੰਗਿਆ ਗਿਆ, ਫਿਰ ਜੋ ਕੁਝ ਵੀ ਜਗਤ ਨੂੰ ਵੀ ਨਜ਼ਰ ਮਾਰਦਾ, ਦੁਨੀਆ ਵਿੱਚ ਇੱਕ ਬ੍ਰਹਮ ਹੀ ਦਿਸਦਾ ਹੈ। ਜੋ ਦਿਸੈ ਸੋ ਤੇਰਾ ਰੂਪ, ਸਭ ਮਹਿ ਜੋਤ ਜੋਤ ਹੈ ਸੋਏ। ਦ੍ਰਿਸ਼ਟੀ ਦੇ ਵਿੱਚੋਂ ਨਾਨਾਪਨ ਮਿਟ ਜਾਂਦਾ ਹੈ। ਇੱਕ ਜੋਤ ਅਕਾਲ ਪੁਰਖ ਵਾਹਿਗੁਰੂ ਦੀ ਸਭ ਥਾਵਾਂ ਤੇ ਨਜ਼ਰ ਆਉਂਦੀ ਹੈ। ਫਿਰ ਤਾਂ ਇਹੋ ਜਗ ਸੱਚਾ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ। ਫਿਰ ਦੇਦਾ ਵਾਹਿਗੁਰੂ ਤੇ ਘਰ ਹੀ ਤੇਰਾ। ਇਹ ਜਿਤਨੇ ਘਰ ਨੇ, ਜਿਤਨੇ ਸਰੀਰਾਂ ਰੂਪੀ ਘਰ ਨੇ, ਸਾਰਿਆਂ ਦੇ ਵਿੱਚ ਆਪ ਜੀ ਦਾ ਵਾਸ। ਚੇਤਨ ਸਾਖੀ ਹੋ ਕੇ ਵਸ ਰਹੇ ਹੋ। ਸ਼ੀਤਲ ਸ਼ਾਂਤ ਗੁਰ ਤੇ ਪ੍ਰਭ ਜਾਤੇ। ਜਦੋਂ ਪੂਰੇ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਪ੍ਰਭੂ ਜੀ ਨੂੰ ਜਾਣ ਲਿਆ ਨਾ, ਤੇ ਸੀਤਲ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜਾਣ ਕਰਕੇ ਜਿਹੜਾ ਹਿਰਦਾ ਸੀ ਉਹ ਸ਼ਾਂਤ ਹੋ ਗਿਆ। ਗੁਰ ਤੇ ਪ੍ਰਭ ਜਾਤੇ, ਜਦੋਂ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਪ੍ਰਭੂ ਜੀ ਨੂੰ ਜਾਣ ਲਿਆ ਨਾ, ਹਿਰਦਾ ਜਿਹੜਾ ਵਿਕਾਰਾਂ ਦੀ ਅੱਗ ਵਿੱਚ ਸੜਦਾ ਸੀ ਇਹ ਵੀ ਸੀਤਲ ਹੋ ਗਿਆ, ਤੇ ਤਨ ਜਿਹੜਾ ਵਿਕਾਰਾਂ ਤੇ ਰੋਗਾਂ ਦਾ ਭਰਿਆ ਸੀ ਇਹ ਵੀ ਸ਼ਾਂਤ ਹੋ ਗਿਆ। ਨਾ ਤਨ ਦੇ ਰੋਗ ਰਹੇ, ਨਾ ਮਨ ਦੇ ਰੋਗ ਰਹੇ। ਕਰ ਇਸਨਾਨ ਸਿਮਰ ਪ੍ਰਭ ਆਪਣਾ, ਤਨ ਮਨ ਭਏ ਰੋਗਾ। ਸਤਿਗੁਰੂ ਜੀ ਨੇ ਦਾਤਾਂ ਹੀ ਐਸੀਆਂ ਦੇ ਦਿੱਤੀਆਂ, ਤਨ ਵੀ ਅਰੋਗ, ਮਨ ਵੀ ਅਰੋਗ ਕਰ ਦਿੱਤਾ। ਵਿਸ਼ਰਾਮ ਦੇ ਕਰਕੇ ਹਜ਼ੂਰ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਜੀ, ਸੰਤ ਪ੍ਰਸਾਦ ਜਪੈ ਹਰਿ ਨਾਮ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਨਾਮ ਕਿਵੇਂ ਜਪਿਆ ਜਾਂਦਾ ਹੈ? ਦੁਨੀਆਦਾਰੀ ਦੇ ਅੰਦਰ ਰਹਿੰਦਿਆਂ ਹੋਇਆਂ ਜਿਹੜਾ ਮਨ ਹੈ ਇਹ ਮਾਇਆ ਪਰਾਇਣ ਹੋ ਜਾਂਦਾ ਹੈ, ਮੁੜ ਮੁੜ ਕੇ ਮਾਇਆ ਵੱਲ ਨੂੰ ਦੌੜਦਾ ਹੈ। ਅੰਤਰਮੁਖੀ ਬਿਰਤੀ ਬਣਦੀ ਨਹੀਂ, ਬਾਹਰ ਮੁਖੀ ਬਿਰਤੀ ਜ਼ਿਆਦਾ ਹੈ। ਮਹਾਰਾਜ ਨਾਮ ਕਿਵੇਂ ਜਪਿਆ ਜਾਵੇ? ਤੇ ਹਜ਼ੂਰ ਫਰਮਾਉਂਦੇ ਨੇ, ਪਿਆਰਿਓ, ਜਿਨ੍ਹਾਂ ਦੀ ਬਿਰਤੀ ਅੰਤਰਮੁਖੀ ਹੋ ਚੁੱਕੀ ਏ, ਜੋ ਬ੍ਰਹਮ ਨੇਸਤੀ ਬ੍ਰਹਮ ਸਰੋਤਰੀ ਨੇ, ਜਿਨ੍ਹਾਂ ਨੂੰ ਹਰ ਵਸਤੂ 'ਚ ਬ੍ਰਹਮ ਦਿਸਦਾ ਹੈ, ਹਰ ਆਵਾਜ਼ 'ਚੋਂ ਬ੍ਰਹਮ ਸੁਣਦਾ ਹੈ, ਤਿੰਨਾਂ ਦੀ ਸੰਗਤ ਕਰੋ। ਜਦੋਂ ਐਸੇ ਸੰਤ ਜਨਾਂ ਦੀ, ਮਹਾਤਮਾ ਦੀ, ਗੁਰਮੁਖਾਂ ਦੀ, ਨਾਮ ਦੇ ਰਸੀਆਂ ਦੀ, ਭਜਨ ਕਰਨ ਵਾਲਿਆਂ ਦੀ, ਵਿਕਾਰ ਤੋਂ ਰਹਿਤ ਹੋ ਚੁੱਕੇ ਨਿਰਵਿਕਾਰ ਜੀਵਨ ਵਾਲੇ ਸੰਤਾਂ ਦੀ ਸੰਗਤ ਕਰੋਗੇ ਨਾ, ਫਿਰ ਤਿੰਨਾਂ ਦੀ ਕਿਰਪਾ ਦੇ ਨਾਲ, ਤਿੰਨਾਂ ਦੀ ਸੰਗਤ ਵਿੱਚ ਰਹਿ ਕਰਕੇ ਨਾਮ ਜਪਿਆ ਜਾਵੇਗਾ। ਕਬੀਰ ਸੇਵਾ ਕਉ ਦੋਏ ਭਲੇ, ਇੱਕ ਸੰਤ ਇੱਕ ਰਾਮ। ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੈ ਨਾਮ। ਦੁਰਲਭੰ ਏਕ ਭਗਵਾਨ ਨਾਮ ਹੈ, ਨਾਨਕ ਲਭਦਿਅੰ ਸਾਧ ਸੰਗੇ ਕਿਰਪਾ ਪ੍ਰਭੰ। ਹਜ਼ੂਰ ਫਰਮਾਉਂਦੇ ਨੇ, ਕੁੱਲ ਦੁਨੀਆ ਕਾਇਨਾਤ ਸ੍ਰਿਸ਼ਟੀ ਬ੍ਰਹਮੰਡਾਂ ਦੇ ਅੰਦਰ ਨਾਮ ਹੀ ਦੁਰਲਭ ਹੈ। ਮਹਾਰਾਜ ਲੱਭਦਾ ਕਿੱਥੋਂ ਹੈ? ਹਜ਼ੂਰ ਫਰਮਾਉਂਦੇ ਨੇ, ਲਭਦਿਅੰ ਸਾਧ ਸੰਗ, ਸਾਧ ਸੰਗਤ ਚੋਂ ਲੱਭਦਾ ਹੈ। ਮਹਾਰਾਜ ਸਾਧ ਸੰਗਤ ਕਦੋਂ ਪ੍ਰਾਪਤ ਹੁੰਦੀ ਹੈ? ਕਿਰਪਾ ਪ੍ਰਭੰ। ਜਦੋਂ ਪ੍ਰਭੂ ਜੀ ਦੀ ਕਿਰਪਾ ਹੁੰਦੀ ਹੈ, ਪ੍ਰਮਾਤਮਾ ਦੀ ਕਿਰਪਾ ਹੁੰਦੀ, ਤਾਂ ਸਤ ਸੰਗਤ, ਸਾਧ ਸੰਗਤ ਮਿਲਦੀ ਹੈ। ਇਸ ਕਰਕੇ ਪਿਆਰਿਓ, ਸਾਧ ਸੰਗਤ, ਸੰਤਾਂ ਦੇ ਸੰਗ ਵਿੱਚ ਮਿਲ ਕਰਕੇ ਸਦਾ ਨਾਮ ਨੂੰ ਜਪਣਾ ਕਰੋ। ਸੰਤਾਂ ਦੀ ਸੰਗਤ ਵਿੱਚ ਮਿਲ ਕੇ ਹੀ ਨਾਮ ਦਾ ਜਪਣਾ ਹੁੰਦਾ ਹੈ। ਸੰਤ ਪ੍ਰਸਾਦ ਹਰਿ ਕੀਰਤਨ ਗਾਓ। ਤੇ ਸੰਤਾਂ ਦੀ ਕਿਰਪਾ ਦੇ ਨਾਲ ਅਸੀਂ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਕੀਰਤਨ ਨੂੰ ਗਾਇਨ ਕਰਨਾ ਕਰਦੇ ਹਾਂ। ਸੰਤਾਂ ਦੀ ਕਿਰਪਾ ਦੇ ਨਾਲ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਕੀਰਤਨ ਨੂੰ ਗਾਇਨ ਕਰਨਾ ਕਰੋ। ਸੰਤਾਂ ਦੀ ਕਿਰਪਾ ਹੋ ਜਾਵੇ ਤਾਂ ਕੀਰਤਨ ਸਮਾਗਮ ਪ੍ਰਾਪਤ ਹੁੰਦੇ ਨੇ। ਸੰਤ ਜਨ ਆਪ ਪ੍ਰਵਚਨ ਕਰਦੇ ਨੇ, ਕੀਰਤਨ ਕਰਦੇ ਨੇ। ਸੰਤ ਬਾਬਾ ਸੁੰਦਰ ਸਿੰਘ ਜੀ, ਸੰਤ ਬਾਬਾ ਅਤਰ ਸਿੰਘ ਜੀ, ਸੰਤ ਬਾਬਾ ਈਸਰ ਸਿੰਘ ਜੀ, ਕਿੰਨੇ ਮਹਾਂਪੁਰਖ ਜਿਨ੍ਹਾਂ ਨੇ ਆਪ ਕੀਰਤਨ ਕਰਿਆ ਤੇ ਲੱਖਾਂ ਨੂੰ ਕੀਰਤਨ ਸਰਵਣ ਕਰਾ ਕੇ ਗੁਰੂ ਵਾਲੇ ਬਣਾ ਦਿੱਤਾ, ਲੱਖਾਂ ਨੂੰ ਅੰਮ੍ਰਿਤ ਛਕਾਇਆ। ਸੰਤ ਪ੍ਰਸਾਦ, ਸੰਤਾਂ ਦੀ ਕਿਰਪਾ ਹੋਈ ਸੰਗਤਾਂ ਦੇ, ਸੰਤਾਂ ਦੇ ਕਿਰਪਾ ਹੋਈ ਸਤਿਗੁਰੂ ਜੀ ਦੀ, ਤੇ ਸਤਿਗੁਰੂ ਜੀ ਦੀ ਕਿਰਪਾ ਸੰਤਾਂ ਦੇ ਹਿਰਦੇ ਦੇ ਵਿੱਚੋਂ ਫਿਰ ਅੱਗੇ ਜਗਿਆਸੂਆਂ ਤੇ ਅੰਮ੍ਰਿਤ ਸਰੂਪ ਹੋ ਕਰਕੇ, ਅੰਮ੍ਰਿਤ ਵਰਖਾ ਰੂਪ ਹੋ ਕਰਕੇ ਵਰੀ ਹੈ, ਜਿਸ ਦੇ ਨਾਲ ਬਹੁਤਿਆਂ ਦਾ ਭਲਾ ਹੋਇਆ। ਇਸ ਪ੍ਰਕਾਰ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਵਰਗੇ ਜਿਹੜੇ ਸੰਤ ਮਹਾਂਪੁਰਖ ਕੀਰਤਨ ਦੁਆਰਾ ਸੰਗਤਾਂ ਨੂੰ ਉਤਾਰਨਾ ਕੀਤਾ ਹੈ। ਮੌਜੂਦਾ ਸਮੇਂ ਵਿੱਚ ਬੇਅੰਤ ਸੰਤਾਂ ਮਹਾਂਪੁਰਖਾਂ ਨੇ ਕੀਰਤ ਤੋਂ ਭਾਵ ਕੀਰਤੀ ਵੀ ਹੈ, ਜਸ ਕਰਨਾ, ਵਾਹਿਗੁਰੂ ਜੀ ਦੀ ਵਡਿਆਈ ਕਰਨੀ। ਕੀਰਤਨ 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 ਨ ਨਰੋਲ ਕੀਰਤੀ,
ਜਿਹਦੇ ਵਿੱਚ ਨਿਰੋਲ ਕੀਰਤੀ ਹੀ ਕੀਰਤੀ, ਵਾਹਿਗੁਰੂ ਦਾ ਜਸ ਹੀ ਜਸ ਹੈ, ਕੋਈ ਹੋਰ ਗੱਲ ਨਹੀਂ। ਕੀ ਰਤਨ, ਜਿਸ ਦੇ ਅੱਗੇ ਰਤਨ ਵੀ ਕੀ ਨੇ, ਰਤਨ ਜਵੇਹਰ ਲਾਲ ਤੁਸ਼ ਨੇ ਜਿਸ ਦੇ ਅੱਗੇ, ਐਸੀ ਵਾਹਿਗੁਰੂ ਜੀ ਦੀ ਦਾਤ ਕੀਰਤਨ। ਕੀਰਤਨ, ਤਨ ਤੋਂ ਭਾਵ ਰਸਨਾ ਜ਼ੁਬਾਨ, ਜ਼ੁਬਾਨ ਦੇ ਨਾਲ ਵਾਹਿਗੁਰੂ ਜੀ ਦੀ ਕੀਰਤੀ ਸਦਾ ਕਰਦੇ ਰਹਿਣਾ, ਜਸ ਗਾਉਂਦੇ ਰਹਿਣਾ, ਬਾਣੀ ਪੜ੍ਹਦੇ ਰਹਿਣਾ, ਇਹ ਵੀ ਕੀਰਤਨ ਅਖਵਾਉਂਦੀ ਹੈ। ਇਸ ਪ੍ਰਕਾਰ ਪਿਆਰਿਓ ਸੰਤਾਂ ਦੀ ਕਿਰਪਾ ਦੇ ਨਾਲ ਜਗਿਆਸੂ ਜਨਾਂ ਵੱਲੋਂ ਕੀਰਤਨ ਨੂੰ ਗਾਇਨ ਕਰਨਾ, ਸਰਵਣ ਕਰਨਾ ਤੇ ਵਾਹਿਗੁਰੂ ਜੀ ਦਾ ਜਸ ਕਰਨਾ ਪ੍ਰਾਪਤ ਹੁੰਦਾ ਹੈ। ਸੰਤ ਪ੍ਰਸਾਦ ਸਗਲ ਦੁਖ ਮਿਟੇ, ਸੰਤਾਂ ਦੀ ਕਿਰਪਾ ਦੇ ਨਾਲ ਸੰਤਾਂ ਦੀ ਸੰਗਤ ਵਿੱਚ ਰਹਿ ਕਰਕੇ ਨਾਮ ਜਪਿਆ ਜਾਵੇ ਤੇ ਫਿਰ ਸਾਰੇ ਦੁੱਖ ਮਿਟ ਜਾਂਦੇ ਨੇ, ਚਾਹੇ ਤਨ ਦੇ ਹੋਣ ਚਾਹੇ ਮਨ ਦੇ ਹੋਣ। ਸਾਧੂ ਮਹਾਤਮਾ ਨਾਮ ਜਪਾ ਕਰਕੇ ਰੋਗਾਂ ਨੂੰ ਕੱਟ ਦਿੰਦੇ ਨੇ, ਦੁੱਖਾਂ ਨੂੰ ਕੱਟ ਦਿੰਦੇ ਨੇ। ਜਦੋਂ ਕਮਾਈ ਵਾਲਿਆਂ ਦੀ ਰਸਨਾ ਤੋਂ, ਸਿਮਰਨ ਵਾਲਿਆਂ ਦੀ, ਅਭਿਆਸ ਵਾਲਿਆਂ ਦੀ, ਨਿਰਵਿਕਾਰ ਜੀਵਨ ਵਾਲਿਆਂ ਦੀ ਰਸਨਾ ਤੋਂ ਨਾਮ ਸਰਵਣ ਕਰੀਏ ਨਾ, ਫਿਰ ਦੁੱਖ ਕੱਟੇ ਜਾਂਦੇ ਨੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਹਜ਼ੂਰ ਫਰਮਾਉਂਦੇ ਨੇ ਜਿਸ ਵੇਲੇ ਸੰਤਾਂ ਦੀ ਰਸਨਾ ਤੋਂ ਨਾਮ ਸਰਵਣ ਕਰਨਾ ਕਰੀਏ, ਸੰਗਤ ਵਿੱਚ ਰਹਿ ਕਰਕੇ, ਸਾਰੇ ਜਿਹੜੇ ਦੁੱਖ ਰੋਗ ਕਲੇਸ਼ ਵਿਪਤਾ ਸੰਕਟ ਨੇ ਉਹ ਕੱਟੇ ਜਾਂਦੇ ਨੇ ਪਿਆਰਿਓ, ਖਤਮ ਹੋ ਜਾਂਦੇ, ਮੁੱਕ ਜਾਂਦੇ ਨੇ। ਸੰਤ ਪ੍ਰਸਾਦ ਬੰਧਨ ਤੇ ਛੁਟੇ, ਸੰਤਾਂ ਦੀ ਕਿਰਪਾ ਦੇ ਨਾਲ ਜਿਹੜਾ ਜੀਵ ਹੈ ਬੰਧਨਾਂ ਤੋਂ ਛੁੱਟ ਜਾਂਦਾ ਹੈ। ਸਾਦਾ ਸਰਲੀ ਜੋ ਪਵੈ ਸੋ ਛੁੱਟੈ ਬੱਧਾ, ਚਾਹੇ ਉਹ ਬੰਧਨ ਵਿਕਾਰਾਂ ਦੇ ਨੇ, ਚਾਹੇ ਜੰਮਣ ਮਰਨ ਦੇ ਨੇ। ਸੰਤ ਜਨਾਂ ਦੀ ਸ਼ਰਨ ਵਿੱਚ ਪੈ ਕਰਕੇ ਨਾਮ ਜਪੀਏ, ਬਾਣੀ ਪੜ੍ਹੀਏ, ਸਿਮਰਨ ਭਜਨ ਕਰੀਏ, ਸਾਰੇ ਬੰਧਨ ਵੀ ਜੰਮਣ ਮਰਨ ਦੇ, ਹਉਮੈ ਦੇ, ਅਵਿਦਿਆ ਦੇ, ਅਹੰਕਾਰ ਦੇ, ਵਿਕਾਰਾਂ ਦੇ ਟੁੱਟ ਜਾਂਦੇ ਹਨ। ਸੰਤ ਕਿਰਪਾ ਤੇ ਮਿਟੇ ਮੋਹ ਪਰਮ, ਸੰਤਾਂ ਦੀ ਕਿਰਪਾ ਦੇ ਨਾਲ ਹਿਰਦੇ ਦੇ ਵਿੱਚੋਂ ਮੋਹ ਮਿਟ ਜਾਂਦਾ ਹੈ। ਜਿਹੜਾ ਮੋਹ ਹੈ ਨਾ ਸਾਧ ਸੰਗਤ ਜੀ, ਇਹ ਸਾਰੇ ਵਿਕਾਰਾਂ ਦਾ ਰਾਜਾ ਕਿਹਾ ਹੈ। ਕਾਮ ਲੋਭ ਇਤਿਆਦਿਕ ਜਿਹੜੇ ਵਿਕਾਰ ਇਸ ਦੇ ਸੈਨਾਪਤੀ ਕਥਨ ਕੀਤੇ, ਮੋਹ ਸਭਨਾਂ ਤੋਂ ਵੱਡਾ ਇਸ ਨੂੰ ਰਾਜਾ ਕਥਨ ਕੀਤਾ। ਇਸੇ ਪ੍ਰਕਾਰ ਜੰਗਲ ਦੇ ਵਿੱਚੋਂ ਜਾਨਵਰ ਅੱਜ ਦੇ ਅਨੁਸਾਰ ਵੇਖੀਏ, ਹਾਥੀ ਸਭਨਾਂ ਤੋਂ ਵੱਡਾ ਹੈ, ਬਲਵਾਨ ਵੀ ਹੈ ਤੇ ਵੱਡਾ ਵੀ ਹੈ। ਇਵੇਂ ਜਿਹੜਾ ਮਨ ਰੂਪੀ ਜੰਗਲ ਦੇ ਵਿੱਚ ਸਭਨਾਂ ਦੇ ਵਿੱਚੋਂ ਬਲਵਾਨ ਹੈ ਮੋਹ ਰੂਪੀ ਹਾਥੀ। ਤੇ ਸਾਧ ਸੰਗਤ ਜੀ ਜਿਵੇਂ ਜਿਹੜਾ ਬੱਬਰ ਸ਼ੇਰ ਹੁੰਦਾ ਹਾਥੀ ਨੂੰ ਵੀ ਮਾਰ ਦਿੰਦਾ ਨਾ, ਜਿਹੜੇ ਸਤਿਗੁਰੂ ਜੀ ਦੇ ਬਚਨ ਨੇ ਇਹ ਬੱਬਰ ਸ਼ੇਰ ਵਰਗੇ ਨੇ, ਇਹ ਮੋਹ ਰੂਪੀ ਹਾਥੀ ਨੂੰ ਵੀ ਮਾਰ ਦਿੰਦੇ ਨੇ। ਤੇ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਵਚਨ ਫਰਮਾਵਣਾ ਕਰਦੇ ਨੇ, ਸੰਤਾਂ ਦੀ ਕਿਰਪਾ ਦੇ ਨਾਲ ਭਾਵ ਜਦੋਂ ਸ਼ਰਨ ਵਿੱਚ ਰਹਿ ਕਰਕੇ ਨਾਮ ਨੂੰ ਜਪਣਾ ਕਰੀਏ, ਹਿਰਦੇ ਦੇ ਵਿੱਚੋਂ ਮੋਹ ਜਿਹੜਾ ਇਸ ਦਾ ਵੀ ਅਭਾਵ ਹੋ ਜਾਂਦਾ ਹੈ। ਤੇ ਹਿਰਦੇ ਦੇ ਵਿੱਚ ਜਿਹੜੇ 5 ਪ੍ਰਕਾਰ ਦੇ ਭਰਮ ਨੇ ਵੱਡੇ ਭਾਰੀ, ਇਹ ਵੀ ਹਿਰਦੇ ਚੋਂ ਮਿਟ ਜਾਂਦੇ ਹਨ। ਸਾਧ ਰੇਣ ਮਜਨ ਸਭ ਧਰਮ, ਭਾਈ ਜਿਹੜੇ ਸਾਧ ਜਨਾਂ ਦੀ ਚਰਨ ਧੂੜੀ ਹੈ ਨਾ, ਇਸ ਦੇ ਵਿੱਚ ਜਿਹੜਾ ਇਸ਼ਨਾਨ ਕਰਨਾ ਹੈ, ਭਾਵ ਪ੍ਰਾਪਤ ਕਰਨੀ, ਮੁੱਖ ਮਸਤਕ ਨੂੰ ਲਾਉਣੀ ਹੈ, ਸੋ ਸਾਰੇ ਹੀ ਤੀਰਥਾਂ ਦੇ ਇਸ਼ਨਾਨ ਦਾ ਮਹਾਤਮ ਪ੍ਰਾਪਤ ਹੋ ਜਾਂਦਾ। ਪੰਕਤੀ ਫਿਰ ਪੜ੍ਹਦੇ ਹੋ ਜੀ। ਸਾਧ ਰੇਣ ਮਜਨ ਸਭ ਧਰਮ, ਤੇ ਸਾਰੇ ਹੀ ਸ਼ੁਭ ਧਰਮਾਂ ਦੇ ਕਰਮ ਕਰਨੇ ਦਾ ਫਲ ਪ੍ਰਾਪਤ ਹੋ ਜਾਂਦਾ ਹੈ ਜਦੋਂ ਸਾਧ ਜਨਾਂ ਦੀ ਧੂੜੀ ਮਿਲ ਜਾਵੇ। ਹਜ਼ੂਰ ਫਰਮਾਉਂਦੇ ਨੇ, ਧੂੜੀ ਮੱਜਨ ਸਾਧ ਕੇ ਸਾਈਂ ਥੀਏ ਕਿਰਪਾਲ। ਐਵੇਂ ਥੋੜਾ ਮਿਲ ਜਾਂਦੀ ਹੈ, ਸਾਰੇ ਕਿਉਂ ਨਹੀਂ ਪ੍ਰਾਪਤ ਕਰ ਲੈਂਦੇ? ਇਹ ਤੇ ਕਿਸੇ ਵਿਰਲੇ ਦੇ ਉੱਪਰ ਸਾਈਂ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾਲੂ ਹੋ ਜਾਣ, ਮਿਹਰ ਕਰਨ, ਬਖਸ਼ਿਸ਼ ਕਰ ਦੇਣ, ਤਾਂ ਸਾਧੂ ਦੀ, ਪੂਰੇ ਸਾਧੂ ਦੀ ਚਰਨ ਧੂੜੀ ਮਿਲਦੀ ਹੈ ਜਿਹੜੇ ਨਾਮ ਦੇ ਰਸੀਏ ਨੇ। ਐਸੇ ਸੰਤ ਜਨਾਂ ਦੀ ਚਰਨ ਧੂੜੀ ਮਿਲ ਜਾਵੇ ਨਾ, ਤੇ ਸਾਰੇ ਹੀ ਧਰਮਾਂ ਦੇ ਸ਼ੁਭ ਕਰਮਾਂ ਦੇ ਕਰਨੇ ਦਾ ਫਲ ਪ੍ਰਾਪਤ ਹੋ ਜਾਂਦਾ ਜੇ ਮੱਥੇ ਤੇ ਵੀ ਲੱਗ ਜਾਵੇ। ਤੇ ਜਿਵੇਂ ਭਾਈ ਸ਼ੁਬੇਗ ਸਿੰਘ ਜੀ ਨੇ ਸ਼ਾਹਬਾਜ਼ ਸਿੰਘ ਜੀ ਆਪਣੇ ਸਪੁੱਤਰ ਦੇ ਮੱਥੇ ਤੇ ਪੈਰ ਦਾ ਅੰਗੂਠਾ ਹੀ ਮਾਰਿਆ ਸੀ ਨਾ, ਤੇ ਬੁਰਾ ਲੇਖ ਮਿਟਾ ਦਿੱਤਾ ਸੀ। ਇਸੇ ਪ੍ਰਕਾਰ ਹਜ਼ੂਰ ਫਰਮਾਵਣਾ ਕਰਦੇ ਨੇ, ਗੁਰ ਸਿੱਖਾਂ ਕੀ ਹਰ ਧੂੜ ਦੇਹ ਹਮ ਪਾਪੀ ਪੀਗਤ ਪਾਹੇ। ਇਹ ਪਾਪੀਆਂ ਦਾ ਨਿਸਤਾਰਾ ਕਰ ਦਿੰਦੀ ਹੈ ਪਿਆਰਿਓ, ਪੂਰੇ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਮਿਲਦੀ ਹੈ। ਮਿਲ ਜਾਵੇ ਹਿਰਦੇ ਚੋਂ ਅਗਿਆਨ ਮਿਟ ਜਾਂਦਾ ਹੈ, ਮੋਹ ਮਿਟ ਜਾਂਦਾ ਹੈ, ਸਾਰੇ ਧਰਮਾਂ ਦੇ ਸ਼ੁਭ ਕਰਮਾਂ ਦੇ ਕਮਾਵਣੇ ਦਾ ਫਲ ਪ੍ਰਾਪਤ ਹੋ ਜਾਂਦਾ ਹੈ। 68 ਤੀਰਥਾਂ ਦੇ ਇਸ਼ਨਾਨ ਕਰਨੇ ਦਾ ਮਹਾਤਮ ਪ੍ਰਾਪਤ ਹੋ ਜਾਂਦਾ ਹੈ ਸੰਤ ਜਨਾਂ ਦੀ ਚਰਨ ਧੂੜੀ ਮਸਤਕ ਤੇ ਲਾਉਣ ਦੇ ਨਾਲ। ਸੋ ਇਸੇ ਪ੍ਰਕਾਰ ਮਾਗ ਮੱਜਨ ਸੰਗ ਸਾਧੂਆ ਧੂੜੀ ਕਰੇ ਸਨਾਨ, ਹਰ ਕਾ ਨਾਮ ਧਿਆਏ ਸੁਨ ਸਭਨਾ ਨੂੰ ਕਰ ਦਾਨ। ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ, ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਆਨ। ਸਾਰੇ ਵਿਕਾਰ ਮਿਟ ਜਾਂਦੇ ਤੇ ਲੋਭ ਰੂਪੀ ਕੁੱਤਾ ਵੀ ਜਿਹੜਾ ਅਭਾਵ ਹੋ ਜਾਂਦਾ ਹੈ। ਐਸਾ ਚਰਨ ਧੂੜੀ ਦਾ ਫਲ ਹੈ ਜੀ।
ਸਾਧ ਕਿਰਪਾਲ ਦਇਆਲ ਗੋਬਿੰਦ। ਮਹਾਰਾਜ ਐਸੇ ਸਾਧੂਆਂ ਦੀ ਸੰਗਤ ਕਦੋਂ ਹੁੰਦੀ ਏ, ਕਦੋਂ ਮਿਲਦੀ ਐ ਐਸੇ ਸੰਤਾਂ ਦੀ ਚਰਨ ਧੂੜੀ? ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਜਿਸ ਵੇਲੇ ਗੋਬਿੰਦ ਜੀ ਸਾਰੀ ਸ੍ਰਿਸ਼ਟੀ ਦੇ ਪ੍ਰਤਪਾਲਕ ਅਕਾਲ ਪੁਰਖ ਵਾਹਿਗੁਰੂ ਜੀ ਦਇਆਲੂ ਹੋ ਜਾਂਦੇ ਨੇ, ਕਿਰਪਾਲੂ ਹੋ ਜਾਂਦੇ ਨੇ, ਤਾਂ ਫਿਰ ਐਸੇ ਸੰਤਾਂ ਦੀ ਚਰਨ ਧੂੜ ਮਿਲਦੀ, ਸੰਗਤ ਮਿਲਦੀ ਹੈ। ਪੰਕਤੀ ਦੁਬਾਰਾ ਪੜ੍ਹ ਦਿਓ ਜੀ। ਸਾਧ ਕਿਰਪਾਲ ਦਇਆਲ ਗੋਬਿੰਦ। ਜਿਨ੍ਹਾਂ ਦੇ ਉੱਪਰ ਗੋਬਿੰਦ ਜੀ ਵਾਹਿਗੁਰੂ ਜੀ ਦਇਆਲੂ ਹੁੰਦੇ ਨੇ, ਫਿਰ ਸੰਤ ਦੇ ਹਿਰਦੇ ਦੇ ਅੰਦਰ ਮਿਹਰ ਦੀ ਦ੍ਰਿਸ਼ਟੀ ਨਜ਼ਰ ਪਾ ਦਿੰਦੇ ਨੇ, ਫਿਰ ਸੰਤ ਕਿਰਪਾਲੂ ਹੋ ਜਾਂਦਾ ਹੈ। ਤੇ ਜਿਸ ਦੇ ਉੱਪਰ ਸੰਤ ਕਿਰਪਾ ਕਰ ਦਿੰਦੇ ਨੇ, ਚਰਨ ਧੂੜੀ ਬਖਸ਼ਦੇ ਨੇ, ਉਪਦੇਸ਼ ਦੀ ਦਾਤ ਬਖਸ਼ਦੇ ਨੇ, ਤੇ ਇਸ ਨੂੰ ਨਾਮ ਦੇ ਵਿੱਚ ਜੋੜ ਦਿੰਦੇ ਹਨ। ਇਹ ਗੁਰਸਿੱਖਾਂ ਦਾ ਸਵਾਲ ਵੀ ਸੀ, ਮਹਾਰਾਜ ਐਸੇ ਸੰਤਾਂ ਦੀ ਚਰਨ ਧੂੜ ਮਿਲਦੀ ਕਦੋਂ ਹੈ, ਐਸੇ ਸੰਤ ਜਨਾਂ ਦੀ ਕਿਰਪਾ ਕਦੋਂ ਮਿਲਦੀ ਏ? ਤੇ ਹਜ਼ੂਰ ਫਰਮਾਉਂਦੇ, ਜਦੋਂ ਗੋਬਿੰਦ ਜੀ ਵਾਹਿਗੁਰੂ ਜੀ ਨਿਰੰਕਾਰ ਜੀ ਪਰਮ ਪਿਤਾ ਜੀ ਉਹ ਨਿਰੰਕਾਰ ਜੀ ਪ੍ਰਸੰਨ ਹੁੰਦੇ ਨੇ ਨਾ, ਤੇ ਦਇਆਲੂ ਕਰਕੇ ਸੰਤਾਂ ਦੇ ਨਾਲ ਮੇਲ ਦਿੰਦੇ ਨੇ, ਫਿਰ ਸੰਤਾਂ ਦੀ ਕਿਰਪਾ ਹੋ ਜਾਂਦੀ ਤੇ ਹਿਰਦੇ ਦੇ ਅੰਦਰ ਨਾਮ ਵਸਦਾ ਹੈ, ਜੀਵ ਨਾਮ ਦਾ ਰਸੀਆ ਹੁੰਦਾ ਹੈ। ਸਾਧਾ ਮਹਿ ਇਹੋ ਹਮਰੇ ਜਿੰਦ। ਸੱਚੇ ਪਾਤਸ਼ਾਹ ਐਸੇ ਨਾਮ ਰਸੀਏ ਮਹਾਤਮਾ ਜੋ ਨੇ ਆਪ ਜੀ ਤਿੰਨਾਂ ਨੂੰ ਕੈਸੇ ਭਾਵ ਦੇ ਨਾਲ ਦੇਖਦੇ ਹੋ, ਕੈਸਾ ਆਦਰ ਦਿੰਦੇ ਹੋ? ਤੇ ਹਜ਼ੂਰ ਫਰਮਾਉਂਦੇ, ਪਿਆਰਿਓ ਸਾਡੀ ਤਾਂ ਜਿੰਦ ਜਾਨ ਹੀ ਸਾਧਾਂ ਚ ਵਸਦੀ ਹੈ। ਇਹ ਸਾਧੂ ਜਨ ਤਾਂ ਸਾਡੀ ਜਿੰਦ ਜਾਨ ਨੇ। ਸਾਧਾ ਮਹਿ ਹਮਰੀ ਜਿੰਦ। ਜਿਵੇਂ ਮਾਂ ਲਾਡ ਲਡਾਉਂਦੀ ਹੈ ਤੇ ਗੋਦੀ ਦੇ ਬਾਲਕ ਨੂੰ ਕਹਿੰਦੀ ਹੈ ਨਾ, ਤੂੰ ਤੇ ਮੇਰੀ ਜਾਨ ਹੈ। ਹਜ਼ੂਰ ਪਾਤਸ਼ਾਹ ਆਪਣੇ ਨਾਮ ਰਸੀਆਂ ਨੂੰ ਲਾਡ ਲਡਾਉਂਦਿਆਂ ਕਹਿੰਦੇ ਨੇ, ਤੁਸੀਂ ਤੇ ਸਾਡੀ ਜਾਨ ਹੋ, ਸਾਡੀ ਤੇ ਜਿੰਦ ਜਾਨ, ਸਾਡੇ ਪ੍ਰਾਣ ਹੀ ਸਾਧਾਂ ਵਿੱਚ ਵਸਦੇ ਨੇ। ਸਾਧ ਰੂਪ ਆਪਣਾ ਤਨ ਧਾਰਿਆ। ਪਰਮਾਤਮਾ ਜੀ ਆਪ ਹੀ ਸਾਧੂ ਰੂਪ ਹੋ ਕਰਕੇ ਧਰਤੀ ਤੇ ਆਉਂਦੇ ਨੇ, ਨਾਮ ਰਸੀ ਹੋ ਕਰਕੇ ਦੂਸਰਿਆਂ ਨੂੰ ਨਾਮ ਦਾ ਰਸ ਬਖਸ਼ਦੇ ਨੇ। ਸੋ ਹਜ਼ੂਰ ਫਰਮਾਵਣਾ ਕਰਦੇ, ਐਸੇ ਸੰਤ ਜਨਾਂ ਦੇ ਅੰਦਰ ਸਾਡੇ ਪ੍ਰਾਣ ਵਸਦੇ ਹਨ। ਇਤਨਾ ਪਿਆਰ ਸਾਡਾ ਸਾਧੂਆਂ ਦੇ ਪਰਥਾਏ, ਆਪਣੇ ਪ੍ਰਾਣ ਵੀ ਇਹਨਾਂ ਤੋਂ ਨਿਸ਼ਾਵਰ ਕਰ ਦਈਏ। ਕਿਰਪਾ ਨਿਧ ਕਿਰਪਾਲ ਧਿਆਵੋ। ਕਿਉਂਕਿ ਸਾਧੂ ਜਨਾਂ ਦੀ ਸੰਗਤ ਵਿੱਚ ਰਹਿ ਕਰਕੇ ਹੀ ਕਿਰਪਾ ਨਿਧ, ਜੋ ਕਿਰਪਾਲੂ ਅਕਾਲ ਪੁਰਖ ਵਾਹਿਗੁਰੂ ਕਿਰਪਾ ਦਾ ਖਜ਼ਾਨਾ, ਕਿਰਪਾ ਦਾ ਸਾਗਰ ਹੈ, ਸਾਧਾਂ ਦੀ ਸ਼ਰਨ ਵਿੱਚ ਰਹਿ ਕਰਕੇ ਇਸ ਕਿਰਪਾਲੂ ਜੀ ਦੇ ਨਾਮ ਨੂੰ ਜਪਣਾ ਹੁੰਦਾ ਹੈ। ਸ਼ਰਨ ਵਿੱਚ ਰਹਿ ਕਰਕੇ ਹੀ ਅਰਾਧਿਆ ਜਾਂਦਾ ਹੈ। ਸਾਧੂ ਮਹਾਤਮਾ ਕਿਰਪਾ ਕਰਕੇ ਨਾਮ ਜਪਾਉਂਦੇ ਹਨ। ਸਾਧ ਸੰਗ ਤਾਂ ਬੈਠਣ ਪਾਵੋ। ਜੇਕਰ ਨਾਮ ਦੇ ਰਸੀ ਹੋਈਏ ਨਾ, ਤਾਂ ਸਾਧ ਸੰਗਤ ਵਿੱਚ ਬੈਠਣਾ ਪਾਈਦਾ ਹੈ। ਇਹ ਤਾਂ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਸਚਿਆਰ ਸਿੱਖ ਗੁਰੂ ਕੀ ਹਜ਼ੂਰੀ ਵਿੱਚ ਸਾਧ ਸੰਗਤ ਵਿੱਚ ਆ ਕੇ ਬੈਠਦੇ। ਵਿਕਾਰੀ ਥੋੜਾ ਬੈਠ ਸਕਦਾ, ਉਸ ਦਾ ਤੇ ਮਨ ਹੀ ਨਹੀਂ ਲੱਗਦਾ। ਕਹਿੰਦਾ ਜੀ ਬਾਬੇ ਇੱਕੋ ਗੱਲ ਹੀ ਕਹੀ ਜਾਂਦੇ, ਨਾਮ ਜਪੋ ਨਾਮ ਜਪੋ ਨਾਮ ਜਪੋ। ਇਹਨਾਂ ਨੂੰ ਦੂਜਾ ਕੰਮ ਹੀ ਕੋਈ ਨਹੀਂ, ਆਪ ਤੇ ਵਿਹਲੇ ਨੇ, ਸਾਨੂੰ ਵੀ ਵਿਹਲੇ ਸਮਝ ਛੱਡਿਆ, ਟਿਚਣਾ ਕਰਦੇ ਨੇ। ਕੋਈ ਕਹਿੰਦਾ ਜੀ ਤੋਤਾ ਰਟਨ ਹੈ, ਕੋਈ ਕਹਿੰਦਾ ਜੀ ਕੀ ਮਿਲਦਾ ਵਾਹਿਗੁਰੂ ਵਾਹਿਗੁਰੂ ਜਪਿਆ ਕਿਹੜੇ ਪੈਸੇ ਆਉਂਦੇ ਨੇ, ਜਾ ਕੇ ਕੰਮ ਕਰਾਂਗੇ ਸ਼ਾਮ ਨੂੰ 500-600 ਰੁਪਇਆ ਦਿਹਾੜੀ ਮਿਲ ਜਾਣੀ ਹੈ, ਵਾਹਿਗੁਰੂ ਵਾਹਿਗੁਰੂ ਕੀਤਾ ਕੀ ਮਿਲਦਾ, ਮਿਲਦਾ ਦੇ ਕੱਖ ਵੀ ਨਹੀਂ। ਇਸ ਪ੍ਰਕਾਰ ਤਰਕਾਂ ਪਿਆਰਿਓ ਉਹਨਾਂ ਨੂੰ ਹੀ ਸਾਧ ਸੰਗਤ ਵਿੱਚ ਮਿਲਣਾ ਤੇ ਮਿਲ ਕੇ ਬੈਠਣਾ ਤੇ ਬੈਠ ਕਰਕੇ ਜਪਣਾ ਨਸੀਬ ਹੁੰਦਾ ਹੈ, ਜਿਨ੍ਹਾਂ ਤੇ ਵਾਹਿਗੁਰੂ ਜੀ ਦੀ ਦਇਆ ਦ੍ਰਿਸ਼ਟੀ ਹੈ। ਤੇ ਦਇਆ ਦ੍ਰਿਸ਼ਟੀ ਹੋ ਗਈ, ਨਾਮ ਦੇ ਰਸੀਏ ਹੋ ਗਏ, ਉਹਨਾਂ ਨੂੰ ਹੀ ਸਾਧ ਸੰਗਤ ਵਿੱਚ ਬੈਠਣਾ ਮਿਲਦਾ ਹੈ। ਸਭਨਾਂ ਨੂੰ ਇਹ ਸਾਧ ਸੰਗਤ ਨਸੀਬ ਨਹੀਂ ਹੁੰਦੀ। ਨੰਦੇੜ ਦੇ ਵਿੱਚ ਕੋਈ ਥੋੜੀ ਦੁਨੀਆ ਵਸਦੀ ਹੈ, ਕਿਸੇ ਪ੍ਰਕਾਰ ਇੱਥੇ ਦੀ ਆਬਾਦੀ ਤੇ ਘੱਟ ਨਹੀਂ ਨਾ, ਪਰ ਸੱਚਖੰਡ ਦਰਬਾਰ ਚ ਕਿਤਨੇ ਆ ਕਰਕੇ ਬੈਠੇ ਨੇ, ਸਭਨਾਂ ਨੂੰ ਪ੍ਰਾਪਤ ਨਹੀਂ ਹੁੰਦਾ। ਹਜ਼ੂਰ ਫਰਮਾਉਂਦੇ ਨੇ, ਸਭਨਾਂ ਦੇ ਏਡੇ ਵੱਡੇ ਭਾਗ ਨਹੀਂ, ਇਤਨੇ ਕਰਮ ਨਹੀਂ। ਇਹ ਤੇ ਨਾਮ ਦੀ ਪਿਆਸ ਜਿਸ ਦੇ ਹਿਰਦੇ ਦੇ ਵਿੱਚ ਹੋਵੇ, ਨਾਮ ਦੀ ਭੁੱਖ ਜਿਸ ਦੇ ਹਿਰਦੇ ਦੇ ਵਿੱਚ ਹੋਵੇ, ਨਾਮ ਦਾ ਪਿਆਰ ਜਿਸ ਦੇ ਹਿਰਦੇ ਦੇ ਵਿੱਚ ਹੋਵੇ, ਸਤਿਗੁਰਾਂ ਦੀ ਭਾਵਨਾ ਜਿਸ ਦੇ ਮਨ ਦੇ ਅੰਦਰ ਹੋਵੇ, ਤੇ ਇਸ ਨੂੰ ਹੀ ਸਾਧ ਸੰਗਤ ਦੇ ਵਿੱਚ ਪਿਆਰਿਓ ਬੈਠਣਾ ਮਿਲਦਾ ਹੈ। ਮੋਹਿ ਨਿਰਗੁਣ ਕਾ ਪ੍ਰਭ ਕੀਨੇ ਦਇਆ। ਤੇ ਸਾਡੇ ਉੱਪਰ ਨਿਰਗੁਣਿਆਰਿਆਂ ਦੇ ਉੱਪਰ ਪ੍ਰਭੂ ਜੀ ਨੇ, ਸਤਿਗੁਰੂ ਜੀ ਨੇ, ਪੂਰਨ ਸਮਰੱਥ ਸਤਿਗੁਰੂ ਜੀ ਨੇ ਦਇਆ ਕਰ ਦਿੱਤੀ ਹੈ, ਕਿਰਪਾਲਤਾ ਕਰ ਦਿੱਤੀ, ਮਿਹਰ ਦੀ ਦ੍ਰਿਸ਼ਟੀ ਕੀਤੀ ਹੈ। ਸਾਧ ਸੰਗ ਨਾਨਕ ਨਾਮ ਲਿਆ। ਹਜ਼ੂਰ ਫਰਮਾਵਣਾ ਕਰਦੇ ਨੇ, ਇਹ ਤੇ ਵਾਹਿਗੁਰੂ ਜੀ ਦੀ ਦ੍ਰਿਸ਼ਟੀ ਹੈ ਕਿ ਪੂਰੇ ਸਾਧੂ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਸੰਗਤ ਮਿਲੀ, ਪੂਰੇ ਸਾਧੂ ਬਾਬਾ ਬੁੱਢਾ ਸਾਹਿਬ ਜੀ ਦੀ ਸੰਗਤ ਮਿਲੀ, ਤਿੰਨਾਂ ਦੀ ਸੰਗਤ ਮਿਲੀ ਅਕਾਲ ਪੁਰਖ ਜੀ ਦੀ ਦਇਆ ਦੇ ਨਾਲ, ਤੇ ਫਿਰ ਸੰਗਤ ਮਿਲਣੇ ਦੇ ਨਾਲ ਨਾਮ ਨੂੰ ਜਪਣਾ ਧਿਆਵਨਾ ਕੀਤਾ ਹੈ। ਗੁਰਸਿੱਖੋ
ਜਿਸ ਦੇ ਉੱਪਰ ਪੂਰੇ ਸਤਿਗੁਰੂ ਜੀ ਦੀ, ਪਾਰ ਬ੍ਰਹਮ ਜੀ ਦੀ, ਪਰਮੇਸ਼ਰ ਜੀ ਦੀ ਦਇਆ ਹੋ ਜਾਂਦੀ ਹੈ, ਉਹਨਾਂ ਨੂੰ ਸਾਧ ਸੰਗਤ ਮਿਲਦੀ ਹੈ। ਫਿਰ ਉਹੀ ਸਾਧ ਸੰਗਤ ਦੇ ਨਾਲ ਮਿਲ ਕਰਕੇ ਜਪਦੇ ਨੇ ਸਤਿਨਾਮ ਸ੍ਰੀ ਵਾਹਿਗੁਰੂ। ਸਭਨਾਂ ਨੂੰ ਇਹ ਦਾਤ ਨਹੀਂ ਮਿਲਦੀ। ਅਕਾਲ ਪੁਰਖ ਜੀ ਕਿਰਪਾਲਤਾ ਕਰਕੇ ਸਾਧ ਸੰਗਤ ਦੇ ਨਾਲ ਮਿਲਾਉਂਦੇ ਨੇ। ਖੋਜਤ ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਈ। ਸੰਸਾਰ ਸਾਗਰ ਤੋਂ ਸਾਧ ਸੰਗਤ ਕੀਤੇ ਤੋਂ ਬਿਨਾਂ ਤਰਿਆ ਕੋਈ ਨਹੀਂ, ਤੇ ਜਿਨ੍ਹਾਂ ਨੂੰ ਤਾਰਨਾ ਹੁੰਦਾ ਹੈ ਸਤਿਗੁਰੂ ਜੀ ਕਿਰਪਾਲੂ ਜੀ ਕਿਰਪਾ ਕਰਕੇ ਫਿਰ ਸਾਧ ਸੰਗਤ ਦੇ ਨਾਲ ਮੇਲ ਦਿੰਦੇ ਨੇ। ਤੇ ਗੁਰਮੁਖ ਪਿਆਰੇ ਮਿਲ ਕਰਕੇ ਸਾਧ ਸੰਗਤ ਵਿੱਚ ਵਾਹਿਗੁਰੂ ਜੀ ਦਾ ਨਾਮ ਸੁਣਦੇ ਨੇ। ਜਿਵੇਂ ਜਿਵੇਂ ਸੁਣਦੇ ਨੇ ਤਿਵੇਂ ਤਿਵੇਂ ਹਿਰਦੇ ਵਿੱਚ ਸ਼ਰਧਾ ਵੱਧਦੀ ਹੈ, ਇਕਾਗਰਤਾ ਵੱਧਦੀ ਹੈ, ਭਾਵ ਵੱਧਦਾ ਹੈ, ਪ੍ਰੇਮ ਵੱਧਦਾ ਹੈ। ਤੇ ਜਿਵੇਂ ਜਿਵੇਂ ਪ੍ਰੇਮ ਵੱਧਦਾ ਫਿਰ ਤਿਵੇਂ ਤਿਵੇਂ ਜਪਣ ਦੀ ਸ਼ਿੱਦਤ ਵੱਧਦੀ ਏ। ਫਿਰ ਜਿਵੇਂ ਜਿਵੇਂ ਜਪਦੇ ਨੇ ਮਨ ਨਿਰਮਲ ਹੁੰਦਾ ਜਾਂਦਾ ਹੈ, ਇਕਾਗਰ ਹੁੰਦਾ ਜਾਂਦਾ ਹੈ, ਸੁਰਤ ਟਿਕਦੀ ਜਾਂਦੀ ਏ, ਤਨ ਮਨ ਜਿਹੜਾ ਹੈ ਸ਼ੁੱਧ ਹੁੰਦਾ ਜਾਂਦਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਦਿਆਂ ਜਪਦਿਆਂ ਇੱਕ ਦਿਨ ਵਾਹਿਗੁਰੂ ਦਾ ਹੀ ਸਰੂਪ ਹੋ ਜਾਂਦੇ ਨੇ। ਜਿਨ ਹਰ ਜਪਿਆ ਸੇ ਹਰ ਹੋਏ, ਉਹ ਹਰੀ ਜੀ ਦਾ ਹੀ ਸਰੂਪ ਹੋ ਜਾਂਦੇ ਨੇ। ਪਰ ਇਹ ਦਾਤਾ ਕਿਰਪਾਲੂ ਸਤਿਗੁਰੂ ਜੀ ਕਿਰਪਾ ਕਰਦੇ ਨੇ, ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾਲਤਾ ਕਰਦੇ ਨੇ, ਤਾਂ ਸਾਧ ਸੰਗਤ ਬਖਸ਼ਦੇ ਨੇ ਤੇ ਇਹ ਦਾਤਾਂ ਮਿਲਦੀਆਂ ਨੇ ਜੀ। ਇਹ ਪਾਵਨ ਅੰਮ੍ਰਿਤਮਈ ਉਪਦੇਸ਼ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਪਰਮ ਕਿਰਪਾਲੂ ਸਾਹਿਬ ਜੀ ਨੇ ਕਿਰਪਾਲਤਾ ਕਰਕੇ ਗੁਰਸਿੱਖਾਂ ਦੀ ਬੇਨਤੀ ਕਰਨੇ ਤੇ ਆਪਣੀ ਜ਼ੁਬਾਨੇ ਪਾਕ ਚੋਂ ਉਚਾਰਨ ਕਰਕੇ ਕੁੱਲ ਸੰਸਾਰ ਦੇ ਭਲੇ ਵਾਸਤੇ ਸਾਨੂੰ ਉਪਦੇਸ਼ ਬਖਸ਼ਿਸ਼ ਕਰਨਾ ਕੀਤਾ ਹੈ ਜੀ। ਸਤਿਗੁਰਾਂ ਦੇ ਪਾਵਨ ਮੁਬਾਰਕ ਉਪਦੇਸ਼ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਖਤਾਂ ਤੇ ਸੁਭਾਇਮਾਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਤੇ ਸਤਿਗੁਰੂ ਜੀ ਦੀ ਬਖਸ਼ੀ ਸਾਧ ਸੰਗਤ ਨੇ ਕਿਰਪਾਲਤਾ ਕਰਕੇ ਬਖਸ਼ ਲੈਣਾ, ਅੱਗੇ ਵਾਸਤੇ ਸਮੱਤ ਬਖਸ਼ਣੀ। ਗੁਰ ਚਰਨਾਂ ਵਿਖੇ ਅਰਜ਼ੋਈ ਕਰੀਏ ਗਰੀਬ ਨਿਵਾਜ ਕਿਰਪਾਲਤਾ ਕਰੋ ਜਦ ਤੱਕ ਸਵਾਸ ਚੱਲਦੇ ਨੇ। ਮਨ ਬਾਣੀ ਸਰੀਰ ਕਰਕੇ ਤਿਆਰ ਬਰ ਤਿਆਰ ਰੱਖ ਕਰਕੇ ਬਾਣੀ ਬਾਣੇ ਦੇ ਧਾਰਨੇ ਬਣਾਈ ਰੱਖਣਾ, ਆਪਣੀ ਸੰਗਤ ਦੇ ਨਾਲ ਜੋੜ ਕਰਕੇ ਰੱਖਣਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਉਪਦੇਸ਼ ਦੀਆਂ 2 ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ। ਕਿਰਪਾ ਨਿਧ ਕਿਰਪਾਲ ਧਿਆਵੋ, ਸਾਧ ਸੰਗਤਾਂ ਬੈਠਣ ਪਾਵੋ। ਮੋਹਿ ਨਿਰਗੁਣ ਕਾ ਪ੍ਰਭ ਕੀਨੇ ਦਇਆ, ਸਾਧ ਸੰਗ ਨਾਨਕ ਨਾਮ ਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੀ ਅਚੁੱਤ ਹੀ ਪਾਰ ਬ੍ਰਹਮ ਅਬਿਨਾਸੀ ਅਗਨਾਸ, हे पूरन हे सर्व मैं दुख पंजन गुण तास, हे संगी हे निरंकार हे निर्गुण सब टेक, हे गोविंद हे गुण निधान जाकर सदा बदेक, हे अपरंपर हर हरे हह भी भुवन हार, हे संत का सदा संग निधारा आधार, हे ठाकुर हव दसरो मैं निर्गुण गुण नहीं कोई, नानक दीजै नाम दान राखो हिय परोई, आई प्रभ सरनागति कृपा निध दयाल, एक अखर हर मन बसत नानक होत निहाल, वाहिगुरु नाम जहाज है चढ़े सो उतरै पार, जो सरदा कर सेव दे गुर पार उतार नहार, कथा निता प्रत होत है सुनो सो सिंह सुजान, नानक गुरु गोबिंद सिंह जी सदा कर कल्याण, नानक गुरु गोबिंद सिंह जी सदा कर कल्याण। वाहिगुरु जी का खालसा
ਵਾਹਿਗੁਰੂ ਜੀ ਕੀ ਫਤਿਹ। ਗਾਜ ਕੇ ਜੈਕਾਰ ਆਗ ਜਾਵੇ, ਸੋ ਨਿਹਾਲ ਹੋਵੇ ਸਤਿ ਸ਼੍ਰੀ ਅਕਾਲ। ਗੁਰਬਾਰ ਅਕਾਲ ਦੇਗ ਤੇਗ ਫਤਿਹ, ਗੁਰੂ ਪੰਥ ਖਾਲਸੇ ਦੇ ਚੜ੍ਹਦੇ ਕਲਾ। ਸੱਜਣ